ਸਤਿ ਸ੍ਰੀ ਅਕਾਲ ਜੀ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡਾ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ, ਸ਼ੇਰ ਪੰਜਾਬ ਰੇਡੀਓ 600 AM ਰਿਚਮੰਡ ਦੇ ਸਟੂਡੀਓ ਤੋਂ ਤੁਹਾਨੂੰ ਮੁਖਾਤਬ ਹੈ। ਸ਼ੁੱਕਰਵਾਰ ਦਾ ਦਿਨ, ਹਫ਼ਤੇ ਦਾ ਆਖਰੀ ਦਿਨ। ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਗੱਲਬਾਤ ਹੋਣੀ ਹੈ। ਪਹਿਲੇ ਹਿੱਸੇ ਦੇ ਵਿੱਚ ਅਮਰੀਕਾ ਦੀ ਫੌਜ ਦੇ ਵਿੱਚ ਸੇਵਾ ਮੁਕਤ ਕਰਨਲ GB ਸਿੰਘ ਦੇ ਨਾਲ ਮਹਾਤਮਾ ਗਾਂਧੀ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਨੇ ਕਿਤਾਬਾਂ ਲਿਖੀਆਂ। ਮਹਾਤਮਾ ਗਾਂਧੀ ਅੱਜ 2 ਅਕਤੂਬਰ ਹੈ, ਮਹਾਤਮਾ ਗਾਂਧੀ ਜਯੰਤੀ ਹੈ, ਉਸ ਦੇ ਬਾਰੇ ਗੱਲਬਾਤ ਹੋਏਗੀ। ਦੂਸਰੇ ਹਿੱਸੇ ਦੇ ਵਿੱਚ 10:05 ਤੇ ਚੰਡੀਗੜ੍ਹ ਤੋਂ ਤਰਨੀ ਗਾਂਧੀ ਦੇ ਨਾਲ ਗੱਲਬਾਤ ਹੋਏਗੀ, ਜਿਹੜੇ ਸੀਨੀਅਰ ਹੈਲਥ ਕੋਰਸਪੋਂਡੈਂਟ ਨੇ, ਫਰੀਲਾਂਸਰ ਜਰਨਲਿਸਟ ਨੇ। ਬੜੀਆਂ ਇਨਵੈਸਟੀਗੇਟਿਵ ਸਟੋਰੀਜ਼ ਉਹਨਾਂ ਨੇ ਕੀਤੀਆਂ ਨੇ ਸਿਹਤ ਸੇਵਾਵਾਂ ਸੰਬੰਧੀ। PGI ਨੇ ਇੰਗਲੈਂਡ ਨਾਲ ਮਿਲ ਕੇ ਕੁਝ ਵੈਕਸੀਨ ਦੀ ਗੱਲਬਾਤ ਕੀਤੀ ਹੈ, ਉਹਨਾਂ ਤੋਂ ਕੁਝ ਅਪਡੇਟ ਲਵਾਂਗੇ। ਉਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੂੰ COVID-19 ਦੇ ਨਾਲ ਪੋਜ਼ੀਟਿਵ ਪਾਇਆ ਗਿਆ, ਉਹਨਾਂ ਨੂੰ ਤੇ ਉਹਨਾਂ ਦੀ ਘਰਵਾਲੀ ਮਲੇਨੀਆ ਟਰੰਪ ਨੂੰ। ਇਸ ਦਾ ਕੀ ਮਤਲਬ ਹੈ, ਇਸ ਦੇ ਵਿੱਚੋਂ ਕੀ ਨਿਕਲੇਗਾ? COVID-19 ਨੇ ਇਸ ਇਲੈਕਸ਼ਨ ਲਈ ਕੀ ਫਰਕ ਪਾਉਣਾ ਹੈ? ਕੀ ਹੋ ਸਕਦਾ ਹੈ ਜੇ ਉਹ ਵੱਧ ਢਿੱਲੇ ਹੁੰਦੇ ਨੇ, ਕਿਉਂਕਿ ਆਹੀ ਮਹੀਨਾ ਰਹਿ ਗਿਆ, ਨਵੰਬਰ ਦੇ ਪਹਿਲੇ ਹਫ਼ਤੇ 2 ਨਵੰਬਰ ਨੂੰ ਵੋਟਾਂ ਪੈਣੀਆਂ। ਇਸ 'ਤੇ ਗੱਲਬਾਤ ਹੋਏਗੀ। ਪਿਛਲੇ 25 ਮਿੰਟ ਮੈਂ ਤੁਹਾਡੇ ਨਾਲ ਗੱਲਬਾਤ ਅੱਜ ਕਰਾਂਗਾ। ਰੇਡੀਓ ਸ਼ੇਰ ਪੰਜਾਬ ਸ਼ੁਰੂ ਹੋਇਆ, ਪਹਿਲਾ ਹਫ਼ਤਾ ਹੈ। ਰੇਡੀਓ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਰੱਖਦਾ ਹੈ? ਰੇਡੀਓ ਤੁਹਾਡੇ ਨਾਲ ਜਿਹੜਾ ਉਹ ਕਿੰਨਾ ਕੁ ਤੁਹਾਡੇ ਨਾਲ ਖਹਿ ਕੇ ਚੱਲਦਾ? ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ, ਇੱਥੇ ਹੋ ਜਾਂ ਕਿਤੇ ਵੀ ਆਨਲਾਈਨ ਸੁਣ ਰਹੇ ਹੋ, ਤੁਹਾਡੀ ਜ਼ਿੰਦਗੀ ਦੇ ਵਿੱਚ ਰੇਡੀਓ ਦਾ ਕੀ ਸਥਾਨ ਹੈ? ਰੇਡੀਓ ਦੇ ਨਾਲ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਚੱਲਦੀ ਹੈ? ਰੇਡੀਓ ਦਾ ਕੀ ਮਹੱਤਵ ਹੈ? ਇਸ 'ਤੇ ਗੱਲਬਾਤ ਕਰਾਂਗੇ। sherepunjab.radio.ca ਵੈਬਸਾਈਟ ਹੈ, ਜਿੱਥੇ ਲਿਸਨ ਲਾਈਵ ਤੁਸੀਂ ਸੁਣ ਰਹੇ ਹੋ ਦੁਨੀਆ ਦੇ ਵਿੱਚ ਜਿੱਥੇ ਵੀ ਬੈਠੇ ਹੋ, ਦੂਰ ਦਰਾਡੇ ਬੈਠੇ ਹੋ। ਅਤੇ ਜੇ ਨਹੀਂ ਵੀ ਕਿਸੇ ਨੂੰ ਹਾਲੇ ਪਤਾ ਤਾਂ sherepunjab.radio.ca ਵੈਬਸਾਈਟ ਹੈ, ਐਪ ਡਾਊਨਲੋਡ ਹੋ ਜਾਣਾ ਛੇਤੀ। ਐਪ 'ਤੇ ਫਿਰ ਤੁਸੀਂ ਸੁਣ ਸਕਦੇ ਹੋ। ਨਾਲ ਹੀ ਟਿਊਨ ਇਨ ਕਰਕੇ ਵੈਨਕੂਵਰ ਦੇ ਆਲੇ ਦੁਆਲੇ 100-150 ਕਿਲੋਮੀਟਰ ਤੱਕ ਰੇਡੀਓ ਸੁਣਿਆ ਜਾ ਰਿਹਾ ਹੈ। ਕਰਨਲ GB ਸਿੰਘ ਮੇਰੇ ਨਾਲ ਨੇ, ਹੁਣੇ ਹੀ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਇਸ ਜ਼ਿੰਦਗੀ ਦੇ ਬਾਰੇ। ਉਹਨਾਂ ਦੀ ਕਿਤਾਬ ਗਾਂਧੀ ਅੰਡਰ ਕ੍ਰਾਸ ਐਗਜ਼ਾਮੀਨੇਸ਼ਨ, ਇਹ ਕੀ ਹੈ, ਇਹ ਕਦ ਲਿਖੀ? 2008 ਦੇ ਵਿੱਚ ਕਰਨਲ ਸਾਹਿਬ ਸਰੀ 'ਚ ਆਏ ਸੀ, ਉਹਨਾਂ ਨੇ ਇੱਥੇ ਇਕੱਠ ਨੂੰ ਵੀ ਸੰਬੋਧਨ ਕੀਤਾ ਸੀ। ਉਦੋਂ ਪਹਿਲਾਂ ਵੀ ਉਹਨਾਂ ਨੇ ਇੱਕ ਕਿਤਾਬ ਜਿਹੜੀ ਲਿਖੀ ਹੈ ਗਾਂਧੀ ਬਿਹਾਈਂਡ ਮਾਸਕ ਆਫ ਡਿਵਿਨਿਟੀ, ਉਹਦੀ ਵੀ ਗੱਲਬਾਤ ਕਰਾਂਗੇ। ਕਰਨਲ GB ਸਿੰਘ ਮੇਰੇ ਨਾਲ ਨੇ। ਕਰਨਲ ਸਾਹਿਬ, ਸਵਾਗਤ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਸ਼ੇਰੇ ਪੰਜਾਬ ਤੇ ਨਿੱਘਾ ਹਾਰਦਿਕ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ, ਬਹੁਤ ਸ਼ੁਕਰ ਹੈ। ਤੁਸੀਂ ਆਮ ਵੈਰੀ ਥੈਂਕਫੁਲ ਟੂ ਯੂ ਕਿ ਇਨਵਾਈਟ ਕੀਤਾ ਮੈਨੂੰ। ਧੰਨਵਾਦ। ਤੁਹਾਡੀ ਸਪਿਰਿਟ 12 ਸਾਲ ਬਾਅਦ ਵੀ ਤੁਸੀਂ ਕਾਇਮ ਹੋ। ਆਪਾਂ ਮਿਲੇ ਸੀ, ਤੁਹਾਡੀ ਕਿਤਾਬ ਤੁਸੀਂ ਦਸਤਖਤ ਕਰਕੇ ਮੈਨੂੰ ਦਿੱਤੀ ਸੀ, ਅਤੇ ਅੱਜ ਉਹ ਦਿਨ ਹੈ ਲੋਕਾਂ ਨੂੰ ਜਿੱਥੇ ਮਹਾਤਮਾ ਗਾਂਧੀ ਦੀ ਜ਼ਿੰਦਗੀ, ਦੇਸ਼ ਦੇ ਵਿੱਚ ਉਹਨਾਂ ਦੇ ਕੀਤੇ ਕੰਮ ਦੀ ਗੱਲ, ਕੁਝ ਕੁ ਉਹਨਾਂ ਦੀਆਂ ਜ਼ਿੰਦਗੀ ਦੀਆਂ ਘਟਨਾਵਾਂ ਨੇ ਜਿਹਦੇ 'ਤੇ ਤੁਸੀਂ ਪਕੜ ਕੀਤੀ। ਨਾਲ ਤੁਹਾਡੇ ਟਿਮ ਵਾਟਸਨ, ਦੋਨਾਂ ਨੇ ਰਲ ਕੇ ਜਿਹੜੀ ਕਿਤਾਬ ਲਿਖੀ ਹੈ, ਗਾਂਧੀ ਅੰਡਰ ਕ੍ਰਾਸ ਐਗਜ਼ਾਮੀਨੇਸ਼ਨ, ਉਸ ਦੇ ਬਾਰੇ ਗੱਲਬਾਤ ਕਰਾਂਗਾ। ਮਹਾਤਮਾ ਗਾਂਧੀ, ਉਹਨਾਂ ਦੀ ਜ਼ਿੰਦਗੀ ਨੂੰ ਤੁਸੀਂ ਕਿੱਥੋਂ ਸ਼ੁਰੂ ਕਰਨਾ ਚਾਹੋਗੇ? ਆਪਣੇ ਕੋਲ 35-40 ਮਿੰਟ ਨੇ। ਉਹਨਾਂ ਦੇ ਜਨਮ ਤੋਂ ਲੈ ਕੇ ਜਦ ਉਹ ਇੰਗਲੈਂਡ ਪੜ੍ਹਨ ਜਾਂਦੇ ਆ, ਉਸ ਤੋਂ ਬਾਅਦ ਸਾਊਥ ਅਫਰੀਕਾ ਆਉਂਦੇ ਆ, ਉੱਥੋਂ ਸ਼ੁਰੂ ਕਰੀਏ। ਅਤੇ ਉਹਨਾਂ ਦੀ ਜ਼ਿੰਦਗੀ ਨੂੰ ਤੁਸੀਂ ਕਿਹੜੇ ਅਧਿਆਇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ? ਨਹੀਂ, ਦੇਖੋ, ਜਿਹੜੀ ਪਬਲਿਕ ਲਾਈਫ ਹੈ ਨਾ ਬੰਦੇ ਦੀ, ਪਬਲਿਕ ਲਾਈਫ ਸ਼ੁਰੂ ਹੁੰਦੀ ਹੈ, ਜਿਹੜੀ ਮੇਨ ਨੈਰੇਟਿਵ ਦਿੱਤਾ ਜਾਂਦਾ ਹੈ ਕਿ ਇਹਦੀ ਪਬਲਿਕ ਲਾਈਫ ਸ਼ੁਰੂ ਹੁੰਦੀ ਹੈ ਜਦੋਂ ਮਈ 1893 ਦੇ ਵਿੱਚ ਇਹ ਸਾਊਥ ਅਫਰੀਕਾ ਜਾਂਦਾ ਹੈ, ਤੇ ਉਸ ਤੋਂ ਬਾਅਦ 21 ਸਾਲ ਉੱਥੇ ਰਹਿੰਦਾ ਹੈ। ਉਹ ਬਣਾਈ ਜਾਂਦੀ ਹੈ ਕਿ ਲੈਬੋਰਟਰੀ ਹੈਗੀ ਹੈ ਜਿਹਦੇ ਵਿੱਚ ਇਹਨੇ ਬੜਾ ਕੁਛ ਸਿੱਖਿਆ, ਬੜਾ ਕੁਛ ਇਹਨੇ ਸੱਤਿਆਗ੍ਰਹਿ, ਨਾਨ ਵਾਇਲੈਂਸ, ਰਾਈਟਸ ਆਫ ਇੰਡੀਅਨਸ, ਬੜਾ ਕੁਛ ਇਹਨੇ ਕੀਤਾ। ਔਰ ਉਹ ਕਿਉਂ ਕੀਤਾ? ਕਿਉਂਕਿ ਵਿਦਿਨ ਅ ਵੀਕ ਔਰ 10 days ਜਦੋਂ ਉੱਥੇ ਗਿਆ, ਇਹ ਰੇਲਵੇ ਟਰੈਵਲ ਕਰ ਰਿਹਾ ਸੀ ਡਰਬਨ ਟੂ ਪੀਟਰਮੈਰਿਟਸਬਰਗ, ਤੇ ਉਸ ਤੋਂ ਬਾਅਦ ਇਹਨੇ ਟਰਾਂਸਵਾਲ ਜਾਣਾ ਸੀ। ਤੇ ਪੀਟਰਮੈਰਿਟਸਬਰਗ ਜਿਹੜਾ ਟ੍ਰੇਨ ਸਟੇਸ਼ਨ ਹੈ,
ਉੱਥੇ ਫਸਟ ਕਲਾਸ ਕੰਪਾਰਟਮੈਂਟ ਦੇ ਵਿੱਚ ਇੱਕ ਟਿਕਟ ਸੀ ਤੇ ਇਹਨੂੰ ਉੱਥੋਂ ਡਿਸਕ੍ਰਿਮੀਨੇਸ਼ਨ ਹੋਈ, ਇਹਨੂੰ ਉਹਨਾਂ ਨੇ ਕੱਢ ਦਿੱਤਾ ਬਾਹਰ ਤੇ ਇਹ ਸਾਰੀ ਰਾਤ ਉੱਥੇ ਪਲੇਟਫਾਰਮ 'ਚ ਰਿਹਾ। ਔਰ ਉਦੋਂ ਸਰਦੀਆਂ ਦਾ ਟਾਈਮ ਸੀ। ਅਗਲੇ ਦਿਨ ਫਿਰ ਇਹ ਵਿਚਾਰਾ ਅੱਗੇ ਵਧਿਆ, ਇਹਨੂੰ ਰਸਤੇ 'ਚ ਕੁੱਟ ਵੀ ਪਈ ਹੈ ਤੇ ਕਰਦਾ 3 ਦਿਨਾਂ ਬਾਅਦ ਇਹ ਵਾਪਸ ਪਹੁੰਚਿਆ ਉੱਥੇ ਪ੍ਰੀਟੋਰੀਆ। ਇਹ ਕਹਿੰਦੇ ਆ ਕਿ ਇਹ ਜਿਹੜਾ ਇਨਸੀਡੈਂਟ ਹੈ ਸਪੈਸ਼ਲੀ ਜਿਹੜਾ ਪ੍ਰੀਟੋਰੀਆ ਰੇਲਵੇ ਸਟੇਸ਼ਨ ਤੇ ਹੋਇਆ, ਨਾ ਪ੍ਰੀਟੋਰੀਆ ਵਾ ਪੀਟਰਮੈਲਸਬਰਗ, ਉਹਦੇ ਨਾਲ ਇਹਦੀ ਸਾਰੀ ਲਾਈਫ ਚੇਂਜ ਹੋ ਗਈ। ਇਹਦੀ ਜਿਹੜੀਆਂ ਕਹਾਣੀਆਂ ਸਾਨੂੰ ਦੱਸੀਆਂ ਜਾਂਦੀਆਂ ਸਭ ਚੇਂਜ ਹੋ ਗਿਆ। ਇਹ ਰਾਈਟਸ ਵਾਸਤੇ ਲੜਨਾ ਸ਼ੁਰੂ ਕਰਤਾ ਕਿ ਜਿਹੜੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਉਹਦੇ ਅਗੇਂਸਟ ਲੜੋ, ਜਸਟਿਸ, ਫਰੀडम। ਮਤਲਬ ਜੋ ਕੁਝ ਸਾਨੂੰ ਸਿਖਾਇਆ ਗਿਆ ਨਾ ਜਦੋਂ ਅਸੀਂ ਪੋਸਟ ਬ੍ਰਿਟਿਸ਼ ਇੰਡੀਆ ਦੇ ਵਿੱਚ ਵੱਡੇ ਹੋਏ ਆ, ਇਹ ਸਾਰਾ ਉੱਥੋਂ ਸ਼ੁਰੂ ਹੁੰਦਾ ਹੈ ਜੀ। ਸੋ ਇਹ ਜਿਹੜੀ ਕਿਤਾਬ ਮੇਰੀ ਗਾਂਧੀ ਅੰਡਰ ਕ੍ਰਾਸ ਐਗਜ਼ਾਮੀਨੇਸ਼ਨ ਹੈ, ਇਹ ਪ੍ਰੈਜ਼ੈਂਟ ਕਰਦੀ ਹੈ ਕਿ ਇਹ ਇਨਸੀਡੈਂਟ ਕਦੀ ਹੋਈ ਨਹੀਂ। ਇਹ ਗਾਂਧੀ ਸਾਨੂੰ ਝੂਠ ਬੋਲ ਗਿਆ ਔਰ ਝੂਠ ਕਿਉਂ ਬੋਲਿਆ ਸਾਰਾ ਇਹਦੇ ਚ ਡਿਟੇਲ ਸੇ ਕਿਹਾ। ਪਰ ਜਿਹੜਾ ਮੇਨ ਹਿਸਟੋਰੀਕਲ ਇਨਕੁਆਇਰੀ ਹੈ ਕਿ ਇਹ ਇਨਸੀਡੈਂਟਸ ਕਦੀ ਹੋਏ ਹੀ ਨਹੀਂ। ਅੱਛਾ ਜੀ, ਅੱਛਾ ਕਰਨਲ ਸਾਹਿਬ ਮੈਂ ਤੁਹਾਨੂੰ ਟੋਕਦਾ, ਸੌਰੀ, ਇਹ ਤੁਹਾਡੀ ਉਤਸੁਕਤਾ ਕਿਵੇਂ ਹੋਈ? ਇੱਕ ਮਿਲਟਰੀ ਦੇ ਵਿੱਚ ਕਰਨਲੋਂ ਪੰਜਾਬ, ਆਪਾਂ ਸਾਰੇ 2 ਅਕਤੂਬਰ ਨੂੰ ਮਨਾਉਂਦੇ ਆ ਜਨਮ ਦਿਨ, ਗਾਂਧੀ ਜਯੰਤੀ ਹੈ ਜੀ, ਤੇ ਉਹਨਾਂ ਨੂੰ ਸ਼ਾਂਤੀ ਦਾ ਮਸੀਹਾ ਅਸੀਂ ਮੰਨਦੇ ਆ। ਚਾਹੇ ਉਹਨਾਂ ਦੇ ਕੁਝ ਕੁ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਹੀਆਂ, ਸੀਸਗੰਜ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਕਿਹਾ ਭੁਲੱਕੜ ਦੇਸ਼ ਭਗਤ ਹੈ, ਤੇ ਸਾਡੇ ਮੋਰਚਿਆਂ ਦੇ ਵਿੱਚ ਵੀ ਉਹਨਾਂ ਦੀ ਸ਼ਮੂਲੀਅਤ ਹੋਈ, ਨਨਕਾਣਾ ਸਾਹਿਬ ਵਾਲੇ, ਜੈਤੋਂ ਵਾਲੇ। ਤੁਹਾਡੀ ਉਤਸੁਕਤਾ ਕਿੱਥੋਂ ਜਾਗੀ ਕਿ ਮੈਂ ਕ੍ਰਾਸ ਐਗਜ਼ਾਮੀਨੇਸ਼ਨ ਕਰਨੀ ਹੈ? ਦੇਖੋ, ਮੈਂ ਅਮਰੀਕਨ ਮਿਲਟਰੀ ਚ ਹੈਗਾ ਸੀ ਤੇ ਮੈਂ ਯੰਗ ਕੈਪਟਨ ਸੀਗਾ ਉਸ ਟਾਈਮ ਦੇ ਉੱਤੇ, ਰੈਂਕ ਮੇਰਾ। ਤੇ ਇਹ ਜਿਹੜੀ ਗਾਂਧੀ ਮੂਵੀ ਆਈ ਨਾ 1982 ਚ, ਯਾਦ ਹੋਣੀ ਤੁਹਾਨੂੰ, 1982 ਵਿੱਚ ਜਿਹੜੀ ਮੂਵੀ ਆਈ, ਉਹਦੇ ਵਿੱਚ ਜਦੋਂ ਮੂਵੀ ਆਈ ਹੈ ਤੇ ਉਸ ਟਾਈਮ ਤੇ ਮੈਂ ਪੋਲੀਟੀਕਲ ਸਾਇੰਸ ਯੂਨੀਵਰਸਿਟੀ ਓਕਲਾਹੋਮਾ ਦੇ ਵਿੱਚ ਡਿਗਰੀ ਕਰ ਰਿਹਾ ਸੀਗਾ ਨਾਲ ਜੀ। ਤੇ ਕਮਿਊਨਿਜ਼ਮ ਮੇਰੀ ਸਪੈਸ਼ਲਟੀ ਉਸ ਟਾਈਮ ਤੇ ਮੈਂ ਸਿੱਖਦਾ ਪਿਆ ਸੀ। ਤੇ ਮੇਰਾ ਪ੍ਰੋਫੈਸਰ ਨੇ ਮੈਨੂੰ ਜਦੋਂ ਮੇਰੀ ਵਰਦੀ ਪਾਈ ਸੀ, ਪੱਗ ਬੰਨੀ ਹੋਈ ਹੈ ਔਰ ਗਾਂਧੀ ਮੂਵੀ ਆਈ ਹੈ, ਉਹਨੇ ਸ਼ੁਰੂ ਕੀਤੀ ਕਲਾਸ ਕਿ ਮਹਾਤਮਾ ਗਾਂਧੀ ਵਾਸ ਪ੍ਰੋਬਬਲੀ ਅ ਕਮਿਊਨਿਸਟ। ਤੇ ਮੇਰੇ ਇੱਕਦਮ ਰੋਟੇ ਖੁੱਲ ਗਏ। ਮੈਂ ਕਹਿੰਦੀ ਇਹ ਕਿਸ ਹੋ ਸਕਦਾ ਇਹ, ਕਿਉਂਕਿ ਮੈਨੂੰ ਪੰਜਾਬ ਦੇ ਵਿੱਚ ਜਿਹੜਾ ਕਮਿਊਨਿਜ਼ਮ ਸਿਖਾਇਆ ਗਿਆ ਸੀ ਪਤਾ ਲੱਗਾ ਉਹਦੇ ਹਿਸਾਬ ਨਾਲ ਤੇ ਦੇਖੋ ਨਾ, ਉਹਦੇ ਹਿਸਾਬ ਨਾਲ ਤੇ ਬਿਲਕੁਲ ਨਹੀਂ ਹੈਗਾ ਸੀ। ਸੋ ਇਸ ਕਰਕੇ ਫਿਰ ਮੈਨੂੰ ਨਵੀਆਂ ਚੀਜ਼ਾਂ ਸਿੱਖਣੀਆਂ ਪਈਆਂ ਕਿ ਕਮਿਊਨਿਜ਼ਮ ਹੁੰਦਾ ਕੀ ਹੈ। ਉਸੇ ਦੌਰਾਨ ਦੇ ਵਿੱਚ ਮੈਨੂੰ ਪਤਾ ਲੱਗਾ ਕਿ ਜਿਸ ਤਰ੍ਹਾਂ ਮੇਰਾ ਰੈਂਕ ਮਿਲਟਰੀ ਚ ਹੈਗਾ ਸੀ ਉਸ ਟਾਈਮ ਤੇ ਕੈਪਟਨ, ਪਤਾ ਲੱਗਾ ਕਿ ਗਾਂਧੀ ਵੀ ਮਿਲਟਰੀ ਚ ਹੁੰਦਾ ਸੀ ਤੇ ਇਹਦਾ ਰੈਂਕ ਹੁੰਦਾ ਸੀ ਸਾਰਜੈਂਟ ਮੇਜਰ। ਇਹ ਮੈਨੂੰ ਬੜਾ ਵੱਡਾ ਸ਼ੌਕ ਲੱਗਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਇਹ ਮਿਲਟਰੀ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਇਹਦਾ ਰੈਂਕ ਸਾਰਜੈਂਟ ਮੇਜਰ ਸੀ। ਔਰ ਇਹ ਇੱਥੋਂ ਸ਼ੁਰੂ ਹੋਇਆ ਕਿ ਲੈ ਵੀ ਇਹ ਸਾਨੂੰ ਕੋਈ ਜਾਂ ਤੇ ਗਲਤ ਗੱਲਾਂ ਦੱਸੀਆਂ ਗਈਆਂ ਜਾਂ ਸਾਨੂੰ ਗਲਤ ਗੱਲਾਂ ਸੁਣਾ ਰਿਹਾ ਕੋਈ। ਤੇ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ, ਕਿਉਂਕਿ ਮੈਂ ਯੂਨੀਵਰਸਿਟੀ ਲਾਇਬ੍ਰੇਰੀ ਜਾਂਦਾ ਸਾਂ, ਮੈਂ ਕਿਹਾ ਮੈਂ ਚੈੱਕ ਤਾਂ ਕਰਾਂ ਜਾਂ ਤਾਂ ਬੰਦਾ ਸਾਰਜੈਂਟ ਮੇਜਰ ਹੈ ਜਾਂ ਨਹੀਂ ਹੈ, ਵਿਚਕਾਰ ਤਾਂ ਕੋਈ ਗੱਲ ਨਹੀਂ ਹੈਗੀ ਨਾ। ਤੇ 2 ਮਹੀਨੇ ਮੈਨੂੰ ਲੱਗੇ ਕਨਫਰਮ ਕਰਨ ਵਾਸਤੇ ਕਿ ਸੱਚੀ ਹੈ ਸਾਰਜੈਂਟ ਮੇਜਰ ਸੀ ਉੱਥੇ ਫੌਜ ਵਿੱਚ ਜੀ। ਪਰ ਫਿਰ ਧੱਕਾ ਲੱਗਾ ਕਿ ਇਹ ਜਦੋਂ ਸਾਰਜੈਂਟ ਮੇਜਰ ਫੌਜ ਸੀ, ਇਹ ਵਾਰ ਲੜੀ ਇਹਨੇ ਕਾਲਿਆਂ ਦੇ ਵਿਰੁੱਧ। ਅੱਛਾ ਜੀ। ਜਿਹੜੇ ਕਾਲੇ ਲੋਕ ਹੈ ਅਫਰੀਕਾ ਦੇ ਵਿੱਚ, ਮੈਜੋਰਿਟੀ ਲੋਕ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਕਿ ਉਹਨਾਂ ਚਾਰਿਆਂ ਨਾਲ ਕੀ ਹੋ ਰਿਹਾ ਸੀ ਉੱਥੇ। ਮੈਨੂੰ ਬੜਾ ਹੈਰਾਨ ਹੋਈ ਕਿ ਕਾਲਿਆਂ ਦੇ ਵਿਰੁੱਧ ਕਿਉਂ ਲੜਿਆ, ਇਹਨੇ ਲੋਕ ਕੀ ਪੈਸੇ ਜਾਂ ਕਾਲਿਆਂ ਨੇ ਇਹਨੂੰ ਕੁਛ ਕਿਹਾ। ਇਹ ਸਵਾਲ ਮੇਰੇ ਸ਼ੁਰੂ ਹੋ ਗਏ ਤੇ ਜਵਾਬ ਮਿਲਦਾ ਨਹੀਂ ਸੀਗਾ। ਸੋ ਉਹਦੇ ਨਾਲ ਮੇਰੀ ਰਿਸਰਚ ਸ਼ੁਰੂ ਹੋ ਗਈ। ਕਰਦੇ 1984 ਆ ਗਿਆ। 1984 ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਮੈਂ ਕਿਹਾ ਵਿਦਨ ਅ ਵੀਕ ਜਾਂ 2 ਹਫ਼ਤੇ ਵਿੱਚ ਟਾਈਮ ਮੈਗਜ਼ੀਨ ਨੇ ਰਿਪੋਰਟ ਕੱਢੀ ਸੀ ਕਿ ਇੰਦਰਾ ਗਾਂਧੀ ਨੇ ਕਿਹਾ ਕਿ ਜੋ ਕੁਛ ਮੈਂ ਕੀਤਾ ਨਾ ਪੰਜਾਬ ਦੇ ਵਿੱਚ, ਇਹ ਮਹਾਤਮਾ ਗਾਂਧੀ ਦੀ ਮਰਜ਼ੀ ਦੇ ਨਾਲ ਹੈ। ਸਮਥਿੰਗ ਵਰਸ ਟੂ ਦੈਟ ਇਫੈਕਟ।
ਮੇਰੀ ਗੱਲ ਸੁਣੀ, ਉਹਨੇ ਜਸਟੀਫਾਈ ਕੀਤਾ ਕਿ ਇਹ ਜਿਹੜਾ ਮੈਂ ਕੰਮ ਕਰ ਰਹੀ ਹਾਂ ਨਾ, ਇਹ ਮਹਾਤਮਾ ਗਾਂਧੀ ਦੀ ਜਿਹੜੀ ਟੀਚਿੰਗ ਹੈ ਨਾ ਉਹਦੇ ਨਾਲ ਮੈਚ ਕਰਦਾ, ਸਮਥਿੰਗ ਲਾਈਕ ਦੈਟ, ਜਸਟੀਫਾਈ ਕੀਤਾ। ਹੁਣ ਮੈਂ ਰਿਸਰਚ ਆਲਰੇਡੀ ਇਹਦੇ ਉੱਤੇ ਕਰਦਾ ਪਿਆ ਸਾਂ, ਬੜੀ ਜ਼ਬਰਦਸਤ ਮੇਰੀ ਰਿਸਰਚ ਤੇ ਸ਼ੁਰੂ ਹੋਈ ਸੀ। और मैं इस टाइम पे सोच रहा था मैं रिसर्च बंद कर दूँ। जिस वक्त मैं ਇਹ पढ़िया कि मैं कभी गल की है, ये राज जरा ये सानू कुछ होर किया जाता है। ਹੁਣ ਜਦੋਂ ਇੰਦਰਾ ਗਾਂਧੀ ਨੇ ਹਮਲਾ ਕੀਤਾ ਤੇ ਉਹਦਾ ਵੀ ਜਸਟੀਫਿਕੇਸ਼ਨ ਗਾਂਧੀ ਦੇ ਨਾਂ ਤੇ ਲੈ ਰਹੀ ਹੈ ਜੀ। ਇਹਦਾ ਮਤਲਬ ਇਹ ਹੈ ਕਿ ਸਾਨੂੰ ਜਿਹੜਾ ਜੋ ਕੁਝ ਸਿਖਾਇਆ ਗਿਆ ਨਾ, ਮੋਸਟ ਲਾਈਕਲੀ ਝੂਠਾ ਹੈ। ਉਹ ਫਿਰ ਮੇਰੀ ਰਿਸਰਚ ਚੱਲਦੀ ਰਹੀ ਔਰ ਜਿਹਦੇ ਵਿੱਚ ਕੋਈ ਟਾਈਮ ਐਸਾ ਆਇਆ ਜਿਹਦੇ ਵਿੱਚ ਮੇਰੇ ਕੋਲ ਜਿਹੜੇ ਓਰੀਜਨਲ ਡਾਕੂਮੈਂਟ ਸੀ ਗਾਂਧੀ ਦੇ, ਓਰੀਜਨਲ ਜਿਹੜੇ ਸਾਊਥ ਅਫਰੀਕਾ ਦੇ, ਅੱਛਾ ਜੀ, ਉਹ ਮੇਰੇ ਹੱਥ ਆ ਗਏ। ਅੱਛਾ ਜੀ। ਹੁਣ ਇਹਦੇ ਵਿੱਚ ਯਾਦ ਹੈ ਨਾ, ਕਿਉਂਕਿ ਮੈਂ ਮਿਲਟਰੀ ਚ ਹੈਗਾ ਸੀ, ਮੇਰੀ ਹਮੇਸ਼ਾ ਟ੍ਰਾਂਸਫਰ ਹੁੰਦੀ ਰਹਿੰਦੀ ਸੀ। ਸੋ ਜਦੋਂ ਵੀ ਮੇਰੀ ਟ੍ਰਾਂਸਫਰ ਹੋਣੀ, ਨਵੀਂ ਥਾਂ ਤੇ ਜਾਣਾ, ਤੇ ਮੈਨੂੰ ਹੋਰ ਡਾਕੂਮੈਂਟ ਲੱਭ ਲੈਣਾ, ਮੈਨੂੰ ਹੋਰ ਐਵੀਡੈਂਸ ਮਿਲ ਜਾਂਦਾ ਸੀ, ਠੀਕ ਹੈ ਨਾ। ਉਹ ਫਿਰ ਮੈਂ ਇਕੱਠਾ ਕਰਦਾ ਰਿਹਾ। और कोई ऐसा टाइम आया 20-22 साल बाद, टाइम ऐसा आया कि मेरे को पूरा का पूरा एविडेंस आ गया सी कि इन्हें कीता की है, इन्हें साउथ अफ्रीका की कीता, फिर जो इंडिया आया इन्हें एक्चुअली कीता की उत्थे जो सानू दसिया गया, वो क्यों दसिया गया, ये झूठ कित्थों आया, किस तरह बनाया गया। ਇਹ ਫਿਰ ਮੇਰੀ ਪਹਿਲੀ ਕਿਤਾਬ ਸੀ ਗਾਂਧੀ ਬਿਹਾਈਂਡ ਦਾ ਮਾਸਕ ਆਫ ਡਿਵਿਨਿਟੀ। ਉਹ ਬੇਸਿਕਲੀ ਉਹਦਾ ਸਟਰਕਚਰ ਆਈ ਸੀ ਕਿ ਇਹਦੀ ਜਿਹੜੀ ਪੋਲਿਟਿਕਸ ਸੀ ਨਾ, ਉਹ ਸੀ ਕਿ ਲੋਕਾਂ ਨੂੰ ਨਫ਼ਰਤ ਕਰਨਾ, ਸਪੈਸ਼ਲੀ ਜੇ ਤੁਹਾਡੀ ਚਮੜੀ ਕਾਲਾ ਰੰਗ ਹੈ ਨਾ, ਇਹ ਤੁਹਾਨੂੰ ਨਫ਼ਰਤ ਕਰਦਾ ਹੈ। ਇਹੀ ਜਿਹੜੀ ਨਫ਼ਰਤ ਜਿਹੜੀ ਸਾਊਥ ਅਫਰੀਕਾ ਦੀ ਹੈ, ਇਹ ਫਿਰ ਜਦੋਂ ਇੰਡੀਆ ਆਇਆ, ਹੁਣ ਇੰਡੀਆ ਚ ਦੇਖੋ ਨਾ, ਸਾਡੇ ਕੋਲ ਨੀਗਰੋ ਲੋਕ ਨਹੀਂ ਰਹਿੰਦੇ ਜੀ ਇੰਡੀਆ ਦੇ, ਬ੍ਰਿਟਿਸ਼ ਇੰਡੀਆ ਚ ਉਸ ਟਾਈਮ ਤੇ। ਸੋ ਉਹ ਜਿਹੜੀ ਨਫ਼ਰਤ ਹੈ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਬਾਹਰ ਆਣੀ ਸੀ ਨਾ, ਠੀਕ ਨਾ। ਉਹ ਨਫ਼ਰਤ ਗੈਪ ਥੋੜੀ ਹੋ ਗਈ ਹੈ ਕਿ ਕਿਉਂਕਿ ਜਿਹੜਾ 21 ਸਾਲ ਉੱਥੇ ਨਫ਼ਰਤ ਕਰਦਾ ਰਿਹਾ ਕਾਰਿਆਂ ਦੇ ਨਾਲ, ਉਹ ਨਫ਼ਰਤ ਜਿਹੜੀ ਇਹਦੀ ਪੋਲਿਟਿਕਸ ਹੈਗੀ, ਉਹ ਦੇਖੋ ਇਹ ਹਵਾ ਚ ਉੜੀ ਨਹੀਂ ਜਾਣੀ। ਸੋ ਉਹ ਨਫ਼ਰਤ ਕਿਸੇ ਤਰੀਕੇ ਦੇ ਨਾਲ ਇੰਡੀਆ ਤੇ ਇੰਡੀਆ ਦਾ ਜਿਹੜਾ ਲੈਂਡਸਕੇਪ ਆ, ਡੈਮੋਗ੍ਰਾਫਿਕਸ, ਉਹਦੇ ਵਿੱਚ ਉਹ ਫਲਰਿਸ਼ ਹੋਏਗੀ। ਸੋ ਫਿਰ ਜਿਹੜਾ ਮੇਜਰ ਜਿਹੜਾ ਅਗਲਾ ਪੋਰਸ਼ਨ ਆਫ ਦ ਬੁੱਕ ਹੈ, ਉਹ ਸਾਰਾ ਫਿਰ ਇੰਡੀਆ ਦਾ ਆ ਜਾਂਦਾ ਹੈ। ਇਹ ਫਿਰ ਇੰਡੀਆ ਕੀਤਾ ਕੀ ਅਸਲੀ ਜੀ। ਸੋ ਇਹ ਮੇਰੀ ਪਹਿਲੀ ਕਿਤਾਬ ਗਾਂਧੀ ਬਿਹਾਈਂਡ ਦਾ ਮਾਸਕ ਆਫ ਡਿਵਿਨਿਟੀ, ਠੀਕ ਹੈ ਨਾ। ਉਹਦੇ ਵਿੱਚ ਮੈਂ ਥੋੜਾ ਜਿਹਾ ਸੈਕਸ਼ਨ ਲੈ ਕੇ ਆਇਆ ਸਿੱਖਾਂ ਉੱਤੇ ਵੀ ਜੀ, ਠੀਕ ਹੈ ਨਾ। ਤੇ ਇਹ ਜਿਹੜੀ ਗਾਂਧੀ ਬਿਹਾਈਂਡ ਦਾ ਜਿਹੜੀ ਗਾਂਧੀ ਅੰਡਰ ਕ੍ਰਾਸ ਐਗਜ਼ਾਮੀਨੇਸ਼ਨ ਹੈ, ਇਹ ਮੈਜੋਰਟੀ ਉਹਦਾ ਕਿਤਾਬ ਹੈਗੀ ਹੈ ਉਹ ਟ੍ਰੇਨ ਇਨਸੀਡੈਂਟਸ ਉੱਤੇ। ਕਰਨਲ ਸਾਹਿਬ ਇੱਕ ਬ੍ਰੇਕ ਮੈਂ 1.5 ਮਿੰਟ ਦੀ ਲੈਣੀ ਹੈ। ਹੁਣ ਆਪਾਂ ਪ੍ਰੀਟੋਰੀਆ ਦੇ ਸਫ਼ਰ ਤੇ ਚੱਲਾਂਗੇ ਜੋਹਾਨਸਬਰਗ ਤੋਂ, ਜਿਹਦੇ ਆਲੇ ਦੁਆਲੇ ਤੁਹਾਡੀ ਕਿਤਾਬ ਹੈ। ਬਸ ਵਿਦਿਨ 90 ਸੈਕਿੰਡਸ ਮੈਂ ਵਾਪਸ ਆਉਣਾ ਜੀ, ਹੋਲਡ ਕਰਿਓ ਪਲੀਜ਼। ਥੈਂਕ ਯੂ। ਮੇਰੇ ਨਾਲ ਖੁਲਨਲ GB ਸਿੰਘ ਗੱਲਬਾਤ ਕਰ ਰਹੇ ਨੇ। ਗੱਲਬਾਤ ਚੱਲ ਰਹੀ ਹੈ ਉਹਨਾਂ ਦੀ ਕਿਤਾਬ ਗਾਂਧੀ ਅੰਡਰ ਕ੍ਰਾਸ ਐਗਜ਼ਾਮੀਨੇਸ਼ਨ। ਉਹ ਕਿਤਾਬ ਦੇ ਵਿੱਚ ਕੀ ਹੈ ਤੇ ਉਹਨਾਂ ਨੇ ਆਪਣੇ ਬਾਰੇ ਤੇ ਉਹਨਾਂ ਦੀ ਕਿਤਾਬ ਲਿਖਣ ਤੱਕ ਦਾ ਸਫ਼ਰ ਹੁਣ ਤੱਕ ਹੈ। ਅੱਛਾ ਸਰਦਾਰ ਸਾਹਿਬ, ਹੁਣ ਆਪਾਂ ਉਸ ਘਟਨਾ ਵੱਲ ਨੂੰ ਜਿਹੜੇ ਆਲੇ ਦੁਆਲੇ ਤੁਹਾਡੀ ਇਹ ਕਿਤਾਬ ਆ ਉੱਧਰ ਨੂੰ ਚੱਲਦੇ ਹਾਂ। ਜਦ ਇਹ ਸਫ਼ਰ ਸ਼ੁਰੂ ਹੁੰਦਾ ਹੈ, ਵਕੀਲ ਬਣ ਕੇ ਮਹਾਤਮਾ ਗਾਂਧੀ ਸਾਊਥ ਅਫਰੀਕਾ ਦੇ ਵਿੱਚ ਆਉਂਦੇ ਨੇ ਤੇ ਪ੍ਰੀਟੋਰੀਆ ਉਹਨਾਂ ਨੇ ਜਾਣਾ ਹੈ। ਜੋਹਾਨਸਬਰਗ ਤੋਂ ਉਹ ਟ੍ਰੇਨ 'ਚ ਬਹਿੰਦੇ ਨੇ। ਅੱਛਾ, ਕੀ ਹੋਇਆ ਜਿਹੜਾ ਉਹਨਾਂ ਨੇ ਕਿਹਾ ਤੇ ਤੁਸੀਂ ਕੀ ਲੱਭਿਆ? ਇਹ ਜਰਨੀ ਹੋਈ ਹੈ ਡਰਬਨ ਤੋਂ ਸ਼ੁਰੂ। ਅੱਛਾ ਜੀ। ਇਹ ਡਰਬਨ ਤੋਂ ਟ੍ਰੇਨ ਉਸ ਟਾਈਮ ਤੇ ਜਿਹੜੀ ਚੱਲਦੀ ਸੀ ਪੀਟਰ ਮੈਰਿਸਬਰਗ ਜਾਂਦੀ ਸੀ, ਜਿਹੜੀ 70 ਮੀਲ ਦੂਰ ਸੀਗੀ। ਉਸ ਤੋਂ ਬਾਅਦ ਇਹ ਰਾਤ ਨੂੰ ਤੁਰਦੀ ਮੈਨੂੰ ਸਟੇਸ਼ਨ ਦਾ ਨਾਂ ਨਹੀਂ ਯਾਦ ਆ, ਉੱਥੇ ਪਹੁੰਚ ਕੇ ਫਿਰ ਚੇਂਜ ਕਰਨਾ ਪੈਂਦਾ ਸੀ। ਫਿਰ ਜਾ ਕੇ ਜੋਹਾਨਸਬਰਗ ਪਹੁੰਚ ਜਾਂਦੀ ਸੀ। ਜੋਹਾਨਸਬਰਗ ਤੋਂ ਫਿਰ ਚੇਂਜ ਕਰਨਾ ਸੀ ਟ੍ਰੇਨ ਨਵੀਂ, ਉਹ ਫਿਰ ਜਾ ਕੇ ਪ੍ਰੀਟੋਰੀਆ ਪਹੁੰਚਦੀ ਸੀ। ਮਤਲਬ ਕਿ ਇਟਸ ਨਾਟ ਅ ਬਿਗ ਡੀਲ ਕਿ ਲੈ ਵੀ ਬੰਦਾ ਟਰੈਵਲ ਕਰ ਰਿਹਾ ਉਸ ਟਾਈਮ ਦੇ ਉੱਤੇ। ਆਈ ਮੀਨ ਦਿਸ ਵਾਜ਼ ਦੀ ਓਨਲੀ ਵੇ। ਪਰ ਇਹਦੇ ਕੋਲ ਫਸਟ ਕਲਾਸ ਕੰਪਾਰਟਮੈਂਟ ਦੀ ਟਿਕਟ ਸੀਗੀ। ਅੱਛਾ ਜੀ। ਹੁਣ ਸਾਨੂੰ ਕਿਸ ਤਰ੍ਹਾਂ ਪਤਾ ਲੱਗੀ ਇਹ ਕਹਾਣੀ? ਸਾਨੂੰ ਇਸ ਕਰਕੇ ਪਤਾ ਲੱਗੀ ਹੈ ਬੇਸਿਕਲੀ ਕਿ ਇਹ ਜਦੋਂ ਇੰਡੀਆ 'ਚ ਰਹਿੰਦਾ ਸੀ ਨਾ, ਜਦੋਂ ਇੰਡੀਆ 'ਚ ਆਇਆ 1915 ਤੋਂ ਲੈ ਕੇ 1948 'ਚ ਜਦੋਂ ਇਹਦੀ ਅਸੈਸੀਨੇਸ਼ਨ ਹੋਈ ਹੈ। ਇੰਡੀਆ ਦੇ ਵਿੱਚ ਇਹਨੇ 2 ਕਿਤਾਬਾਂ ਲਿਖੀਆਂ ਸੀਗੀਆਂ ਜੀ।
ਇੱਕ ਹੈਗੀ ਲੱਗ ਜਾਗੇ 1924 ਚ ਆਈ ਹੈ ਤੇ ਇੱਕ ਆਈ ਹੈ 1925 ਚ। 1924 ਦੀ ਕਿਤਾਬ ਨੂੰ ਕਹਿੰਦੇ ਸੱਤਿਆਗ੍ਰਹਿ ਇਨ ਸਾਊਥ ਅਫਰੀਕਾ ਜੀ, ਠੀਕ ਹੈ। 1925 ਦੀ ਕਿਤਾਬ ਜਿਹੜੀ ਕਿ ਬੜੀ ਫੇਮਸ ਹੈ, ਅੱਜ ਵੀ ਫੇਮਸ ਹੈ, ਉਹ ਹੈਗੀ ਇਹਦੀ ਆਟੋਬਾਇਓਗ੍ਰਾਫੀ ਜੀ, ਜਿਹੜੀ ਮਾਈ ਐਕਸਪੈਰੀਮੈਂਟਸ ਵਿਦ ਦ ਟਰੂਥ, ਸਮਥਿੰਗ ਲਾਈਕ ਦੈਟ ਵਰਡ ਜਿਹੜਾ, ਠੀਕ ਹੈ ਜੀ। ਅੱਛਾ, ਉਹ ਜਿਹੜੀ ਆਟੋਬਾਇਓਗ੍ਰਾਫੀ ਦੇ ਵਿੱਚ ਇਹਨੇ ਘੱਟ ਤੋਂ ਘੱਟ 7-8 ਪੇਜ ਲਾਏ ਆ ਕਿ ਮੇਰੇ ਨਾਲ ਹੋਇਆ ਕੀ ਹੈ, ਔਰ ਡਿਟੇਲਸ ਵਿੱਚ ਇਹਨੇ ਡਿਟੇਲਸ ਹੀ ਦੱਸਿਆ ਕਿ ਕੀ ਮੇਰੇ ਨਾਲ ਕਿੰਨੇ ਕੀ ਕੀਤਾ ਉਸ ਜਰਨੀ ਦੇ ਵਿੱਚ, ਠੀਕ ਹੈ। ਫਿਰ ਜਾ ਕੇ 1908 ਜਦੋਂ ਮੈਨੂੰ ਸ਼ੱਕ ਪੈ ਗਿਆ ਨਾ ਇਹਦੀ, ਕਿਉਂਕਿ ਮੈਨੂੰ ਜਦੋਂ ਮੈਂ ਤੇ ਰਿਸਰਚ ਕਰ ਰਿਹਾ ਸਾਂ, ਮੈਨੂੰ ਪਤਾ ਲੱਗ ਗਿਆ ਕਿ ਜਦੋਂ ਵੀ ਇਹ ਮੂੰਹ ਖੋਲਦਾ ਨਾ ਝੂਠ ਬੋਲਦਾ ਹੈ, ਜਦੋਂ ਉਹ ਤੁਹਾਡਾ ਫਰਜ਼ ਬਣਦਾ ਹੈ ਕਿ ਇਹਨੂੰ ਚੈੱਕ ਕਰੋ, ਠੀਕ ਹੈ ਨਾ। ਸੋ ਮੈਂ ਇਹ ਜਦੋਂ ਸ਼ੁਰੂ ਕੀਤਾ ਰਿਸਰਚ ਕਿ ਇਹ ਜਿਹੜਾ ਟ੍ਰੇਨ ਇੰਸੀਡੈਂਟਸ ਦਾ ਉੱਤੇ, ਉਹ ਪਤਾ ਲੱਗਾ ਕਿ 4 ਵਾਰੀ ਇਹਨੇ ਲਾਈਫ ਦੇ ਵਿੱਚ ਉਹਦੇ ਬਾਰੇ ਗੱਲ ਕੀਤੀ ਹੈ। ਪਹਿਲੀ ਵਾਰੀ ਸੀ ਇੱਕ ਕਿਤਾਬ ਛਪੀ ਸੀ 1909 ਦੇ ਵਿੱਚ ਇੰਗਲੈਂਡ ਦੇ ਵਿੱਚ, ਇੰਡੀਅਨ ਪੈਟਰੀਆਟ, ਤੇ ਇਹ ਇੱਕ ਪਾਦਰੀ ਨੇ ਲਿਖੀ ਸੀ ਪਰ ਸਾਊਥ ਅਫਰੀਕਾ ਦੇ ਵਿੱਚ, ਪਰ ਡਿਕਟੇਟ ਇਹਨੇ ਕਰਾਈ ਸੀ। ਉਹਦੇ ਵਿੱਚ ਬੇਸਿਕਲੀ ਇੱਕ ਪੇਜ ਦੇ ਲੱਗ ਜਾ ਕੇ ਹੈਗਾ ਕਿ ਮੇਰੇ ਨਾਲ ਹੋਇਆ ਕੀ ਹੈ। ਇਹ 1909 ਦੀ ਕਿਤਾਬ ਹੈ ਤੇ ਇੰਸੀਡੈਂਟ ਹੈਗਾ 1893 ਦਾ ਜੀ। ਸੋ 16 ਸਾਲਾਂ ਬਾਅਦ, 16-17 ਸਾਲਾਂ ਬਾਅਦ ਇਹ ਗੱਲ ਕਹਿ ਰਿਹਾ ਪਹਿਲੀ ਵਾਰੀ ਕਿ ਮੇਰੇ ਨਾਲ ਹੋਇਆ ਕੀ ਹੈ ਜੀ। ਉਸ ਤੋਂ ਪਹਿਲਾਂ ਇਹਨੇ ਕਦੀ ਕਿਸੇ ਨੂੰ ਨਹੀਂ ਦੱਸਿਆ। ਉਹਨੇ ਤੇ ਦੇਖੋ ਇਹ ਹਮੇਸ਼ਾ ਲੈਟਰਾਂ ਲਿਖਦਾ ਸੀ, ਹਮੇਸ਼ਾ ਕੈਂਪੇਨਸ ਕਰਦਾ ਸੀ, ਹਮੇਸ਼ਾ ਬੋਲਦਾ ਸੀ, ਇਹਨੇ ਕਦੀ ਵੀ ਉਸ ਗੱਲ ਬਾਰੇ ਕਿਸੇ ਨੂੰ ਨਹੀਂ ਦੱਸਿਆ। ਅੱਛਾ, ਜਦੋਂ 1909 ਦੇ ਵਿੱਚ ਕਿਤਾਬ ਛਪੀ ਹੈ, ਇਹਨੇ ਕਦੀ ਪ੍ਰਮੋਟ ਨਹੀਂ ਕੀਤੀ ਉਹ ਕਿਤਾਬ ਸਾਊਥ ਅਫਰੀਕਾ ਚ ਜੀ। ਪ੍ਰਮੋਟ ਬਾਹਰ ਕੀਤੀ ਹੈ ਪਰ ਸਾਊਥ ਅਫਰੀਕਾ ਚ ਨਹੀਂ ਕੀਤੀ। ਐਨੀਵੇ, ਜਦੋਂ ਹਿੰਦੁਸਤਾਨ ਆ ਗਿਆ, ਇੰਡੀਆ ਆ ਗਿਆ, 1924 ਦੀ ਕਿਤਾਬ ਲਿਖੀ ਹੈ, 1925 ਵਿੱਚ ਲਿਖੀ ਹੈ। ਫਿਰ ਇੱਕ ਪਾਦਰੀ ਦੇ ਨਾਲ 1938 ਦੇ ਵਿੱਚ ਇਹਨੇ ਇੱਕ ਸ਼ਾਰਟ ਪੈਰਾਗ੍ਰਾਫ ਦੇ ਬਾਰੇ ਉਹਨੇ ਦੱਸਿਆ ਕਿ ਮੇਰੇ ਨਾਲ ਹੋਇਆ ਕੀ ਜੀ। ਇਹ 4 ਇੰਸੀਡੈਂਟ ਹੈ, ਬਿਲਕੁਲ ਇਹ 4 ਇੰਸੀਡੈਂਟ ਸਾਰੀ ਲਾਈਫ ਦੇ ਵਿੱਚ ਇਹਨੇ ਦੱਸਿਆ ਕਿ ਮੇਰੇ ਨਾਲ ਹੋਇਆ ਕੀ। ਪ੍ਰੋਬਲਮ ਹੈਗੀ ਹੈ ਕਿ ਜਦੋਂ ਤੁਸੀਂ ਚਾਰਾਂ ਇੰਸੀਡੈਂਟ ਨੂੰ ਪੈਰਲਲ ਰੱਖ ਦਿੰਦੇ ਹੋ ਨਾ ਇੱਕ ਦੂਜੇ ਦੇ ਨਾਲ ਜੀ, ਤੇ ਉਹ ਮੈਚ ਹੀ ਨਹੀਂ ਕਰਦੇ। ਜਦੋਂ ਮੂੰਹ ਖੋਲਦਾ ਹਮੇਸ਼ਾ ਉਹਦੀ ਕਹਾਣੀ ਬਦਲ ਜਾਂਦੀ ਹੈ। ਮੇਰੀ ਗੱਲ ਸਮਝਿਆ? ਮੈਂ ਸਮਝਿਆ ਜੀ। ਉਹ ਕਹਾਣੀ ਜਿਹੜਾ ਦੇਖੋ, ਜੇ ਇਹਦੇ ਨਾਲ ਕੁਛ ਹੋਇਆ ਤੇ ਕਹਾਣੀ ਤਾਂ ਠੀਕ ਹੋਣੀ ਚਾਹੀਦੀ ਨਾ, ਫਿਰ ਵੀ ਹੋਇਆ ਕੀ ਹੈ। ਸੋ ਇਹ ਇੱਥੋਂ ਮੈਨੂੰ ਹੋਰ ਵੱਡਾ ਸ਼ੱਕ ਪੈ ਗਿਆ ਕਿ ਇਹ ਬੰਦਾ ਸਾਨੂੰ ਝੂਠ ਬੋਲਦਾ ਪਿਆ। ਜਦੋਂ ਵੀ ਗੱਲ ਕਰਨੀ ਹੁੰਦੀ ਨਾ ਵਧਾ ਕੇ ਕਰਦਾ ਹੈ। ਤੇ ਫਿਰ ਮੈਂ ਕੀ ਕੀਤਾ, ਇਹ ਵੀ ਪੋਸੀਬਿਲਿਟੀ ਹੈ ਕਿ ਲਵੇ ਹੋ ਸਕਦਾ ਸੱਚੀ ਮੁੱਚੀ ਇੰਸੀਡੈਂਟ ਹੋਇਆ ਹੋਵੇ ਜੀ। ਇਹ ਝੂਠ, ਕਿਉਂਕਿ ਝੂਠ ਬੜਾ ਬੋਲਦਾ ਹੈ, ਇਹਨੇ ਵਧਾ ਕੇ ਗੱਲਾਂ ਕਰਦੀ, ਜਿਹਨੇ ਸਾਡੇ ਲੋਕੀ ਕਾਫੀ ਕਰਦੇ ਆ, ਛੋਟੀ ਜਿਹੀ ਗੱਲ ਨੂੰ ਵਧਾ ਦਿੰਦੇ ਆ। ਫਿਰ ਮੈਂ 1893 ਦੇ ਜਿੰਨੇ ਵੀ ਡਾਕੂਮੈਂਟਸ ਹੈਗੇ ਆ ਉਸ ਟਾਈਮ ਤੇ ਮੈਂ ਸਾਰੇ ਚੈੱਕ ਕੀਤੇ, ਸਾਰੇ, ਔਰ ਕਿਤੇ ਵੀ ਇੰਸੀਡੈਂਟ ਨਹੀਂ ਹੋਇਆ, ਕਿਤੇ ਵੀ। ਸੋ ਹੋਇਆ ਕੀ ਇੱਥੇ ਕਿ 1908 ਵਿੱਚ 1908 ਇਹ ਕੀ ਗਿਆ, ਇਹਨੂੰ ਇੱਕ ਮੁਸਲਮਾਨ ਨੇ ਤੇ ਹਮਲਾ ਕੀਤਾ। ਪਹਿਲਾ ਜਿਹੜਾ ਅਟੈਂਪਟ ਸੀ ਨਾ ਇਹਨੂੰ ਮਰਡਰ ਕਰਨ ਦਾ, ਉਹ ਮੁਸਲਮਾਨ ਪਠਾਨ ਬੰਦਾ ਸੀਗਾ। ਇਹ ਉਹਨੇ ਕੀਤਾ ਕਿ ਇਹ ਕਰ ਕੀ ਰਿਹਾ ਸਾਡੇ ਨਾਲ ਜੀ, ਕਿਉਂਕਿ ਉਹਦੇ ਹੁਣ ਗੱਲਬਾਤ ਕਰ ਲਾਂਗੇ। ਪਰ ਇਸਨੇ ਉੱਥੇ ਪਾਦਰੀ ਦੇ ਘਰ ਬੈਠਾ ਸੀ ਤੇ ਉੱਥੇ ਨਵੀਂ ਕਹਾਣੀ ਬਣੀ ਕਿ ਹੁਣ ਅਸੀਂ ਤੇਰੀ ਜਿਹੜੀ ਕਹਾਣੀ ਹੈ ਨਾ, ਮਤਲਬ ਪਾਦਰੀ ਨੂੰ ਕਹਿ ਰਿਹਾ ਬੇਸਿਕਲੀ ਕਿ ਹੁਣ ਅਸੀਂ ਨਵੀਂ ਕਹਾਣੀ ਤੇਰੇ ਬਾਰੇ ਦੱਸਣੀ ਹੈ। ਤੂੰ ਸੈਕਰੀਫਾਈਸ ਕਿਸ ਤਰ੍ਹਾਂ ਕੀਤਾ, ਆਪਣੀ ਲਾਈਫ ਨੂੰ ਤੂੰ ਕਿਸ ਤਰ੍ਹਾਂ ਸੈਕਰੀਫਾਈਸ ਕੀਤਾ। ਹੁਣ ਦੇਖੋ, ਲਾਈਫ ਨੂੰ ਸੈਕਰੀਫਾਈਸ ਹੁੰਦਾ ਹੈ ਕਿ ਬੰਦਾ ਜਦੋਂ ਮਰ ਜਾਂਦਾ ਕੋਈ ਕਾਜ਼ ਵਾਸਤੇ। ਇਹਨਾਂ ਨੇ ਨਵੀਂ ਕਹਾਣੀ ਬਣਾਉਣੀ ਸ਼ੁਰੂ ਕਰਤੀ ਕਿ ਮੇਰੀ ਸੈਕਰੀਫਾਈਸ ਹੋਈ ਉਹ ਟ੍ਰੇਨ ਇੰਸੀਡੈਂਟ ਤੋਂ ਜੀ। ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਫਿਰ ਸੈਕਰੀਫਾਈਸ ਕਰਨਾ ਸ਼ੁਰੂ ਕਰਤਾ ਲੋਕਾਂ ਵਾਸਤੇ, ਆਪਣੇ ਲੋਕਾਂ ਵਾਸਤੇ। ਉਹਦੇ ਵਿੱਚ ਸਭ ਕੁਝ ਭੁੱਲ ਗਿਆ ਕਿ ਮੈਂ ਜੋ ਕਾਲਿਆਂ ਨਾਲ ਨਫ਼ਰਤ ਜਿਹੜੀ ਹੈ ਉਹ ਮੇਰੀ ਲਾਈਫ ਸੀ। ਐਕਚੁਅਲੀ ਉਹਨੂੰ ਕਵਰ ਅਪ ਕਰਨ ਵਾਸਤੇ ਇਹਨਾਂ ਨੇ ਇਹ ਕਹਾਣੀ ਬਣਾਈ। ਉਹਨੂੰ ਕਵਰ ਅਪ ਕਰ ਰਹੇ ਆ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਇੱਥੇ ਕਾਲਿਆਂ ਨਾਲ ਕੀ ਕਰਦਾ ਰਿਹਾ ਜੀ।
ਇੱਕ ਕਵਰ ਅਪ ਸਟੋਰੀ ਸੀ ਜੀ। ਉਹ ਕਵਰ ਅਪ ਸਟੋਰੀ ਜਦੋਂ ਬਣਾਈ ਉਥੋਂ ਸਾਊਥ ਅਫਰੀਕਾ ਸੀਗਾ, ਪਰ ਜਦੋਂ ਇੰਡੀਆ ਆਇਆ ਉਹ ਕਵਰ ਅਪ ਸਟੋਰੀ ਦੀ ਨਵੀਂ ਇਲੈਬੋਰੇਸ਼ਨ ਚਾਹੀਦੀ ਸੀ। ਸੋ ਉਹ ਕਹਾਣੀ ਨੂੰ ਹੋਰ ਵੱਡਾ ਬਣਾ ਕੇ ਗੋਰਿਆਂ ਦੇ ਵਿਰੁੱਧ, ਕਿਉਂਕਿ ਗੋਰੇ ਰਹਿੰਦੇ, ਗੋਰੇ ਰਾਜ ਕਰਦੇ ਸੀ ਇੰਡੀਆ 'ਚ, ਉਹ ਕਹਾਣੀ ਨੂੰ ਉਹਨਾਂ ਨੇ ਟਵਿਸਟ ਕਰਕੇ ਇਸ ਬੰਦੇ ਨੇ ਉਹ ਨਵੀਂ ਗੱਲ ਬਣਾ ਕੇ ਉਹਨੇ ਇੰਡੀਆ ਦੇ ਵਿੱਚ ਫਲਾਈ ਜੀ। ਔਰ ਸਾਡੀ ਪ੍ਰੋਬਲਮ ਸੀ ਇਹੀ, ਸਾਨੂੰ ਇੰਡੀਆ 'ਚ ਪਤਾ ਹੀ ਨਹੀਂ ਸੀ ਕਰਨਾ। ਅਸੀਂ ਤਾਂ ਇਹੀ ਸੋਚਦੇ ਰਹੇ ਮਹਾਤਮਾ ਹੈਗਾ, ਸੱਚ ਝੂਠ ਨਹੀਂ ਬੋਲਦਾ, ਸਾਨੂੰ ਸਾਰਿਆਂ ਨੂੰ ਕਹਿੰਦਾ ਸੱਚ ਹੈ, ਅਸੀਂ ਇਹ ਕਹਾਣੀਆਂ ਦੀਆਂ ਮੰਨਦੀਆਂ ਕਿ ਸੱਚ ਕਹਿ ਰਹੇ। ਸੋ ਘਟਨਾ ਕੀ ਹੋਈ ਟ੍ਰੇਨ ਦੀ, ਉਹ ਦੱਸੋ। ਘਟਨਾ ਹੋਈ, ਦੇਖੋ ਘਟਨਾ ਹੋਈ ਕਿ ਇਹਦਾ ਜਿਹੜਾ ਇੰਪਲੋਇਰ ਸੀ ਨਾ, ਇਹ ਮੁਸਲਮਾਨ ਹੈਗਾ ਸੀ, ਗੁਜਰਾਤੀ ਮੁਸਲਮਾਨ, ਕਹਿੰਦਾ ਕਿ ਉਹਨੇ ਮੈਨੂੰ ਟਿਕਟ ਲੈ ਕੇ ਦਿੱਤੀ ਉੱਥੇ ਡਰਬਨ ਤੋਂ ਜੀ। ਠੀਕ ਹੈ, ਹੁਣ ਪ੍ਰੋਬਲਮ ਹੈਗੀ ਹੈ ਕਿ ਜੇ ਉਸ ਦੇ ਉੱਤੇ ਅਪਾਰਥਾਈਡ ਜਾਂ ਸਿਸਟਮ ਐਸਾ ਸੀ ਕਿ ਜਿਹੜੇ ਕਾਲੇ ਤੇ ਜਿਹੜੇ ਕਲਰਡ ਹੈ, ਕਲਰਡ ਵਿੱਚ ਇੰਡੀਅਨ ਵੀ ਆ ਜਾਂਦੇ ਆ, ਜੇ ਉਹ ਟਿਕਟ ਨਹੀਂ ਲੈ ਸਕਦੇ ਫਸਟ ਕਲਾਸ ਤੇ ਤੈਨੂੰ ਕਿੱਥੋਂ ਮਿਲਦੀ। ਐਨੀਵੇ ਇਹ ਇੱਥੇ ਬੈਠਾ ਟਰੈਵਲ ਕਰ ਰਿਹਾ ਤੇ ਪੀਟਰ ਮੈਰਿਸਬਰਗ ਟ੍ਰੇਨ ਸਟੇਸ਼ਨ ਹੈ, ਰਾਤ ਨੂੰ ਕੋਈ ਲਾ ਕੇ 9-10 ਵਜੇ ਟ੍ਰੇਨ ਉੱਤੇ ਖਲੋਤੀ ਹੈ ਤੇ ਕੰਡਕਟਰ ਆਇਆ, ਉਹਨੇ ਵੇਖਿਆ ਕਿ ਹੈ ਇਹ ਬਰਾਊਨ ਬੰਦਾ, ਕਲਰਡ ਬੰਦਾ, ਇਹ ਕਿਸਾ ਬਹਿ ਗਿਆ ਫਸਟ ਕਲਾਸ ਦੇ ਵਿੱਚ। ਉੱਥੇ ਝੜਪ ਸ਼ੁਰੂ ਹੋਈ ਹੈ, ਉਹਨੇ ਨੂੰ ਕਿਹਾ ਤੂੰ ਬਾਹਰ ਨਿਕਲ। ਉਹ ਇਹ ਕਹਿੰਦਾ ਮੈਂ ਜਾਣਾ ਨਹੀਂ। ਠੀਕ ਹੈ, ਉਹਨੇ ਨੂੰ ਬੁਲਾ ਲਿਆ, ਪੁਲਿਸ ਨੂੰ ਬੁਲਾ ਲਿਆ ਜਾਂ ਇੰਸਪੈਕਟਰ ਨੂੰ ਬੁਲਾ ਲਿਆ, ਕੋਈ ਪਤਾ ਨਹੀਂ ਕਿਹਨੂੰ ਬੁਲਾਇਆ, ਕਿਉਂਕਿ ਡਿਪੈਂਡ ਕਰਦਾ ਕਿਹੜੀ ਕਹਾਣੀ, ਕਿਹੜੀ ਉਹ ਜਿਹੜੀਆਂ 4 ਗੱਲਾਂ ਤੁਹਾਨੂੰ ਦੱਸੀਆਂ ਨਾ ਜੀ, ਕਿਹੜੀ ਉਹਦੇ ਤੁਸੀਂ ਵਿਸ਼ਵਾਸ ਕਰ ਰਹੇ ਹੋ। ਐਨੀਵੇ ਉੱਥੇ ਇੰਸੀਡੈਂਟ ਹੋਇਆ ਕਿਉਂਕਿ ਸਰਦੀਆਂ ਦਾ ਟਾਈਮ ਸੀ, ਉਹਨਾਂ ਨੇ ਇਹਨੂੰ ਚੁੱਕ ਕੇ ਪਲੇਟਫਾਰਮ ਤੋਂ ਸੁੱਟਿਆ ਤੇ ਗੱਡੀ ਤੁਰ ਪਈ। ਹੁਣ ਸਰਦੀਆਂ ਦੇ ਦਿਨ ਹੈ, ਇਹ ਸਾਰੀ ਰਾਤ ਫਿਰ ਉੱਥੇ ਟ੍ਰੇਨ ਸਟੇਸ਼ਨ ਤੇ ਰਿਹਾ। ਠੀਕ ਹੈ, ਹੁਣ ਉਹਦੇ ਵਿੱਚ ਵੀ ਨਵੀਆਂ ਇੰਸੀਡੈਂਟ ਆਉਂਦੀਆਂ ਕਿਉਂਕਿ ਕੋਈ ਪਤਾ ਨਹੀਂ, ਡਿਪੈਂਡ ਕਰਦਾ ਜਿਹੜੀਆਂ 4 ਗੱਲਾਂ ਤੁਹਾਨੂੰ ਦੱਸੀਆਂ ਜਿਹਦੇ ਉੱਤੇ ਤੁਸੀਂ ਬਿਲੀਵ ਕਰੋਗੇ। ਪਰ ਐਨੀਵੇ ਅਗਲੇ ਦਿਨ ਇਹਨੂੰ ਫਿਰ ਉਹ ਟ੍ਰੇਨ ਦੁਬਾਰਾ ਮਿਲਦੀ ਹੈ, ਇਹ ਫਿਰ ਤੁਰਦਾ। ਮੈਨੂੰ ਉਹ ਜਗ੍ਹਾ ਦਾ ਨਾਂ ਯਾਦ ਨਹੀਂ ਆ ਰਿਹਾ ਜਿੱਥੇ ਕਿ ਉਹ ਟ੍ਰੇਨ ਜਾ ਕੇ ਮੁੱਕ ਜਾਂਦੀ ਹੈ ਤੇ ਟਰਾਲੀ ਸ਼ੁਰੂ ਹੁੰਦੀ ਹੈ, ਮਤਲਬ ਕਿ ਜਿਹੜੀਆਂ ਘੋੜਿਆਂ ਵਾਲੀਆਂ ਹੁੰਦੀਆਂ ਨਾ, ਬਿਲਕੁਲ ਕੋਚ ਉਹਦੇ ਕੋਚ ਦੇ ਵਿੱਚ ਇਹਨੂੰ ਕੁੱਟ ਪਈ। ਉਹ ਜਿਹੜਾ ਕੋਚ ਵਾਲਾ ਜਿਹੜਾ ਹੈਗਾ ਸੀ ਡੱਚ ਬੰਦਾ, ਕਹਿੰਦਾ ਉਹਨੂੰ ਕੁੱਟਿਆ ਕਿ ਜਿਸ ਕੁੱਤੇ ਨੂੰ ਅਸੀਂ ਥੱਲੇ ਪਾ ਲੈਂਦੇ ਨਾ ਨਾਲ, ਐਸੇ ਇਹਨੂੰ ਕੁੱਤਿਆਂ ਨੂੰ ਉਹਨਾਂ ਨੇ ਥੱਲੇ ਪਾ ਲਿਆ। ਤੇ ਇਹ ਜਾ ਕੇ ਫਿਰ ਜਦੋਂ ਉੱਥੇ ਜੋਹਾਨਸਬਰਗ ਪਹੁੰਚਿਆ, ਉੱਥੇ ਮੁਸਲਮਾਨ, ਕਿਉਂਕਿ ਗੁਜਰਾਤੀ ਮੁਸਲਮਾਨ ਸੀ ਜਿਨ੍ਹਾਂ ਨੇ ਇਹਨੂੰ ਬੁਲਾਇਆ ਸੀ ਉੱਥੇ, ਉਹਨਾਂ ਨੇ ਫਿਰ ਆਪਨੂੰ ਗੱਲਾਂ ਦੱਸੀਆਂ ਕਿ ਤੇਰੇ ਨਾਲ ਤਾਂ ਕੁਛ ਵੀ ਨਹੀਂ ਹੋਇਆ ਤੇ ਸਾਡੇ ਵਾਸਤੇ ਤੇ ਨਾਰਮਲ ਗੱਲਾਂ ਹੈਗੀਆਂ, ਇਹ ਤਾਂ ਗੱਲਾਂ ਹੁੰਦੀਆਂ ਰਹਿੰਦੀਆਂ। ਐਨੀਵੇ ਕੱਟ ਇਟ ਸ਼ਾਰਟ, ਫਿਰ ਅਗਲੇ ਦਿਨ ਫਿਰ ਉਹ ਜੋਹਾਨਸਬਰਗ ਤੋਂ ਪ੍ਰਿਟੋਰੀਆ ਗਿਆ 37 ਮਾਈਲਸ, ਉਹਦੇ ਵਿੱਚ ਵੀ ਇੰਸੀਡੈਂਟ ਹੋਇਆ। ਸੋ ਮਤਲਬ ਕਿ ਹਰ ਲੈਵਲ ਤੇ ਉਹਨੇ ਦੱਸਿਆ ਮੇਰੇ ਨਾਲ ਇੰਸੀਡੈਂਟ ਕੀ ਹੋਇਆ। ਪਰ ਜਿਹੜਾ ਪ੍ਰਿਟੋਰੀਆ ਵਿੱਚ ਸੌਰੀ ਪੀਟਰ ਮੈਰਿਸਬਰਗ ਜੋ ਹੋਇਆ ਨਾ, ਉਹ ਸਭ ਨਾਲ ਵੱਡੀ ਹਿਊਮਿਲੀਏਸ਼ਨ ਸੀ। ਉੱਥੋਂ ਮੈਂ ਸਹੁੰ ਖਾਧੀ ਕਿ ਮੈਂ ਅੱਜ ਤੋਂ ਬਾਅਦ ਇਹ ਜੋ ਕੁਛ ਇਸ ਮੁਲਕ ਵਿੱਚ ਹੋ ਰਿਹਾ, ਗੋਰੇ ਜੋ ਕੁਛ ਕਰਦੇ ਕਾਲਿਆਂ ਨਾਲ, ਜਾਂ ਜੋ ਇੰਡੀਅਨਸ ਸਪੈਸ਼ਲ ਇੰਡੀਅਨਸ ਦੇ ਨਾਲ ਜੋ ਕਰਦੇ ਆ, ਸਾਨੂੰ ਹਿਊਮਿਲੀਏਸ਼ਨ ਕਰਦੇ ਆ, ਹੁਣ ਇਹਦੇ ਮੈਂ ਅਗੇਂਸਟ ਲੜਾਂਗਾ। ਸੋ ਗਾਂਧੀ ਜਿਹੜਾ ਜਿਹੜੀ ਮਤਲਬ ਯੰਗ ਲਾਇਰ ਹੈਗਾ 23-24 ਸਾਲ ਦਾ, ਇਹ ਇੱਕ ਐਕਟਿਵਿਸਟ ਬਣ ਗਿਆ। ਠੀਕ ਹੈ, ਔਰ ਉਹ ਜਿਹੜੀਆਂ ਕਹਾਣੀਆਂ ਸਾਨੂੰ ਦਿਖਾਈਆਂ ਜਾਂਦੀਆਂ ਕਿ ਇਹਨੇ ਕੀ ਕੁਛ ਉਹਦੇ ਵਿੱਚ ਸੱਤਿਆਗ੍ਰਹਿ ਨਵਾਂ ਤਰੀਕਾ ਲੱਭਿਆ, ਸੱਤਿਆਗ੍ਰਹਿ ਤਰੀਕੇ ਦੇ ਨਾਲ ਫਿਰ ਇਹਨੇ ਲੜਾਈ ਕੀਤੀ ਸਾਊਥ ਅਫਰੀਕਾ 'ਚ, ਇੰਡੀਅਨ ਰਾਈਟਸ ਨੂੰ ਜਿੱਤਿਆ। ਉਹ ਫਿਰ ਜਦੋਂ ਜਿੱਤ ਗਿਆ, ਕੰਮ ਮੁੱਕ ਗਿਆ, ਉੱਥੇ ਕੰਮ ਮੁੱਕ ਕੇ ਫਿਰ ਇੰਡੀਆ ਆ ਗਿਆ ਜੀ। ਉਹੀ ਲੜਾਈ ਜਿਹੜੀ ਉਹਨੇ ਸਿੱਖੀ ਸੀ ਉੱਥੋਂ, ਉਹੀ ਲੜਾਈ ਫਿਰ ਇਹਨੇ ਗੋਰਿਆਂ ਦੇ ਅਗੇਂਸਟ ਸ਼ੁਰੂ ਕਰਤੀ ਇੰਡੀਆ ਦੀ ਇੰਡੀਪੈਂਡੈਂਸ ਵਾਸਤੇ। ਇਹ ਕਹਾਣੀ ਜੀ ਇੱਥੋਂ ਹੀ ਚੱਲਦੇ ਆ ਜੀ ਅੱਗੇ। ਸੋ ਜਿਹੜੀ ਉਹਨਾਂ ਦੀ ਜਰਨੀ ਕੀ ਹੈ, ਡਰਬਨ ਤੋਂ ਪ੍ਰਿਟੋਰੀਆ ਨੂੰ, ਜਿਹੜੀ ਪਹਿਲਾ ਸਟ੍ਰੈਚ ਹੈ ਡਰਬਨ ਟੂ ਚਾਰਲਸਟਨ ਬਾਈ ਟ੍ਰੇਨ ਆ 304 ਮੀਲ ਦੀ, ਚਾਰਲਸਟਨ ਟੂ ਜੋਹਾਨਸਬਰਗ ਜਿਹੜਾ ਸਟੇਜ ਕੋਚ ਹੈ, ਜਿਹੜੇ ਬਰਾਬਰੋਂ ਘੋੜੇ ਖਿੱਚਦੇ ਆ, 135 ਕਿਲੋਮੀਟਰ ਦੀ, ਉੱਥੇ ਰੇਲ ਲਾਈਨ ਨਹੀਂ ਕੋਈ, ਡਰਟ ਰੋਡ ਹੈ। ਉਸ ਤੋਂ ਬਾਅਦ ਜੋਹਾਨਸਬਰਗ ਤੋਂ ਪ੍ਰਿਟੋਰੀਆ ਫਿਰ ਟ੍ਰੇਨ ਆ 37 ਕਿਲੋਮੀਟਰ।
GB ਸਿੰਘ ਕਰਨਲ ਸਾਹਿਬ ਮੇਰੇ ਨਾਲ ਨੇ, ਜਿਨ੍ਹਾਂ ਦੀ ਕਿਤਾਬ ਗਾਂਧੀ ਅੰਡਰ ਕ੍ਰਾਸ ਐਗਜ਼ਾਮੀਨੇਸ਼ਨ ਉਹਨਾਂ ਨੇ ਲਿਖੀ ਹੈ। ਉਹ ਦੱਸ ਰਹੇ ਨੇ ਵੀ ਅਸਲ ਉਹਨਾਂ ਦੀ ਖੋਜ ਮੁਤਾਬਕ ਐਗਜ਼ੈਕਟਲੀ ਹੋਇਆ ਉੱਥੇ ਕੀ ਹੈ। ਹੁਣੇ ਵਾਪਸ ਆਏ ਇੱਕ ਵਪਾਰਕ ਸੰਦੇਸ਼ ਤੋਂ, ਤੇ ਇੱਥੋਂ ਹੀ ਫਿਰ ਚੱਲਾਂਗੇ। ਕਰਨਲ GB ਸਿੰਘ ਜਿਹੜੇ ਸੇਵਾ ਮੁਕਤ ਕਰਨਲ ਨੇ, ਮਿਲਟਰੀ ਦੇ ਵਿੱਚ ਰਹੇ ਅਮਰੀਕਾ ਦੇ ਵਿੱਚ, ਉਹ ਗੱਲਬਾਤ ਕਰ ਰਹੇ ਨੇ ਕਿ ਗਾਂਧੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਉਹਨਾਂ ਦਾ ਸਫ਼ਰ ਡਰਬਨ ਤੋਂ ਪ੍ਰੀਟੋਰੀਆ ਲਈ ਹੋਇਆ, ਜਦੋਂ ਇੱਕ ਕੇਸ ਲੜਨ ਲਾਏ ਗੁਜਰਾਤੀ ਪਰਿਵਾਰ ਦਾ, ਵਕੀਲ ਬਣ ਕੇ ਆਏ, ਜਿੱਥੇ ਉਹ ਕਹਿੰਦੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਚੇਂਜਸ ਆਈਆਂ। ਕਲਰਫੁੱਲ ਲੋਕਾਂ ਦੇ ਨਾਲ ਧੱਕਾ ਹੁੰਦਾ ਸੀ, ਉਹਨਾਂ ਨੂੰ ਟ੍ਰੇਨਾਂ 'ਚੋਂ ਕੱਢ ਦਿੱਤਾ ਜਾਂਦਾ ਸੀ, ਕੰਡਕਟਰ ਦੇ ਨਾਲ ਉਹਨਾਂ ਦੀ ਗੁਫ਼ਤਗੂ ਹੁੰਦੀ ਹੈ, ਪੋਰਟਰ ਉਹਨਾਂ ਨਾਲ ਗੱਲਬਾਤ ਕਰਦਾ। ਉੱਥੋਂ ਫਿਰ ਜਦੋਂ ਵਾਪਸ ਭਾਰਤ ਆਉਂਦੇ ਨੇ ਤਾਂ ਸੱਤਿਆਗ੍ਰਹਿ ਦੇ ਵਿੱਚ ਸ਼ਾਮਲ ਹੁੰਦੇ ਨੇ, ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦੇ ਨੇ। ਅੱਛਾ ਕਰਨਲ ਸਾਹਿਬ, ਜਦੋਂ ਵਾਪਸ ਅਫਰੀਕਾ ਤੋਂ ਆਉਂਦੇ ਨੇ ਤਾਂ ਭਾਰਤ ਦੇ ਵਿੱਚ ਜਿਹੜੀ ਲਹਿਰ ਉਹ ਸ਼ੁਰੂ ਕਰਦੇ ਨੇ, ਉਹਦਾ ਬੇਸ ਉਹ ਸਾਊਥ ਅਫਰੀਕਾ ਦੇ ਇਸ ਇੰਸੀਡੈਂਟ ਨੂੰ ਮੰਨਦੇ ਨੇ? ਹਾਂਜੀ, ਉਹਦਾ ਜਿਹੜਾ ਬੇਸ ਹੈ ਦੱਸਿਆ ਜਾਂਦਾ, ਜਿਹੜਾ ਪ੍ਰੋਪਾਗੈਂਡਾ ਲਾਈਨ ਹੈ ਨਾ, ਨੈਰੇਟਿਵ, ਉਹ ਹੈ ਵਾ ਕਿ ਇਹਨੇ 21 ਸਾਲ ਦੇ ਵਿੱਚ ਜਿੰਨੀ ਲੈਬੋਰੇਟਰੀ ਸੀ ਨਾ ਸਾਊਥ ਅਫਰੀਕਾ ਦਾ ਐਕਸਪੀਰੀਅੰਸ, ਉਹਦੀ ਲੈਬ ਹੈਗੀ ਸੀ, ਉਹਦੇ 'ਚ ਇਹਨੇ ਬੜਾ ਕੁਝ ਸਿੱਖਿਆ ਕਿ ਗੋਰਿਆਂ ਦੇ ਨਾਲ ਗੋਰਿਆਂ ਨੂੰ ਹਰਾਣਾ ਤੇ ਕਿਸ ਹਰਾਣਾ, ਸਪੈਸ਼ਲੀ ਯੂਜ਼ਿੰਗ ਸੱਤਿਆਗ੍ਰਹਿ। ਠੀਕ ਹੈ। ਸੋ ਇਹ ਫਿਰ ਜਦੋਂ ਇੰਡੀਆ ਆਇਆ, ਇਹਨੇ ਪਹਿਲਾ ਸੱਤਿਆਗ੍ਰਹਿ ਜਦੋਂ ਸ਼ੁਰੂ ਕੀਤਾ 1919 'ਚ ਸ਼ੁਰੂ ਕੀਤਾ, ਜਿਹੜਾ ਕਿ ਐਪੀ ਸੈਂਟਰ ਪੰਜਾਬ ਹੈਗਾ ਸੀ। ਠੀਕ ਹੈ, ਰਾਬਰਟ ਐਕਟ ਅਗੇਂਸਟ। ਠੀਕ ਹੈ ਨਾ। ਅੱਛਾ, ਦੂਜਾ ਹੈਗਾ ਨੇਸ਼ਨ ਵਾਈਡ ਸੱਤਿਆਗ੍ਰਹਿ, ਤੇ ਪਹਿਲਾ ਹੈਗਾ ਜਿਹੜਾ ਪੰਜਾਬ ਵਿੱਚ ਐਪੀ ਸੈਂਟਰ ਸੀਗਾ, ਦੂਜਾ ਹੈਗਾ ਸੀ 1921 ਤੋਂ ਲੈ ਕੇ 1922 ਨਾਨ ਵਾਇਲੈਂਟ ਨਾਨ ਕੋਆਪਰੇਸ਼ਨ ਮੂਵਮੈਂਟ ਜਿਹੜੀ ਹੈ, ਉਹ ਹਾਈਡਰਾ ਹੈਡਡ ਸੱਤਿਆਗ੍ਰਹਿ ਸੀ, ਉਹਦੀ ਖਿਲਾਫਤ ਮੂਵਮੈਂਟ ਹਾਈਡਰਾ ਹੈਡਡ, ਇਹ ਵੀ ਨੇਸ਼ਨ ਵਾਈਡ ਸੀ। ਤੇ ਤੀਜਾ ਹੈਗਾ ਜੀ ਮੇਰਾ ਖਿਆਲ 1930 ਦੇ ਵਿੱਚ ਜਿਹੜਾ ਸਾਲਟ ਸੱਤਿਆਗ੍ਰਹਿ ਹੈ ਨਾ, ਸਾਲਟ ਸੱਤਿਆਗ੍ਰਹਿ, ਇਹ 3 ਸੱਤਿਆਗ੍ਰਹਿ ਨੇਸ਼ਨ ਵਾਈਡ ਹੈਗੇ ਆ। ਹੁਣ ਸਾਨੂੰ ਇਹ ਦੱਸਿਆ ਗਿਆ ਸੀ ਕਿ ਇਸ ਨੇਸ਼ਨ ਵਾਈਡ ਸੱਤਿਆਗ੍ਰਹਿ ਜਿਹੜਾ ਗੋਰਿਆਂ ਦੇ ਵਿਰੁੱਧ ਨੇ ਕੀਤਾ, ਉਹ ਸਾਡੀ ਇੰਡੀਪੈਂਡੈਂਸ ਵਾਸਤੇ ਸੀ। ਪਰ ਜਦੋਂ ਤੁਸੀਂ ਦੁਬਾਰਾ ਚੈੱਕ ਕਰਦੇ ਹੋ ਨਾ, ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਜਦੋਂ ਮੈਂ ਵੇਖ ਲਿਆ ਕਿ ਲੈ ਵੀ ਇਹ ਹਰ ਗੱਲ ਤੇ ਝੂਠ ਬੋਲਦਾ ਹੈ, ਇਹਨੂੰ ਚੈੱਕ ਕਰੋ, ਇਹ ਜਿੰਨੇ ਪਤਾ ਲੱਗਾ ਕਿ ਤਿੰਨੋਂ ਨੇਸ਼ਨ ਵਾਈਡ ਸੱਤਿਆਗ੍ਰਹਿ, ਤਿੰਨਾਂ ਦੇ ਵਿੱਚ ਇੰਡੀਪੈਂਡੈਂਸ ਆਫ ਇੰਡੀਆ ਦਾ ਇਸ਼ੂ ਹੀ ਨਹੀਂ ਸੀਗਾ। ਇਸ਼ੂ ਕੋਈ ਹੋਰ ਹੁੰਦਾ ਸੀ ਛੋਟਾ ਜਿਹਾ, ਇਹਨੂੰ ਵੱਡਾ ਬਣਾ ਦਿੱਤਾ ਜਾਂਦਾ ਸੀ। ਔਰ ਉਹਦੇ 'ਚ ਹੋਇਆ ਕਿ ਜਿਸ ਤਰ੍ਹਾਂ ਪਹਿਲਾ ਸੱਤਿਆਗ੍ਰਹਿ ਜਿਹਦਾ ਐਪੀ ਸੈਂਟਰ ਪੰਜਾਬ ਸੀਗਾ, ਸਪੈਸ਼ਲੀ ਅੰਮ੍ਰਿਤਸਰ, ਜਿਹਦੇ ਕਰਕੇ ਜਲਿਆਂਵਾਲਾ ਬਾਗ ਟ੍ਰੈਜਡੀ ਵੀ ਹੋਈ ਹੈ ਰਾਈਟ ਇਨ ਦੈਟ ਟਾਈਮ। ਠੀਕ ਹੈ ਨਾ। ਔਰ ਉਹਦੇ ਵਿੱਚ ਅਸੀਂ ਫੇਰ ਭੁੱਲ ਗਏ ਕਿ ਇਹਨੂੰ ਦੁਬਾਰਾ ਚੈੱਕ ਕਰੀਏ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਵੀ, ਕਿ ਇਹ ਬੰਦਾ ਸਾਡੇ ਕੋਲ ਕਰਾ ਕੀ ਰਿਹਾ। ਇਹ ਛੋਟੀ ਛੋਟੀ ਗੱਲਾਂ ਲੈ ਲੈਂਦਾ, ਉਹਨਾਂ ਨੂੰ ਵੱਡਾ ਬਣਾ ਦਿੰਦਾ, ਜਿਸ ਸਮੇਂ ਸਾਊਥ ਅਫਰੀਕਾ ਕੀਤਾ ਸੀ। ਸਾਊਥ ਅਫਰੀਕਾ 'ਚ ਵੀ ਛੋਟੀ ਛੋਟੀਆਂ ਗੱਲਾਂ ਲੈ ਕੇ ਉਹਨੂੰ ਵੱਡਾ ਬਣਾ ਦਿੰਦਾ ਸੀ। ਉਹ ਫਿਰ ਲੋਕਾਂ ਕੋਲ ਪੈਸੇ ਲੈਂਦਾ ਸੀ, ਜਿਹੜੇ ਸਾਊਥ ਅਫਰੀਕਾ ਤੋਂ ਜਿੰਨਾਂ ਕੋਲ ਪੈਸੇ ਲੈਂਦਾ ਸੀ, ਉਹ ਵੀ ਗੁਜਰਾਤੀ ਮੁਸਲਮਾਨ। ਠੀਕ ਹੈ। ਉਹਨਾਂ ਨੂੰ ਲੱਗਿਆ ਪਤਾ, ਬਾਅਦ ਵਿੱਚ ਉਹਨਾਂ ਨੇ ਇਹਦੀ ਸਪੋਰਟ ਇੰਨੀ ਬਾਰ ਕਰ ਦਿੱਤੀ। ਪਰ ਹੁਣ ਇੰਡੀਆ ਦੇ ਵਿੱਚ ਆਇਆ, ਇਹਨੇ ਸੋਚਿਆ ਕਿ ਮੈਂ ਜਿਹੜੇ ਸਿੱਖਾਂ ਨੂੰ ਵੀ ਆਪਣੇ ਹੱਥ 'ਚ ਕੰਟਰੋਲ ਕਰ ਲਵਾਂ, ਜੋ ਮੈਂ ਕਹਾਂਗਾ ਇਹ ਵਰਤਣਗੇ, ਤੇ ਜੇ ਇਹਨਾਂ ਨੂੰ ਮੈਂ ਕਿਹਾ ਕਿ ਗੋਰਿਆਂ ਦੇ ਵਿਰੁੱਧ ਲੜਨਾ ਹੈ, ਇਹ ਮੇਰੇ ਜਿਸ ਤਰ੍ਹਾਂ ਮੈਂ ਕਹਾਂਗਾ ਉਸ ਤਰ੍ਹਾਂ ਹੀ ਕਰਾਂਗੇ। ਹੁਣ ਸਾਊਥ ਅਫਰੀਕਾ 'ਚ ਜਿਹੜੇ ਗੁਜਰਾਤੀ ਮੁਸਲਮਾਨ ਸੀ, ਉਹ ਇਹਨੇ ਕੰਟਰੋਲ ਕੀਤੇ ਸੀ। ਹੁਣ ਸਬ ਕੰਟੀਨੈਂਟ ਦੇ ਵਿੱਚ ਦੇਖੋ, ਸਬ ਕੰਟੀਨੈਂਟ 'ਚ ਬੜੇ ਵੈਰਾਈਟੀਜ਼ ਆਫ ਮੁਸਲਮਾਨ ਹੈਗੇ, ਵੈਰਾਈਟੀਜ਼। ਹੁਣ ਇਹਦੇ ਦਿਮਾਗ ਆਇਆ ਕਿ ਕਿਉਂ ਨਾ ਮੈਂ ਮੁਸਲਮਾਨਾਂ ਨੂੰ ਵੀ ਕੰਟਰੋਲ ਕਰ ਲਾਂ ਸਬ ਕੰਟੀਨੈਂਟ, ਫਿਰ ਇਹਨਾਂ ਨੂੰ ਮੈਂ ਯੂਜ਼ ਕਰਾਂ ਗੋਰਿਆਂ ਦੇ ਵਿਰੁੱਧ। ਔਰ ਉਹਦੇ ਵਿੱਚ ਫਿਰ ਮੁਹੰਮਦ ਅਲੀ ਜਿਨਾ ਵੀ ਆ ਜਾਂਦਾ, ਉਹ ਜਿਹੜਾ ਕਿ ਇਹਨੂੰ ਵਾਰਨ ਕਰਦਾ ਕਿ ਤੂੰ ਇਹ ਜਿਹੜਾ ਕੰਮ ਕਰ ਰਹੇ ਨਾ, ਇਹ ਬੜਾ ਗਲਤ ਕੰਮ ਕਰ ਰਹੇ ਆ, ਇੱਕ ਮੁਸਲਮਾਨਾਂ ਨੂੰ ਪੋਲੀਟੀਸਾਈਜ਼ ਕਰ ਰਹੇ ਆ, ਇਹਦਾ ਨਤੀਜਾ ਬੜਾ ਖਰਾਬ ਹੋਏਗਾ। ਉਹ ਕਹਾਣੀ ਬਿਲਕੁਲ ਸੈਪਰੇਟ ਹੈ, ਕੋ ਇਹਨੇ ਕੀਤਾ ਕੀ ਹੈ ਜੀ। ਪਰ ਇਹ ਜਿਹੜੀ ਇੰਡੀਪੈਂਡੈਂਸ ਮੂਵਮੈਂਟ ਹੈ, ਸੱਤਿਆਗ੍ਰਹਿ ਕਦੀ ਵੀ ਨਹੀਂ ਹੈਗੀ ਸੀਗੀ। ਜਿਹੜੀ ਕੁਇਟ ਇੰਡੀਆ ਮੂਵਮੈਂਟ ਹੈ 1942 ਵਿੱਚ, ਉਹ ਐਕਚੁਅਲੀ ਸੱਤਿਆਗ੍ਰਹਿ ਹੈ ਹੀ ਨਹੀਂ। ਉਹਦਾ ਬੈਨੀਫਿਟ ਉਠਾ ਰਿਹਾ ਕਿਉਂਕਿ ਵਰਲਡ ਵਾਰ 2 ਚੱਲ ਪਈ ਸੀ। ਠੀਕ ਹੈ ਨਾ। ਸੋ ਸਵਾਲ ਫਿਰ ਆਉਂਦਾ ਹੈ
ਇਹ ਕਰਦਾ ਕੀ ਪਿਆ ਸੀ ਉੱਥੇ 32 ਸਾਲ ਰਿਹਾ, ਇਹਨੇ ਕੀਤਾ ਕੀ ਹੈ ਯੈਸ ਐਗਜ਼ੈਕਟਲੀ। ਸੋ ਮੇਰਾ ਜਿਹੜਾ ਥੀਸਿਸ ਉਹ ਹੈ ਵਾ ਕਿ ਇਹ ਜਿਹੜੀ ਇਹਦੀ ਆਦਤ ਸੀ ਨਾ ਲੋਕਾਂ ਨੂੰ ਨਫ਼ਰਤ ਕਰਾਣੀ ਇੱਕ ਦੂਜੇ ਨਾਲ, ਜਿਸ ਤਰ੍ਹਾਂ ਸਾਊਥ ਅਫਰੀਕਾ ਚ ਕਿਉਂਕਿ ਕਾਲੇ ਸੀ ਨਾ ਤੇ ਨੀਗਰੋ ਬੜਾ ਵੱਡਾ ਤਰੀਕਾ ਸੀ ਕਿ ਨੀਗਰੋ ਨੂੰ ਟਾਰਗੇਟ ਕਰੋ, ਕਿਉਂਕਿ ਹਿੰਦੂ ਕਾਸਟ ਸਿਸਟਮ ਦੇ ਵਿੱਚ ਜਿਹੜਾ ਕਾਲਾ ਰੰਗ ਹੈ ਨਾ ਉਹ ਥੱਲੇ ਮੰਨਿਆ ਜਾਂਦਾ। ਹੁਣ ਜਦੋਂ ਤੁਸੀਂ ਇੰਡੀਆ ਆਉਂਦੇ ਹੋ, ਹੁਣ ਇੰਡੀਆ ਚ ਕਿਉਂਕਿ ਡੈਮੋਗ੍ਰਾਫਿਕ ਡਿਫਰੈਂਟ ਹੈਗੀ ਹੈ, ਮੁਸਲਮਾਨ ਹੈਗੇ ਆ, ਸਿੱਖ ਹੈਗੇ ਆ, ਆਪਣੇ ਜਿਹੜੇ ਸ਼ਡਿਊਲ ਕਾਸਟ ਇਹ ਬੜੇ ਹੈਗੇ ਆ, ਆਫ ਕੋਰਸ ਹਿੰਦੂ ਵੈਰਾਈਟੀਜ਼ ਆਫ ਹਿੰਦੂਜ਼ ਹੈਗੇ ਆ। ਸੋ ਇਹਨੇ ਹੁਣ ਕੀਤਾ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਮੈਨੂਪੂਲੇਟ ਕਰੋ, ਔਰ ਮੈਨੂਪੂਲੇਟ ਇਸ ਤਰੀਕੇ ਨਾਲ ਕਰੋ ਕਿ ਕਿਸੇ ਤਰੀਕੇ ਦਾ ਜਿਵੇਂ ਗੋਰਿਆਂ ਦੇ ਵਿਰੁੱਧ ਕਰਾਵਾਂ ਇਹਨਾਂ ਨੂੰ, ਇਹ ਮੇਰੀ ਗੱਲ ਮੰਨਣਗੇ। ਔਰ ਇੱਕੋ ਬੰਦਾ ਮੈਨੂੰ ਮਿਲਿਆ ਜਿਹੜਾ ਕਿ ਮੁਹੰਮਦ ਅਲੀ ਜਿਨਾ ਸੀ, ਜਿਹੜਾ ਕਿ ਇਹਨੂੰ ਵਾਰਨ ਕਰਦਾ ਸੀ। ਯੈਸ। ਦੂਜਾ ਬੰਦਾ ਮਿਲਿਆ ਡਾਕਟਰ ਅੰਬੇਦਕਰ। ਡਾਕਟਰ ਅੰਬੇਦਕਰ ਨੇ ਸ਼ੁਰੂ ਤੋਂ ਵਿੱਚ ਇਹਨੂੰ ਫੜ ਲਿਆ ਕਿ ਜਿਸ ਤਰੀਕੇ ਦੇ ਨਾਲ ਇਹ ਕਾਸਟ ਸਿਸਟਮ ਨੂੰ ਤੇ ਜਿਹੜੇ ਸ਼ੂਦਰਾਂ ਨੂੰ ਜਿਹੜੇ ਅਨਟਚੇਬਲਸ ਨੂੰ ਯੂਜ਼ ਕਰ ਰਿਹਾ। ਸੋ ਡਾਕਟਰ ਅੰਬੇਦਕਰ ਨੇ ਇਹਦੇ ਨਾਲ ਕਾਫੀ ਲੜਾਈਆਂ ਲੜੀਆਂ। ਇਹਨਾਂ ਦੋਨਾਂ ਨੂੰ ਛੱਡ ਦਿਓ ਤੇ ਆਉਂ ਲੱਗਦਾ ਕਿ ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਆਮ ਬੰਦਾ ਇਹਦੀ ਗੱਲਾਂ 'ਚ ਫਸ ਗਿਆ ਸੀ। ਉਸ ਤੋਂ ਬਾਅਦ ਇਹ ਕਿਉਂਕਿ 1915 ਚ ਇਹਨੂੰ ਮਹਾਤਮਾ ਵੀ ਖਿਤਾਬ ਦੇ ਦਿੱਤਾ। ਸੋ ਹੁਣ ਗਾਂਧੀ ਦੀ ਨਾਂ ਤੇ ਮਹਾਤਮਾ ਬਣ ਗਈ, ਇਹਦੀ ਇਮੇਜ ਬਣ ਗਈ ਕਿ ਬੜਾ ਵੱਡਾ ਇਹ ਮਹਾਤਮਾ ਹੈਗਾ। ਔਰ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਰਿਲੀਜਨ ਹੈ ਉਹਨੂੰ ਯੂਜ਼ ਕੀਤਾ ਜਾ ਰਿਹਾ, ਰਿਲੀਜੀਅਸ ਇਮੇਜਰੀ ਉਹਨੂੰ ਯੂਜ਼ ਕੀਤੀ ਜਾ ਰਹੀ ਹੈ ਇਹਨੂੰ ਵਧਾਉਣ ਵਾਸਤੇ। ਇਹਨੇ ਆਪਣੇ ਕੱਪੜੇ ਵੀ ਚੇਂਜ ਕਰ ਲਏ, ਇਹਨੇ ਆਪਣੀ ਬੋਦੀ ਵੀ ਰੱਖ ਲਈ, ਮਤਲਬ ਇਹਨੇ ਆਪਣੇ ਆਪ ਨੂੰ ਢਾਂਚਾ ਐਸਾ ਬਣਾ ਲਿਆ ਕਿ ਕਿਸੇ ਤਰੀਕੇ ਨਾਲ ਲੱਗੇ ਕਿ ਬੜਾ ਵੱਡਾ ਮਹਾਤਮਾ ਹੈ ਸੱਚਮੁੱਚ। ਔਰ ਜੇ ਮਹਾਤਮਾ ਗੱਲ ਕਹਿ ਰਿਹਾ ਤਾਂ ਮਤਲਬ ਸੱਚ ਹੈ। ਜੇ ਮਹਾਤਮਾ ਤੁਹਾਨੂੰ ਕੋਈ ਕਹਿ ਰਿਹਾ ਇਹ ਕੰਮ ਕਰੋ, ਉਹ ਵੀ ਸੱਚ ਹੈ। ਜੇ ਮਹਾਤਮਾ ਕਹਿ ਰਹੇ ਨਾਨ ਵਾਇਲੈਂਸ ਦੇ ਬੇਸ ਤੇ, ਸਾਡੇ ਲੋਕਾਂ 'ਚ ਇੰਨੀ ਖਬਰ ਨਹੀਂ ਸੀ ਕਿ ਜਿਹੜੀ ਨਾਨ ਵਾਇਲੈਂਸ ਹੈ ਇਹਦਾ ਮਤਲਬ ਕੀ ਹੈ ਐਕਚੁਅਲੀ, ਇਹ ਕਰਾਉਂਦਾ ਕੀ ਪਿਆ ਸਾਡੇ ਕੋਲ। ਸਾਡੇ ਕੋਲ ਇਹ ਮੈਥਡਸ ਨਹੀਂ ਗਏ ਸੀ, ਸਾਡੇ ਕੋਲ ਨੌਲੇਜ ਨਹੀਂ ਸੀ ਕਿ ਅਸੀਂ ਇਹਨੂੰ ਪੜ੍ਹ ਸਕੀਏ, ਇਹਨੂੰ ਧਿਆਨ ਦੇ ਸਕੀਏ। ਔਰ ਨਾ ਹੀ ਸਾਨੂੰ ਦੇਖੋ ਹੁਣ ਐਗਜ਼ਾਮਪਲ ਦੇਣਾ, ਸਾਡੇ ਕੋਲ ਕੋਈ ਬੰਦਾ ਵੀ ਨਹੀਂ ਸੀ ਜਿਹੜਾ ਕ੍ਰਾਸ ਕਰੇ, ਸਾਊਥ ਅਫਰੀਕਾ ਜਾ ਕੇ ਇਹਨੂੰ ਚੈੱਕ ਕਰ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਰੋਜਨੀ ਨਾਇਡੂ ਹੈਗੀ, ਇੱਕੋ ਐਗਜ਼ਾਮਪਲ ਹੈਗੀ। ਸਰੋਜਨੀ ਨਾਇਡੂ ਜਿਹੜੀ ਕਿ ਕਾਂਗਰਸ ਪਾਰਟੀ ਦੀ ਆਲਰੇਡੀ ਹੈਗੀ ਸੀ, ਉਹ ਗਈ ਹੈ 1927 ਦੀ ਗੱਲ ਹੈ, ਮੈਨੂੰ ਡੇਟ ਐਗਜ਼ੈਕਟ ਯਾਦ ਨਹੀਂ ਜੇ। ਉੱਥੋਂ ਆ ਕੇ ਕਹਿੰਦੀ ਇਹ ਗੱਲ ਹੈ ਵੀ ਮੈਂ ਸਾਰਾ ਚੈੱਕ ਕਰ ਲਿਆ, ਤੂੰ ਸਭ ਕੁਝ ਸਭ ਝੂਠ ਸਭ ਸੱਚ ਹੈ। ਜੀ ਉਹ ਵੀ ਸੱਚ ਕਹਿ ਰਹੀ ਹੈ ਕਿ ਲੈ ਵੀ ਇਹ ਗਾਂਧੀ ਸੱਚ ਹੈ। ਸੋ ਲੋਕੀ ਸਾਡੇ ਕੋਲ ਕੋਈ ਇੰਡੀਪੈਂਡੈਂਟ ਮੀਨਸ ਨਹੀਂ ਸੀ ਕਿ ਜਿਸ ਤਰੀਕੇ ਦੇ ਨਾਲ ਅਸੀਂ ਇਹਨੂੰ ਚੈੱਕ ਕਰ ਸਕੀਏ। ਹਾਂ, ਇੱਕ ਬੰਦਾ ਆਉਂਦਾ, ਇੱਕ ਬੰਦਾ ਹੋਰ ਹੈਗਾ, ਉਹ ਹੈਗਾ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਉਸ ਟਾਈਮ ਤੇ, ਮਾਈਕਲ ਅਡਵਾਇਰ। ਜਦੋਂ ਜਲਿਆਂਵਾਲਾ ਬਾਗ ਦੀ ਟ੍ਰੈਜਡੀ ਹੋਈ ਹੈ ਨਾ, ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਮਾਈਕਲ ਅਡਵਾਇਰ। ਮਾਈਕਲ ਅਡਵਾਇਰ ਜਦੋਂ ਕਿਉਂਕਿ ਉਹਦੀ ਜਾਬ ਛੁੱਟ ਗਈ ਟ੍ਰੈਜਡੀ ਤੋਂ ਬਾਅਦ, ਮਾਈਕਲ ਅਡਵਾਇਰ ਦੇ ਮੈਂ ਜਿਹੜੇ ਆਰਟੀਕਲ ਪੜ੍ਹਿਆ, ਮਾਈਕਲ ਅਡਵਾਇਰ ਪਹਿਲਾ ਬੰਦਾ ਸੀ ਸਬ ਕੰਟੀਨੈਂਟ ਦੇ ਵਿੱਚ ਜਿਹਨੇ ਕਿ ਐਲਾਨ ਕੀਤਾ ਸੀ। ਦੇਖੋ ਉਹਨੇ ਗਾਂਧੀ ਨੂੰ ਰੋਕਿਆ, ਗਾਂਧੀ ਨੂੰ ਬੈਨ ਕਰਤਾ ਸੀ ਪੰਜਾਬ ਆਉਣ ਤੇ। ਉਹਨੂੰ ਪਤਾ ਸੀ ਇਹ ਰੇਸ ਨੂੰ ਯੂਜ਼ ਕਰਦਾ ਹੈ, ਮਤਲਬ ਰੇਸਿਜ਼ਮ ਰੇਸ ਨੂੰ ਯੂਜ਼ ਕਰਦਾ ਹੈ, ਲੋਕਾਂ ਨੂੰ ਭੜਕਾਉਂਦਾ ਹੈ। ਔਰ ਇਸ ਟਾਈਮ ਦੇ ਤੇ ਉਹਨੂੰ ਲੱਗਦਾ ਸੀ ਕਿ ਜਿਹੜਾ ਰੇਸ ਹੈ ਨਾ, ਇਹ ਉਹਨੂੰ ਰੇਸ ਨੂੰ ਯੂਜ਼ ਕਰ ਰਿਹਾ ਗੋਰਿਆਂ ਦੇ ਵਿਰੁੱਧ। ਸੋ ਉਹਨੇ ਕੋਸ਼ਿਸ਼ ਕੀਤੀ ਇਹਨੂੰ ਰੋਕਣ ਲਈ, ਪਰ ਉਹ ਵੀ ਹਾਰ ਗਿਆ। ਇਹ ਇੱਕੋ ਐਗਜ਼ਾਮਪਲ ਮੈਨੂੰ ਮਿਲੀ ਹੈ। ਤੇ ਪਰ ਜਿਹੜੇ ਵੀ ਕਲੋਨੀਅਲ ਅਫੀਸ਼ੀਅਲ ਹੈਗੇ ਸੀ ਇੰਡੀਆ ਦੇ ਵਿੱਚ, ਕਿਸੇ ਦੇ ਕੋਲ ਵੀ ਡਿਟੇਲ ਨਹੀਂ ਸੀ ਇਹ ਐਕਚੁਅਲੀ ਸਾਊਥ ਅਫਰੀਕਾ 'ਚ ਕਰਦਾ ਕੀ ਪਿਆ ਸੀ। ਜੀ ਅੱਛਾ ਕਰਨਲ ਸਾਹਿਬ, ਇਹ ਸਾਊਥ ਅਫਰੀਕਾ ਜਾਣ ਦਾ, ਕਿਉਂਕਿ ਮੈਂ ਵੀ ਕੁਛ ਖੋਜ ਦਾ ਵਿਦਿਆਰਥੀ ਹਾਂ, ਕਿਉਂਕਿ ਜਿਹੜੇ ਕੱਛੀ ਲੋਕ ਸੀ ਕੱਛ ਦੇ ਵਿੱਚੋਂ, ਉਹ ਵਪਾਰ ਕਰਨ ਜਾਂਦੇ, ਮਸਕਟ ਦੀ ਬੰਦਰਗਾਹ ਤੇ ਉਹ ਰੁਕਦੇ, ਉਦੋਂ ਅੱਗੇ ਜਾਂਦੇ। ਉਹਨਾਂ ਚੋਂ ਖਿਮਜੀ ਰਾਮਦਾਸ ਇੱਕ ਬਹੁਤ ਵੱਡਾ ਪਰਿਵਾਰ ਹੈ ਜਿਹੜੇ ਓਮਾਨ ਦੇ ਵਿੱਚ ਹੀ ਰਹਿ ਰਹੇ ਨੇ, ਮਸਕਟ ਦੇ ਵਿੱਚ ਹੀ। ਜੰਜੀਵਾਰ ਨਾਲ ਰਿਲੇਸ਼ਨ ਹੈ, ਮਸਕਟ ਦਾ ਰਾਜਾ ਜਿਹੜਾ ਰਾਜ ਕਰਦਾ ਸੀ ਜੰਜੀਵਾਰ 'ਚ ਵੀ ਕਰਦਾ ਸੀ, ਜੰਜੀਵਾਰੀ ਕਮਿਊਨਿਟੀ ਵੀ ਹੈ। ਮੈਨੂੰ ਲੱਗਦਾ ਸਾਊਥ ਅਫਰੀਕਾ ਦੇ ਵਿੱਚ ਗੁਜਰਾਤੀ ਲੋਕਾਂ ਦਾ ਜਿਹੜਾ ਵਪਾਰ ਕਰਨਾ, ਉਹ ਇਹਦਾ ਕਾਰਨ ਬਣਿਆ ਸਾਊਥ ਅਫਰੀਕਾ ਜਾਣ ਦਾ। ਹਾਂਜੀ, ਇਹ ਹੈ। ਦੇਖੋ ਇਹ ਜਦੋਂ
ਇੰਗਲੈਂਡ ਤੋਂ ਆਇਆ ਨਾ ਲਾਅ ਡਿਗਰੀ ਕਰਕੇ, ਹੂੰ ਤੇ ਇਹਨੇ ਆਪਣੀ ਪ੍ਰੈਕਟਿਸ ਖੋਲੀ ਸੀ ਬੰਬੇ। ਉਹ ਪ੍ਰੈਕਟਿਸ ਚੱਲਦੀ ਪਈ ਨਹੀਂ ਸੀ। ਜਿਹੜਾ ਇਹਦਾ ਵੱਡਾ ਭਰਾ ਸੀ, ਮੇਰੇ ਖਿਆਲ ਦਾ ਨਾਮ ਮੈਨੂੰ ਪੂਰਾ ਯਾਦ, ਸ਼ਾਇਦ ਲక్ష్ਮੀ ਦਾਸ ਸੀ। ਹੂੰ ਲక్ష్ਮੀ ਦਾਸ ਨੇ ਇਹਦੇ ਤੇ ਕਾਫੀ ਪੈਸੇ ਲਾਏ ਸੀਗੇ ਇੰਗਲੈਂਡ ਭੇਜਣ ਵਾਸਤੇ। ਹੂੰ ਤੇ ਉਹਨੇ ਵੇਖਿਆ ਕਿ ਲੈ ਵੀ ਇਹਨੂੰ ਇਹ ਸਕਸੈਸਫੁਲ ਨਹੀਂ ਹੋ ਰਿਹਾ, ਇਹ ਫੇਲੀਅਰ ਹੈਗਾ ਲਾਅ ਦੇ ਵਿੱਚ, ਪ੍ਰੈਕਟਿਸ ਦੇ ਵਿੱਚ, ਤੇ ਕਿਉਂ ਨਾ ਇਹਨੂੰ ਮੈਂ ਜੌਬ ਲਾ ਦਵਾਂ। ਕਿਉਂਕਿ ਗੁਜਰਾਤੀ ਕਮਿਊਨਿਟੀ ਦੇ ਵਿੱਚ ਜਿਹੜੇ ਮੁਸਲਮਾਨ ਸੀ ਨਾ ਜੀ, ਉਹ ਕਾਫੀ ਉਹਨਾਂ ਦਾ ਆਪਣਾ ਬਿਜ਼ਨਸ ਚੱਲਦਾ ਸੀ ਸਾਊਥ ਅਫਰੀਕਾ 'ਚ। ਬਿਲਕੁਲ। ਹੂੰ ਔਰ ਉਹਨਾਂ ਦੀ ਆਪਸ ਵਿੱਚ ਕਈ ਵਾਰੀ ਝੜਪ ਵੀ ਹੋ ਜਾਂਦੀ ਸੀ, ਇੱਕ ਬਿਜ਼ਨਸਮੈਨ ਦੀ ਦੂਜੇ ਨਾਲ, ਤੇ ਕੋਈ ਲਾਅ ਸਕੂਲ ਬਣ ਗਿਆ। ਉਹਨਾਂ ਦੀ ਪ੍ਰੋਬਲਮ ਸੀ, ਨਾ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਸੀ ਤੇ ਨਾ ਉਹਨਾਂ ਨੂੰ ਲਾਅ ਬਾਰੇ ਪਤਾ ਹੁੰਦਾ ਸੀ। ਹੂੰ ਠੀਕ ਹੈ ਨਾ। ਸੋ ਉਹਨਾਂ ਨੂੰ ਬੰਦਾ ਚਾਹੀਦਾ ਸੀ ਕਿ ਜਿਹੜਾ ਕਿ ਗੁਜਰਾਤੀ ਵੀ ਜਾਂਦਾ ਹੈ, ਹੂੰ ਲਾਇਰ ਵੀ ਹੋਵੇ। ਜਸ। ਤੇ ਇਹਨੂੰ ਲక్ష్ਮੀ ਦਾਸ ਨੇ ਆਪਣੇ ਕੰਟੈਕਟਸ ਦੇ ਨਾਲ ਇਹਨੂੰ ਜਵਾਬ ਲਵਾਤੀ 1 ਸਾਲ ਵਾਸਤੇ ਹੂੰ ਕਿ ਲੈ ਵੀ ਤੂੰ ਉੱਥੇ ਜਾ, ਤੂੰ ਐਟਲੀਸਟ ਪੈਸੇ ਤਾਂ ਕਮਾਏਗਾ। ਹੂੰ ਪਰ ਇੱਕ ਸਾਲ ਦੀ ਥਾਂ ਤੇ ਉੱਤੇ 21 ਸਾਲ ਰਿਹਾ ਫਿਰ। ਅੱਛਾ, ਇੱਕ ਜਿਹੜੀ ਬਾਹਰ ਗੱਲ ਲੋਕਾਂ ਨੂੰ ਇਸ ਗੱਲ ਦਾ ਹੈ ਕਿ ਮਹਾਤਮਾ ਗਾਂਧੀ ਨੇ ਵਿਆਹ ਨਹੀਂ ਕਰਾਇਆ। ਉਹਨੇ ਤਾਂ ਵਿਆਹ 1982 ਦੇ ਵਿੱਚ 13 ਸਾਲ ਦੀ ਉਮਰ ਦੇ ਵਿੱਚ ਹੀ ਕਰਾ ਲਿਆ, 4 ਬੱਚੇ ਹੈ। ਯੈਸ, ਯੰਗਰ ਏਜ ਦੇ ਵਿੱਚ ਇਹਨਾਂ ਦੀ ਮੈਰਿਜ ਹੋ ਗਈ ਸੀ, ਕਿਉਂਕਿ ਕਸਟਮ ਸੀ ਉਸ ਟਾਈਮ ਦਾ। ਹੂੰ ਨਾਰਮਲ ਇਟ ਵਾਸ ਨਾਰਮਲ। ਹੂੰ ਯੈਸ, 4 ਮੁੰਡੇ ਹੋਏ ਆ ਔਰ ਇਵੈਂਚੁਅਲੀ ਚਾਰੋਂ ਦੇ ਚਾਰੋਂ ਇਹ ਫਿਰ ਅਫਰੀਕਾ ਵੀ ਲੈ ਗਿਆ ਸੀਗਾ ਹੌਲੀ ਹੌਲੀ ਕਰਕੇ। ਸੋ ਬੇਸਿਕਲੀ ਇਹ ਕਿਤਾਬ, ਜੇ ਇਹਨੂੰ ਕਨਕਲੂਡ ਅਸੀਂ ਕਰਦੇ ਹਾਂ, ਮਤਲਬ ਜਿਹੜਾ ਵਿਅਕਤੀਤਵ ਦੁਨੀਆ ਦੇ ਵਿੱਚ ਸ਼ਾਂਤੀ ਦੇ ਮਸੀਹੇ ਦਾ, ਜਾਂ ਜਿਹੜਾ ਵਿਅਕਤੀਤਵ ਬਰਾਬਰਤਾ ਦਾ, ਜਿਹੜਾ ਵਿਅਕਤੀਤਵ ਰੰਗਦਾਰ ਲੋਕਾਂ ਦੇ ਨਾਲ ਨਸਲਵਾਦ ਦੇ ਖਿਲਾਫ ਖੜਨ ਦੀ ਗੱਲ ਹੈ, ਸੋ ਉਹ ਜਿਹੜੀ ਉਸ ਟ੍ਰੇਨ ਦੀ ਘਟਨਾ ਤੋਂ ਕ੍ਰੀਏਟ ਕਰਕੇ ਬਹੁਤ ਸਮਾਂ ਪਹਿਲਾਂ ਉਹ ਕ੍ਰੀਏਸ਼ਨ ਆ ਤੁਹਾਡੇ ਕਹਿਣ ਮੁਤਾਬਕ। ਐਗਜ਼ੈਕਟ ਕ੍ਰੀਏਸ਼ਨ ਇਹ ਵੀ ਕਵਰ ਅਪ ਕਰਕੇ, ਕਵਰ ਅਪ ਵਾਸਤੇ ਇੱਕ ਕਵਰ ਅਪ ਕਰ ਰਿਹਾ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇੱਕ ਕਾਲਿਆਂ ਨਾਲ ਕਰਦਾ ਕੀ ਸੀ ਉੱਥੇ ਅਫਰੀਕਾ। ਸੋ ਉੱਥੇ ਕਾਲਿਆਂ ਦੀ ਵਿਰੋਧਤਾ, ਤੇ ਜਦ ਇੰਗਲੈਂਡ ਦੇ ਜਿਹੜੇ ਸਫ਼ਰ ਨੇ ਸਾਊਥ ਅਫਰੀਕਾ ਤੋਂ ਸੇਲ ਕਰਦੇ ਯੂਕੇ ਨੂੰ ਤੇ ਵਾਪਸ, ਉਹਨਾਂ ਦਿਨਾਂ ਵਿੱਚ ਜਿਹੜਾ ਇੰਗਲੈਂਡ ਆਉਣਾ ਜਾਣਾ ਸਾਊਥ ਅਫਰੀਕਾ ਤੋਂ, ਉਹ ਕੀ ਕਾਰਨ ਹੈ ਜੀ? ਉਹ ਹੈਗਾ ਕਿਉਂਕਿ ਜਦੋਂ ਇਹਨੇ ਸੱਤਿਆਗ੍ਰਹਿ ਮੂਵਮੈਂਟ ਸ਼ੁਰੂ ਕੀਤੀ ਨਾ 1906 ਦੇ ਵਿੱਚ, ਇਹ ਉਥੋਂ ਹਿੰਦੁਸਤਾਨੀ ਜਿਹੜੇ ਇੱਥੇ ਗੁਜਰਾਤੀ ਸਪੈਸ਼ਲ ਮੁਸਲਮਾਨਾਂ ਤੋਂ ਪੈਸੇ ਲੈਂਦਾ ਕਿ ਮੈਨੂੰ ਪੈਸੇ ਦਿਓ, ਮੈਂ ਉੱਥੇ ਟਰੈਵਲ ਕਰਨਾ ਇੰਗਲੈਂਡ ਜਾ ਕੇ, ਮੈਂ ਇਹ ਜਿਹੜੀ ਤੁਹਾਡੀ ਮੂਵਮੈਂਟ ਹੈ ਨਾ ਇਹਨੂੰ ਮੈਂ ਉੱਥੇ ਜਿਹੜੇ, ਕਿਉਂਕਿ ਕਲੋਨੀਅਲ ਜਿਹੜੇ ਵੱਡੇ ਅਫਸਰ ਜਿਹੜੇ ਉੱਥੇ ਇੰਗਲੈਂਡ ਹੈਗੇ ਨਾ ਸਾਰੇ ਵੱਡੇ, ਮੈਂ ਉੱਥੇ ਜਾ ਕੇ ਪਟੀਸ਼ਨ ਕਰਨੀ ਹੈ। ਸੋ ਉਹਦੇ ਵਿੱਚ ਮੈਂ 2 ਵਾਰੀ ਗਿਆ ਉੱਥੇ। ਦੂਜੀ ਵਾਰੀ ਜਦੋਂ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਪਹਿਲੀ ਕਿਤਾਬ ਆਈ ਹੈ 1909 ਦੀ, ਉਦੋਂ ਛਾਪੀ ਇਹਨੇ ਉੱਥੇ। ਠੀਕ ਹੈ ਨਾ। ਸੋ ਇਹ ਇਹਨਾਂ ਨੂੰ ਪੈਸੇ ਲੈਂਦਾ, ਇਹ ਉਹਨਾਂ ਤੋਂ ਪੈਸੇ ਲੈ ਕੇ ਇਹ ਟਰੈਵਲ ਕਰਦਾ, ਉਹਨਾਂ ਤੋਂ ਪੈਸੇ ਲੈਂਦਾ, ਤੇ ਇਹ ਉਹਨਾਂ ਨੂੰ ਗੋਰਿਆਂ ਦੀ ਜਿਹੜੀ ਕਲੋਨੀਅਲ ਪਾਵਰ ਹੈਗੀ ਸਾਊਥ ਅਫਰੀਕਾ 'ਚ, ਉਹਨਾਂ ਦੇ ਵਿਰੁੱਧ ਉਹਨਾਂ ਨੂੰ ਕਹਿੰਦਾ ਲੜੋ। ਠੀਕ ਹੈ ਨਾ। ਹੁਣ ਉਹਦੇ ਵਿੱਚ ਤੁਸੀਂ ਕਿਤਾਬ ਵਿੱਚ ਵੇਖੋਗੇ, ਮੈਂ ਕਿਹਾ ਪਹਿਲੀ ਕਿਤਾਬ ਵਿੱਚ ਹੈਗਾ ਕਿ ਇਹ 4 ਵਾਰੀ ਫਿਰ ਜੇਲ੍ਹ ਵਿੱਚ ਗਿਆ। ਮੇਰੇ ਪਹਿਲੀ ਕਿਤਾਬ ਦੇ ਵਿੱਚ ਪਹਿਲੀ ਚ ਡਿਵਿਨਿਟੀ ਚ 4 ਵਾਰੀ ਜੇਲ੍ਹ ਵਿੱਚ ਗਿਆ ਔਰ ਉੱਥੇ ਇਹਨੂੰ ਕਾਲੇ ਮਿਲ ਗਏ। ਕਿਉਂਕਿ ਦੇਖੋ ਨਾ, ਉਹ ਕਲੋਨੀਅਲ ਟਾਈਮ ਦੇ ਵਿੱਚ ਰੇਸਿਜ਼ਮ ਐਡੀ ਭੈੜੇ ਸੀ ਕਿ ਜ਼ਿਆਦਾਤਰ ਜਿਹੜੇ ਲੋਕ ਜੇਲ੍ਹਾਂ 'ਚ ਕਾਲੇ ਗਏ ਸੀ। ਬਿਲਕੁਲ ਠੀਕ ਹੈ। ਉਹ ਜਦੋਂ ਕਾਲਿਆਂ ਨੂੰ ਜਦੋਂ ਵੇਖਦਾ ਨਾ ਕਿ ਇਹਨੂੰ ਉਹਨਾਂ ਨੇ ਕਾਲਿਆਂ ਦੇ ਨਾਲ ਭਾਲਦਾ ਨੇੜੇ, ਇਹ ਤਾਂ ਭੁੜਕ ਉੱਠਿਆ ਕਿ ਤੁਹਾਡੀ ਹਿੰਮਤ ਕਿਸ ਤਰ੍ਹਾਂ ਪਈ ਕਿ ਮੈਨੂੰ ਕਾਲਿਆਂ ਦੇ ਨਾਲ ਵਿੱਚ ਪਾਤਾ। ਉਹ ਪੜ੍ਹਨ ਵਾਲਾ ਚੀਜ਼ਾਂ ਹੈਗੀਆਂ ਕਿ ਜੋ ਕੁਛ ਇਹਨੇ ਕਾਲਿਆਂ ਬਾਰੇ ਲਿਖਿਆ। ਅੱਛਾ ਕਰਨਲ ਸਾਹਿਬ, ਦੋਨੇ ਕਿਤਾਬਾਂ ਨੂੰ ਹੁਣ ਛਪਿਆਂ ਵੀ ਚਿਰ ਹੋ ਗਿਆ, ਚੈਲੰਜ ਨਹੀਂ ਹੋਈ ਕਿਸੇ ਨੇ ਤੁਹਾਨੂੰ? ਕ੍ਰਾਸ ਐਗਜ਼ਾਮੀਨੇਸ਼ਨ ਨਹੀਂ ਕਿਸੇ ਨੇ ਕੀਤਾ ਹੁਣ ਤੱਕ? ਨਹੀਂ ਜੀ ਨਹੀਂ, ਕੋਈ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਐਵੀਡੈਂਸ ਜਿਹੜਾ ਓਵਰਵੈਲਮਿੰਗ ਹੈ ਔਰ ਐਵੀਡੈਂਸ ਪ੍ਰਾਇਮਰੀ ਹੈ। ਤੁਸੀਂ ਗਾਂਧੀ ਦੀ ਆਪਣੀ ਰਾਈਟਿੰਗਸ ਨੂੰ ਕਿਸ ਤਰ੍ਹਾਂ ਚੈਲੰਜ ਕਰ ਸਕਦੇ? ਦੇਖੋ ਨਾ, ਜੇ ਤਾਂ ਮੈਂ ਆਪਣੇ ਵੱਲੋਂ ਬਣਾਈ ਹੋਵੇ ਨਾ, ਕੰਜੈਕਚਰ ਕੀਤਾ ਕਿ ਲੈ ਵੀ ਮੈਂ ਡਾਟਸ ਨੂੰ ਕਨੈਕਟ ਕਰ ਰਿਹਾ, ਨਹੀਂ, ਇਹ ਤਾਂ ਉਹਦੀਆਂ ਆਪਣੀਆਂ ਰਾਈਟਿੰਗਸ ਹੈਗੀਆਂ। ਕਿਸ ਤਰ੍ਹਾਂ ਚੈਲੰਜ ਕਰੋਗੇ? ਧੰਨਵਾਦ ਜੀ, ਥੈਂਕ ਯੂ। 7728220600 10 ਮਿੰਟ ਮੇਰੇ ਨਾਲ ਕਰਨਲ ਸਾਹਿਬ ਰਹਿਣਗੇ। ਜੇ ਤੁਹਾਡਾ ਕੋਈ ਸਵਾਲ ਹੋਵੇ ਉਹਨਾਂ ਦੀ ਇਸ ਕਿਤਾਬ ਬਾਰੇ ਤਾਂ ਫਿਰ ਅਸੀਂ ਰੈਪ ਅਪ ਕਰਾਂਗੇ।
7782220600। GB ਸਿੰਘ, ਕਰਨਲ GB ਸਿੰਘ ਤੇ ਟਿਮ ਵਾਟਸਨ ਦੀ ਕਿਤਾਬ ਗਾਂਧੀ ਅੰਡਰ ਕ੍ਰਾਸ ਐਗਜ਼ਾਮੀਨੇਸ਼ਨ ਉਹਨਾਂ ਨੇ ਤੁਹਾਨੂੰ ਪਤਾ 2008 ਚ ਕਰਨਲ ਸਾਹਿਬ ਆਏ ਵੀ ਸੀ। ਉਹਨਾਂ ਦੇ ਕੁਝ ਸਵਾਲ ਜੇ ਤੁਹਾਡਾ ਉਹਨਾਂ ਨੂੰ ਕੋਈ ਹੋਵੇ ਤਾਂ ਤੁਸੀਂ ਕਰ ਸਕਦੇ ਹੋ। ਤੁਹਾਡੇ ਸਵਾਲ ਕਰਨਲ GB ਸਿੰਘ ਨੂੰ ਸ਼ਾਰਟ ਰੱਖਣਾ ਪਲੀਜ਼। ਕਮੈਂਟ ਕਰਨੇ ਤਾਂ ਕਮੈਂਟ ਕਰ ਦਿਓ ਕਿਉਂਕਿ ਸਮਾਂ ਮੇਰੇ ਕੋਲ 7 ਮਿੰਟ ਨੇ ਤੇ ਤੁਹਾਡੇ ਨਾਲ ਵੱਧ ਤੋਂ ਵੱਧ ਗੱਲ ਹੋ ਸਕੇ। ਚਰਨ ਸਿੰਘ ਔਲਖ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 2। ਹੈਲੋ ਜੀ, ਸਰਦਾਰ ਹਰਜੀਤ ਸਿੰਘ ਐਂਡ ਕਰਨਲ GB ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੋ ਇਹਨਾਂ ਨੇ ਗੱਲਾਂ ਦੱਸੀਆਂ ਨਾ ਸਾਨੂੰ ਬਹੁਤ ਹੀ ਇੰਟਰਸਟਿੰਗ, ਬਹੁਤ ਹੀ, ਔਰ ਮੈਂ ਇਹਨਾਂ ਦੀ ਕਿਤਾਬ ਉਹ ਪੜ੍ਹੀ ਆ, ਪਰ ਹੁਣ ਚਿਰ ਹੋ ਗਿਆ ਪੜ੍ਹੀ। ਮੇਰੇ ਕੋਲ ਕਿਤਾਬਾਂ ਇੰਨੇ ਵੀ ਮੇਰੀ ਕੋਸ਼ਿਸ਼ ਕਰਦਾ ਵੀ ਹੁਣ ਲੱਭਾਂ ਇਹਨਾਂ ਦੇ ਕਮੈਂਟਸ, ਮੈਨੂੰ ਕਿਤਾਬ ਉਹ ਲੱਭ ਨਹੀਂ ਸਕਦੀ। ਹੁਣ ਕੋਸ਼ਿਸ਼ ਕਰੂੰਗਾ ਫਿਰ ਦੁਬਾਰਾ ਪੜ੍ਹਨ ਦੀ। ਬਹੁਤ ਵਧੀਆ ਇਹਨਾਂ ਨੇ ਗੱਲਾਂ ਦੱਸੀਆਂ ਜਿਹੜੀਆਂ ਕਰੈਕਟ ਦੱਸੀਆਂ ਵਾ। ਹੁਣ ਮੈਂ ਕਰਨਲ ਸਾਹਿਬ ਨੂੰ ਮੈਂ ਆਪ ਦੱਸਣਾ ਚਾਹੁੰਦਾ ਇੱਕ ਗੱਲ ਜਿਹੜੀ ਮੇਰੇ ਦਿਮਾਗ ਆਪਣੇ ਦੇ ਵਿੱਚ ਹੈ ਜੀ, ਇਹਨਾਂ ਨੇ ਦੱਸ ਦਿੱਤੀ ਹੈ ਬਿਲਕੁਲ। ਦੱਸੋ। ਇਹ ਜਿਹੜਾ ਗਾਂਧੀ ਸੀਗਾ, ਇਹਨੇ ਇਹ ਸੈਲਫ ਮੇਡ, ਇਹਨੂੰ ਆਉਂਦਾ ਸੀਗਾ ਵੀ ਮੈਂ ਮਹਾਤਮਾ ਕਿੱਦਾਂ ਬਣਨਾ ਵਾ। ਦੇਖੋ ਬੜੇ ਬੜੇ ਦੁਨੀਆ ਦੇ ਵਿੱਚ ਬੜੇ ਬੜੇ ਲੋਕ ਹੋਏ ਆ, ਗੁਰੂ ਨਾਨਕ ਸਾਹਿਬ ਆ, ਉਹ ਕੁਦਰਤੀ ਰੱਬ ਵੱਲੋਂ ਹੀ ਪੈਦਾ ਹੀ ਇਸ ਤਰ੍ਹਾਂ ਹੋਏ ਸੀਗੇ। ਮਹਾਤਮਾ ਬੁੱਧ ਸੀਗਾ, ਗੁਰੂ ਨਾਨਕ ਸਾਹਿਬ ਸੀ, ਜਾਂ ਆਪਣੇ ਮੁਹੰਮਦ ਸਾਹਿਬ ਸੀਗੇ, ਉਹ ਪੈਦਾ ਹੀ ਇਸ ਤਰ੍ਹਾਂ ਹੋਏ ਸੀਗੇ। ਪੈਗੰਬਰ ਜਾਂ ਗਿਣ ਲਓ ਜਾਂ ਦੁਨੀਆ ਦੇ ਵਿੱਚ ਧਾਰਨ ਲਈ ਪੈਦਾ ਹੋਏ ਸੀਗੇ। ਇਹ ਇੰਨਾ ਖਚਰਾ ਬੰਦਾ ਸੀਗਾ, ਹੈਗਾ ਬਹੁਤ ਕੋਈ ਘਟੀਆ ਬੰਦਾ ਸੀ। ਇਹਨੇ ਕੀ ਕੀਤਾ ਵੀ ਮੈਂ ਕਿਤਨਾ ਕਨੰਗ ਬਹੁਤ ਜ਼ਿਆਦਾ ਸੀਗਾ। ਇਹਨੇ ਕੀਤਾ ਵੀ ਹਿੰਦੁਸਤਾਨ ਦੀ ਇਹਨੂੰ ਫਿਲਾਸਫੀ ਦਾ ਪਤਾ ਹੈ ਵੀ ਕੀ ਆ, ਉਹਦੇ ਵਿੱਚ ਹੈਗੀ ਆ ਫਿਲਾਸਫੀ ਨੰਗੇ ਰਹਿਣਾ, ਰੋਟੀ ਘੱਟ ਖਾਓ, ਭੁੱਖੇ ਰਹਿਣਾ, ਤੇ ਆਪਣੇ ਸਵਾਸ ਬਲ ਕੇ ਦਾ ਜਿਹੜੀ ਸਭਤਾ ਵਾ। ਤੇ ਇਹਨੇ ਵੇਖਿਆ ਵੀ ਜਿਹੜੇ ਆਮ ਲੋਕ ਹਿੰਦੂ ਆ ਨਾ, ਇਹਨਾਂ ਨੂੰ ਇਹਦੇ ਵਿੱਚ ਫਸਾਇਆ ਜਾ ਸਕਦਾ। ਇਹਨੇ ਮੁੜ ਕੇ ਸਵਾਹ ਮਿਲਣੀ ਸ਼ੁਰੂ ਕਰ ਦਿੱਤੀ, ਨੰਗੇ ਰਹਿਣਾ ਸ਼ੁਰੂ ਕਰ ਦਿੱਤਾ। ਇਹ ਆਪਣੇ ਨਾ ਵੱਲੋਂ ਆਪਣੇ ਬਦਾਮ ਅਖਰੋਟ ਖਾਂਦਾ ਸੀਗਾ, ਤੇ ਉਹਦੇ ਨਾਲ ਜਿਹੜੀ ਤੁਹਾਡੀ ਨੈਚੁਰਲ ਜਿਹੜੀ ਫੂਡ ਹੈ ਨਾ ਉਹ ਨਹੀਂ ਸੀ ਹੁੰਦੀ। ਉਹ ਜਿੱਦਾਂ ਹੁਣ ਉਹ ਮੁੜ ਕੇ ਇਹਨੂੰ ਆਉਂਦਾ ਨਹੀਂ ਸੀ, ਆਪਣਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਵੇਰੇ ਉੱਠ ਕੇ ਔਖਾ ਸੀ ਇਹਦੇ ਵਾਸਤੇ। ਤੇ ਪੰਪ ਮਾਰ ਮਾਰ ਕੇ ਇਹਦੇ ਪਿੱਛੋਂ ਆਉਂਦੀ ਹਵਾ ਦੇ ਜ਼ੋਰ ਜ਼ੋਰ ਦੀ ਪੰਪ ਮਾਰ ਕੇ ਤੇ ਇਹਦਾ ਜਿਹੜਾ ਗੰਦ ਬੂੜ ਸੀਗਾ ਇਹਦੇ ਢਿੱਡ ਦੇ ਵਿੱਚੋਂ ਕੱਢਦੇ ਸੀ। ਇੰਨਾ ਅਨਨੈਚੁਰਲ ਬੰਦਾ ਸੀ, ਪਰ ਖਚਰਾ ਬਹੁਤ ਜ਼ਿਆਦਾ ਸੀ ਅੰਤਾਂ ਦਾ। ਥੈਂਕ ਯੂ ਧਰਮਿੰਦਰ ਜੀ। ਲਾਈਨ ਨੰਬਰ 3, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਬਾਈ ਤੁਹਾਨੂੰ ਦੋਨਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਇੱਕ ਮੈਂ ਇਹਨੂੰ ਪੁੱਛਣਾ ਸੀਗਾ ਡਾਕਟਰ ਬਣੇ ਬਾਈ ਜੀ ਉਹਨਾਂ ਨੂੰ ਵੀ ਇੱਕ ਇਹਦਾ ਆਸ਼ਰਮ ਸੀਗਾ ਗੁਜਰਾਤ ਦੇ ਵਿੱਚ, ਉੱਥੇ ਮੈਂ ਸੁਣਿਆ ਸੀ ਵੀ ਇਹ ਮਤਲਬ ਜਿਵੇਂ ਉੱਥੇ ਸੌਂਦਾ ਸੀਗਾ ਜਾਂ ਰਹਿੰਦਾ ਸੀ, ਉੱਥੇ ਅੱਲੜ ਉਮਰ ਦੀਆਂ ਕੁੜੀਆਂ ਦੇ ਨਾਲ ਜੋ ਵੀ ਉਹ ਗੱਲ 'ਚ ਕਿੰਨੀ ਸੱਚਾਈ ਹੈ ਜੀ? ਮਤਲਬ ਇਹਦਾ ਸੌਣਾ ਕਰਨਾ, ਜਾਂ ਜੇ ਮੈਂ ਕਿਸੇ ਨੂੰ ਕੁਐਸਚਨ ਅਟਕਾ ਲੱਗਿਆ ਤਾਂ ਮੈਂ ਮਾਫੀ ਚਾਹੁੰਦਾ ਜੀ, ਪਰ ਇਹ ਦੱਸਿਓ ਮਾੜਾ ਜਿਹਾ ਵੀ ਉਹ ਗੱਲ ਕਿੰਨਾ ਕੁ ਸੀਗਾ ਜੀ। ਪੁੱਛਦਾ ਜੀ। ਕਰਨਲ ਸਾਹਿਬ, 2 ਸਵਾਲ ਆਏ ਨੇ। ਪਹਿਲਾਂ ਤਾਂ ਇੱਕ ਕਮੈਂਟ ਸੀ ਆਪਣੇ ਔਲਖ ਸਾਹਿਬ ਦਾ, ਜਿਹੜਾ ਉਹਨਾਂ ਨੇ ਫੂਡ ਦੀ ਗੱਲ ਕੀਤੀ ਕਿ ਡਰਾਈ ਫਰੂਟ ਜਦ ਖਾਣਾ ਤਾਂ ਭੁੱਖ ਨਹੀਂ ਲੱਗਣੀ। ਦੂਜਾ ਧਰਮਿੰਦਰ ਉਹਨਾਂ ਨੇ ਕਿਹਾ ਕਿ ਉਸ ਆਪਣੇ ਆਸ਼ਰਮ ਦੇ ਵਿੱਚ ਜਿਹੜੀ ਇਹ ਗੱਲ, ਕਿਉਂਕਿ ਉਹ ਸਿੱਧ ਤਾਂ ਕਿਤੇ ਹੈ ਨਹੀਂ, ਰਾਈਟਿੰਗ 'ਚ ਕਿਤੇ ਹੈ ਨਹੀਂ, ਜਦ ਰਹਿੰਦਾ ਸੀ ਤਾਂ ਉਸ ਸਮੇਂ ਕਿਉਂਕਿ ਬਹੁਤ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਕਿ ਇਹਨਾਂ ਨੇ ਵਿਆਹ ਨਹੀਂ ਕਰਾਇਆ, ਪਰ ਉੱਥੇ ਜਿਹੜੇ ਇਹਨੂੰ ਫੋਲੋਅਰ ਸੀ, ਉੱਥੇ ਅਲੱਗ-ਅਲੱਗ ਕਿਸਮ ਦੇ ਬੱਚੇ ਬੱਚੀਆਂ ਸੀ। ਉਹ ਗੱਲ ਕਿੰਨੀ ਕੁ ਸੱਚੀ ਹੈ? ਉਹ ਗੱਲ ਬੜੀ ਸੱਚੀ ਹੈ ਕਿ ਜਿਹੜੀਆਂ ਛੋਟੀਆਂ ਟੀਨੇਜ ਕੁੜੀਆਂ ਸੀਗੀਆਂ ਉਹਨਾਂ ਨਾਲ ਨੰਗਾ ਸੌਂਦਾ ਸੀ, ਔਰ ਉਹਨਾਂ ਨੂੰ ਵੀ ਨੰਗਾ ਕਰਕੇ ਨਾ ਆਪ ਹੀ ਨੰਗਾ ਸੌਂਦਾ ਸੀ ਉਹਨਾਂ ਨਾਲ। ਫਿਰ ਆਸ਼ਰਮ ਦੇ ਵਿੱਚ ਜਿਹੜੇ ਇਹਦੇ ਪੁਜਾਰੀ ਹੈਗੇ ਸੀ ਨਾ, ਡਿਸਾਈਪਲਸ, ਇਹ ਉਹਨਾਂ ਦੀਆਂ ਜਿਹੜੀਆਂ ਵੋਟੀਆਂ ਸੀ ਉਹਨਾਂ ਨਾਲ ਵੀ ਉਹਨਾਂ ਨਾਲ ਵੀ ਸੌਂਦਾ ਹੁੰਦਾ ਸੀ। ਉਹਦਾ ਬੇਸ ਕੀ ਸੀ? ਇਹਦਾ ਬੇਸ ਹੈਗਾ ਸੀ ਜਿਹੜਾ ਕਿ ਮੈਂ ਗੈਦਰ ਕਰ ਚੁੱਕਿਆ, ਉਹ ਇਹ ਵਾ ਕਿ ਇਹ ਯੋਗਾ, ਦੇਖੋ ਇਹ ਐਕਸਪੈਰੀਮੈਂਟ ਕਰਦਾ ਹੁੰਦਾ ਸੀ ਆਪਣੇ ਹਿੰਦੂਜ਼ਮ ਉੱਤੇ। ਸੋ ਹਿੰਦੂਜ਼ਮ ਦੇ ਵਿੱਚ ਇੱਕ ਸੈਕਸ਼ਨ ਹੈਗਾ ਯੋਗਾ ਉੱਤੇ। ਯੋਗਾ ਦੇ ਵਿੱਚ ਜਿਹੜਾ ਤੁਹਾਡਾ ਸੀਮਨ ਹੈ ਨਾ, ਇਹਨੂੰ ਪ੍ਰੀਜ਼ਰਵ ਕਰਨਾ, ਕਿ ਸੀਮਨ ਦੇ ਵਿੱਚ ਬੜੀਆਂ ਸਪਿਰਿਚੁਅਲ ਪਾਵਰਸ ਹੈਗੀ। ਬਿਲਕੁਲ ਠੀਕ ਹੈ। ਇਹ ਉਹਦਾ ਐਕਸਪੈਰੀਮੈਂਟ ਕਰਦਾ ਹੁੰਦਾ ਸੀ ਕਿਸੇ ਤਰੀਕੇ ਦੇ ਨਾਲ ਮੇਰੇ ਕੋਲ ਇੰਨੀ ਸਪਿਰਿਚੁਅਲ ਪਾਵਰ ਆ ਜਾਵੇ ਕਿ ਮੈਂ ਜਿਹੜੇ ਲੋਕ ਹੈ, ਜਿਹੜੇ ਮੇਰੇ ਦੁਸ਼ਮਣ, ਸਪੈਸ਼ਲੀ ਮੁਹੰਮਦ ਅਲੀ ਜਿਨਾ, ਜਿਸ ਤਰ੍ਹਾਂ ਫੋਰ ਐਗਜ਼ਾਮਪਲ, ਮੈਂ ਉਹਨੂੰ ਕੰਟਰੋਲ ਕਰ ਸਕਾਂ। ਸਮਝੇ ਨਹੀਂ? ਸੋ ਇਹ ਐਕਸਪੈਰੀਮੈਂਟੇਸ਼ਨ ਵਿਦ ਹਿੰਦੂਜ਼ਮ ਜਿਹੜਾ ਹੈ, ਇਹਦੇ ਨੁਕਸਾਨ ਬੜੇ ਹੋਏ ਆ, ਬੜੇ ਜ਼ਿਆਦਾ। ਸੋ ਇਹ ਜਿਹੜਾ ਨੰਗਾ ਸੋਣਾ ਕੁੜੀਆਂ ਦੇ ਨਾਲ,
ਰਿਸ਼ੀ ਬਣ ਜਾਣਾ, ਇਹ ਕੰਮ ਜਿਹੜਾ ਸਾਰਾ ਯੋਗਾ ਐਕਸਪੈਰੀਮੈਂਟੇਸ਼ਨ ਸਿੱਖਿਆ ਸੀ। ਇੱਕ ਮਿੰਟ ਜੀ ਹੋਲਡ ਕਰਿਓ, ਜਾਂ ਆਪਾਂ ਗਾਂ ਦਾ- ਇੱਕ ਕਾਲਰ ਲੈ ਲਈਏ ਹੋਰ। ਗੋਲਡੀ ਦਿਓਲ ਜੀ ਲਾਈਨ ਨੰਬਰ 2, ਤੁਸੀਂ 에ਅਰ ਤੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਵੀ ਇਹਨਾਂ ਨੂੰ ਕਾਫੀ ਪਤਾ ਹੋਊਗਾ ਵੀ ਹਿਟਲਰ ਦੇ ਨਾਲ ਜਿਹੜਾ ਚਿੱਠੀ ਪੱਤਰ ਦਾ ਇਹਨਾਂ ਦਾ ਦਿਹਾਂਤ ਦਾ ਮਤਲਬ ਉਹ ਕੀ ਸੰਬੰਧ ਸੀਗਾ, ਮੜ ਜਾ ਉਹਦੇ ਬਾਰੇ ਜਾਣਨਾ। ਹੁਣੇ ਸੁਣਦਾ ਜੀ, ਹੁਣੇ ਪੁੱਛਦਾ। ਕਰਨਲ ਸਾਹਿਬ, ਹਿਟਲਰ ਨਾਲ ਕੋਰਸਪੋਂਡੈਂਟ ਜਿਹੜੀ ਸੀ ਗਾਂਧੀ ਦੀ, ਉਹਨੂੰ ਤੁਸੀਂ ਕਿਵੇਂ ਲੈਂਦੇ ਹੋ? ਕਿੰਨੀ ਕੁ ਸੀ ਉਹ? ਦੇਖੋ, ਇਹ 2-3 ਲੈਟਰਾਂ ਹੀ ਜਿਹੜੀਆਂ ਨੇ ਲਿਖੀਆਂ ਸੀਗੀਆਂ, ਪਰ ਹਿਟਲਰ ਨੇ ਕਦੀ ਇਹਨੂੰ ਜਵਾਬ ਨਹੀਂ ਦਿੱਤਾ। ਪਰ ਜਿਹੜਾ ਮੇਨ ਪਰਪਸ ਜਿਹੜਾ ਹਿਟਲਰ ਦੇ ਨਾਲ ਵੀ ਹੈ, ਤੁਸੀਂ ਯਾਦ ਰੱਖੋ, ਇਹ ਹਿਟਲਰ ਨੂੰ ਯੂਜ਼ ਕਰ ਰਿਹਾ ਕਿਸੇ ਤਰੀਕੇ ਦੇ ਨਾਲ ਕਿ ਬਰਤਾਨੀਆ ਦੇ ਜਾਂ ਹੋਰ ਗੋਰੇ ਜਿਹੜੇ ਆ ਇਹ ਖਤਮ ਹੋ ਜਾਣ। ਫੋਰ ਐਗਜ਼ਾਮਪਲ, ਜਿਸ ਤਰ੍ਹਾਂ ਜਿਊਜ਼ ਹੈਗੇ ਆ, ਹੁਣ ਜਿਸ ਤਰ੍ਹਾਂ ਹਿਟਲਰ ਜਿਊਜ਼ ਨੂੰ ਕਿਸ ਤਰ੍ਹਾਂ ਮਾਰਦਾ ਪਿਆ ਸੀ, ਇਹਨੇ ਫਿਰ ਚਿੱਠੀਆਂ ਲਿਖੀ ਜਿਊਜ਼ ਨੂੰ ਕਿ ਤੁਸੀਂ ਕੀ ਕੰਮ ਕਰੋ, ਇਕੱਠੇ ਹੋ ਕੇ ਨਾ ਸਾਰੇ ਜਣੇ ਕਲੈਕਟਿਵ ਸੁਸਾਈਡ ਕਰ ਲਓ, ਠੀਕ ਹੈ। ਤੇ ਜਾਂ ਜਿਹੜੇ ਓਸ਼ਨ ਦੇ ਨੇੜੇ ਰਹਿੰਦੇ ਹੋ, ਕਲਿਫ ਤੇ ਜਾਓ ਤੇ ਉੱਥੋਂ ਜੰਪ ਕਰ। ਸੋ ਇਹ ਕੀ ਕਰ ਰਿਹਾ ਸੀ, ਉਹ ਹਿਟਲਰ ਨੂੰ ਯੂਜ਼ ਕਰ ਰਿਹਾ ਸੀ, ਨਾਕਸਿਜ਼ਮ ਨੂੰ ਯੂਜ਼ ਕਰ ਰਿਹਾ ਸੀ, ਫੈਸਿਜ਼ਮ ਨੂੰ ਯੂਜ਼ ਕਰ ਰਿਹਾ ਸੀ ਕਿਸੇ ਤਰੀਕੇ ਦੇ ਨਾਲ ਗੋਰੇ ਹਾਰ ਜਾਣ। ਉਹਦੇ ਨਾਲ ਜੇ ਗੋਰੇ ਹਾਰ ਜਾਂਦੇ ਆ ਤੇ ਹਿੰਦੁਸਤਾਨ ਦਾ ਜਿਹੜਾ ਕਬਜ਼ਾ ਇਹਦੇ ਕੋਲ ਆ ਜਾਏਗਾ। ਕਰਨਲ ਸਾਹਿਬ, ਅੱਜ ਦੇ ਲਈ ਸਮਾਂ ਇੰਨਾ ਹੀ ਆ, ਮੇਰੇ ਕੋਲ 30 ਸੈਕਿੰਡ ਹੋਰ ਨੇ ਇਸ ਨੂੰ ਰੈਪ ਅਪ ਕਰਨ ਲਈ। ਪਲੀਜ਼ ਕੀ ਕਹਿਣਾ ਚਾਹੁੰਦੇ ਹੋ ਅਖੀਰ ਦੇ ਵਿੱਚ? ਕਹਿਣਾ ਮੈਂ ਚਾਹੁੰਦਾ ਕਿ ਸਾਡੇ ਲੋਕਾਂ ਦੇ ਵਿੱਚ ਇਹ ਬੜੀ ਮਿਸ ਇਨਫੋਰਮੇਸ਼ਨ ਹੈਗੀ ਕਿ ਜਿਹੜਾ ਬੰਦਾ 1948 ਵਿੱਚ ਮਰ ਗਿਆ ਸੀ, ਅਸੀਂ ਕਿਉਂ ਉਹਦੇ ਬਾਰੇ ਗੱਲ ਕਰਦੇ ਹਾਂ। ਮੈਂ ਲੋਕਾਂ ਨੂੰ ਇਹੀ ਕਹਿਣਾ ਹੁੰਦਾ ਕਿ ਇਹ ਮਰਿਆ ਨਹੀਂ, ਇਹ ਸਗੋਂ ਜਿਉਂਦਾ ਜੇ। ਤੁਸੀਂ ਹਿੰਦੁਸਤਾਨ ਜਿਹੜਾ 47 ਤੋਂ ਬਾਅਦ ਜਿਹੜਾ ਬਣਿਆ, ਤੁਸੀਂ ਉਹਨੂੰ ਦੁਬਾਰਾ ਚੈੱਕ ਕਰੋ, ਉਹਦੀ ਪੋਲਿਟਿਕਸ ਨੂੰ ਚੈੱਕ ਕਰੋ, ਔਰ ਤੁਸੀਂ ਨੋਟ ਕਰੋਗੇ ਕਿ ਇਹ ਉਹ ਸਾਰਾ ਕੰਮ ਜਿਹੜੇ ਕੰਮ ਕਰਦੇ ਇਹਦੇ ਨਾਂ ਦੇ ਉੱਤੇ ਕਰਦੇ, ਠੀਕ, ਇਹਦੇ ਬੇਸ ਦੇ ਉੱਤੇ ਕਰਦੇ, ਜੋ ਕੁਛ ਇਹਨੇ ਨੀ ਰੱਖੀਆਂ ਉਹਦੇ ਉੱਤੇ ਕਰਦੇ ਆ। ਇਹ ਮਰਿਆ ਨਹੀਂ, ਇਹ ਜਿਉਂਦਾ ਜੇ। ਧੰਨਵਾਦ ਜੀ। ਔਰ ਉਹਨੂੰ ਸਮਝਣ ਵਾਸਤੇ, ਇੰਡੀਆ ਨੂੰ ਸਮਝਣ ਵਾਸਤੇ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਗਾਂਧੀ ਅੰਡਰ ਕ੍ਰਾਸ ਐਗਜ਼ਾਮੀਨੇਸ਼ਨ, GB ਸਿੰਘ ਟਿਮ ਵਾਟਸਨ ਦੀ ਕਿਤਾਬ ਹੈ। ਕਰਨਲ ਸਾਹਿਬ, ਤੁਹਾਡੇ ਸਮੇਂ ਲਈ ਬਹੁਤ ਬਹੁਤ ਧੰਨਵਾਦ। ਫਿਰ ਕਿਸ ਦਿਨ ਸਬਬ ਬਣਿਆ ਗੱਲਬਾਤ ਹੋਏਗੀ। ਥੈਂਕ ਯੂ ਸਰ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਕਰਨਲ GB ਸਿੰਘ, ਗੱਲਬਾਤ ਕਰ ਰਹੇ ਸਨ ਅਮਰੀਕਾ ਤੋਂ। ਤੇ ਕਿਤਾਬ ਗਾਂਧੀ ਅੰਡਰ ਕ੍ਰਾਸ ਐਗਜ਼ਾਮੀਨੇਸ਼ਨ ਤੁਹਾਡੀ ਪੜ੍ਹਨ ਵਾਲੀ ਹੈ, ਉਸ ਨੂੰ ਪੜ੍ਹ ਸਕਦੇ ਹੋ ਤੇ ਉਹਨਾਂ ਦੀਆਂ ਫਾਈਂਡਿੰਗ ਨੂੰ ਚੈੱਕ ਕਰ ਸਕਦੇ ਹੋ। ਵਪਾਰਕ ਸੰਦੇਸ਼, ਉਸ ਤੋਂ ਬਾਅਦ ਖਬਰਾਂ ਤੋਂ ਬਾਅਦ ਵਾਪਸ ਆਉਣਾ ਜੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਡੋਨਾਲਡ ਟਰੰਪ ਦੀ ਸਿਹਤਯਾਬੀ ਲਈ ਸ਼ੁਭ ਇਛਾਵਾਂ ਭੇਜੀਆਂ ਹਨ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਮੇਲੇਨੀਆ ਕੱਲ ਕੋਵਿਡ ਤੋਂ ਪੀੜਤ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ 3 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਟਰੰਪ ਅਤੇ ਬਾਈਡਨ ਦਰਮਿਆਨ ਅਗਲੀ ਬਹਿਸ 15 ਅਕਤੂਬਰ ਨੂੰ ਹੋਵੇਗੀ। ਟਰੰਪ ਦੇ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਜਾਣ ਦੇ ਨਾਲ ਹੀ ਸ਼ੇਅਰ ਬਾਜ਼ਾਰ ਵਿੱਚ ਵੀ ਭਾਰੀ ਗਿਰਾਵਟ ਆ ਗਈ ਹੈ। ਇਸ ਦੇ ਨਾਲ ਹੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ 3% ਤੋਂ ਵੱਧ ਗਿਰਾਵਟ ਆਈ ਹੈ। BC ਲਿਬਰਲ ਨੇਤਾ ਐਂਡਰਿਊ ਵਿਲਕਿਨਸਨ ਅੱਜ ਫੋਰੈਸਟਰੀ ਅਤੇ ਨੈਚੁਰਲ ਰਿਸੋਰਸਸ ਦੇ ਸਬੰਧ ਵਿੱਚ ਆਪਣੀ ਨੀਤੀ ਦਾ ਐਲਾਨ ਕਰਨਗੇ। ਐਂਡਰਿਊ ਅੱਜ ਕੈਮਲੂਪਸ ਅਤੇ ਹੋਪ ਦਾ ਦੌਰਾ ਵੀ ਕਰਨਗੇ ਅਤੇ ਲਿਬਰਲਸ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਤੋਂ ਇਲਾਵਾ ਉਹ ਮੇਪਲ ਰਿਜ ਵਿੱਚ ਫੇਸਬੁੱਕ ਰਾਹੀਂ ਸਵਾਲਾਂ ਦੇ ਜਵਾਬ ਵੀ ਦੇਣਗੇ। ਗ੍ਰੀਨਸ ਪਾਰਟੀ ਦੇ ਨੇਤਾ ਸੋਨੀਆ ਫਰਸਟੀਨੋ ਅੱਜ ਕੋਵਚਿਨ ਵੈਲੀ ਵਿੱਚ ਮੀਡੀਆ ਦੇ ਮੁਖਾਤਿਬ ਹੋਣਗੇ ਅਤੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਦੂਜੇ ਪਾਸੇ NDP ਨੇਤਾ ਜੌਨ ਹੌਰਗਨ ਅੱਜ ਸਕੈਮਿਸ਼ ਵਿੱਚ ਆਪਣੀ এনवायरमेंट ਸੰਬੰਧੀ ਨੀਤੀ ਦਾ ਐਲਾਨ ਕਰਨਗੇ। ਇਸ ਦੌਰਾਨ ਹੀ ਲਿਬਰਲ ਆਗੂਆਂ ਨੇ NDP ਨੇਤਾ ਜੌਨ ਹੌਰਗਨ ਤੇ ਵਰਦਿਆਂ ਕਿਹਾ ਹੈ ਕਿ NDP ਦੇ ਕਾਰਜਕਾਲ ਦੌਰਾਨ ਕੁਦਰਤੀ ਸੋਮੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਹਨਾਂ ਕਿਹਾ ਹੈ ਕਿ 2019 ਤੋਂ ਲੈ ਕੇ ਹੁਣ ਤੱਕ ਕਰੀਬ 11 ਮਿਲਾਂ ਬੰਦ ਹੋ ਚੁੱਕੀਆਂ ਹਨ ਅਤੇ ਹਜ਼ਾਰਾਂ ਨੌਕਰੀਆਂ ਖਤਮ ਹੋ ਚੁੱਕੀਆਂ ਹਨ। ਲਿਬਰਲ ਆਗੂਆਂ ਦਾ ਕਹਿਣਾ ਹੈ ਕਿ ਜੌਨ ਹੌਰਗਨ ਦੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਵੀਰਵਾਰ ਨੂੰ BC ਵਿੱਚ ਕੋਵਿਡ ਦੇ 88 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਵਾਇਰਸ ਪੀੜਤਾਂ ਦੀ ਕੁੱਲ ਗਿਣਤੀ 9920 ਹੋ ਗਈ ਹੈ। ਦੱਸ ਦਈਏ ਕਿ 7695 ਲੋਕ ਕੋਵਿਡ ਤੋਂ ਰਿਕਵਰ ਵੀ ਕਰ ਚੁੱਕੇ ਹਨ। BC ਵਿੱਚ ਹੁਣ ਤੱਕ ਕੋਵਿਡ ਨਾਲ 235 ਮੌਤਾਂ ਹੋ ਚੁੱਕੀਆਂ ਹਨ। ਇਸ ਸਮੇਂ 69 ਵਾਇਰਸ ਪੀੜਤ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 19 ਨੂੰ ICU ਵਿੱਚ ਰੱਖਿਆ ਗਿਆ ਹੈ। ਇਸ ਸਾਲ ਜੂਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ H1B ਵੀਜ਼ਾ ਤੇ ਪਾਬੰਦੀ ਲਈ ਜਾਰੀ ਕੀਤੇ ਆਦੇਸ਼ ਨੂੰ ਸੰਘੀ ਜੱਜ ਨੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਰਾਸ਼ਟਰਪਤੀ ਪਾਬੰਦੀ ਲਗਾਉਣ ਦੇ ਸੰਵਿਧਾਨਿਕ ਅਧਿਕਾਰ ਤੋਂ ਪਰੇ ਚਲੇ ਗਏ ਹਨ। ਇਹ ਹੁਕਮ ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਦੇ ਜ਼ਿਲ੍ਹਾ ਜੱਜ ਜੈਫਰੀ ਵਾਈਟ ਨੇ ਜਾਰੀ ਕੀਤਾ ਹੈ। ਖੇਤੀ ਕਾਨੂੰਨਾਂ ਅਤੇ ਬਿਜਲੀ ਐਕਟ 2020 ਨੂੰ ਰੱਦ ਕਰਵਾਉਣ ਲਈ ਵੀਰਵਾਰ ਤੋਂ ਕਿਸਾਨਾਂ ਨੇ ਰੇਲ ਰੋਕੋ ਪ੍ਰੋਗਰਾਮ ਨੂੰ ਪੂਰੇ ਜੋਸ਼ ਨਾਲ ਲਾਗੂ ਕਰਦਿਆਂ 30 ਤੋਂ ਵਧੇਰੇ ਰੇਲ ਨਾਕਿਆਂ ਤੇ ਰੇਲ ਲਾਈਨਾਂ ਨੂੰ ਅਣਮਿੱਥੇ ਸਮੇਂ ਲਈ ਧਰਨੇ ਲਾ ਕੇ ਰੇਲ ਆਵਾਜਾਈ ਠੱਪ ਕਰ ਦਿੱਤੀ ਹੈ, ਜਿਸ ਨਾਲ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦਾ ਰੇਲ ਲਿੰਕ ਬਾਕੀ ਭਾਰਤ ਨਾਲੋਂ ਘਟ ਗਿਆ ਹੈ। ਇਸੇ ਤਰ੍ਹਾਂ 15 ਤੋਂ ਵੱਧ ਟੋਲ ਪਲਾਜ਼ੇ ਬੰਦ ਕਰਕੇ ਟ੍ਰੈਫਿਕ ਨੂੰ ਬਿਨਾਂ ਫੀਸ ਤੋਂ ਲੰਘਣ ਲਈ ਰਾਤ ਦਿਨ ਦੇ ਧਰਨੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਵੱਲੋਂ ਦਰਜਨਾਂ ਹੀ ਰਿਲਾਇੰਸ ਪੰਪ ਅਤੇ ਮਾਲਾਂ ਨੂੰ ਵੀ ਬੰਦ ਕੀਤਾ ਹੋਇਆ ਹੈ। ਸ਼ੇਰੇ ਪੰਜਾਬ ਨਿਊਜ਼ ਰੂਮ ਤੋਂ ਮੈਂ ਹਾਂ ਸਰਬਜੀਤ ਸਿੰਘ। Traffic.
and weather update. ਵੈਨਕੂਵਰ ਵਿੱਚ ਇਸ ਸਮੇਂ ਤਾਪਮਾਨ 14 ਡਿਗਰੀ ਸੈਲਸੀਅਸ ਹੈ। ਧੁੱਪ ਚੜ੍ਹਨ ਦੇ ਨਾਲ ਹਲਕੀ ਬਦਲਵਾਈ ਬਣੀ ਹੋਈ ਹੈ। ਹਵਾਵਾਂ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਨ ਤੇ ਹਵਾ ਵਿੱਚ ਨਮੀ 100% ਦੀ ਹੈ। ਅੱਜ ਸੂਰਜ ਸਵੇਰੇ 7:14 ਤੇ ਚੜ੍ਹਿਆ ਅਤੇ ਸ਼ਾਮ ਨੂੰ 6:47 ਤੇ ਛਿਪੇਗਾ। ਰਹਿੰਦੇ ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡਾ ਫੇਰ ਨਿੱਘਾ ਹਾਰਦਿਕ ਸਵਾਗਤ ਹੈ। AM 600 ਤੇ ਸ਼ੇਰੇ ਪੰਜਾਬ ਰੇਡੀਓ ਰਿਚਮੰਡ ਤੋਂ 150-200 ਕਿਲੋਮੀਟਰ ਆਲੇ ਦੁਆਲੇ ਵੈਨਕੂਵਰ ਤੋਂ ਤੁਸੀਂ ਸੁਣ ਰਹੇ ਹੋ। ਸ਼ੇਰੇ ਪੰਜਾਬ radio.ca ਵੈਬਸਾਈਟ ਹੈ। ਜਿੱਥੇ ਵੀ ਦੁਨੀਆ ਦੇ ਵਿੱਚ ਬੈਠੇ ਹੋ ਇਸ ਨੂੰ ਅੱਗੇ ਭੇਜ ਦਿਓ। ਐਪ ਤੁਹਾਡੇ ਲਈ 10 ਦਿਨਾਂ ਦੇ ਵਿੱਚ ਹਾਜ਼ਰ ਤੁਹਾਡੀ ਸੇਵਾ 'ਚ ਹੋ ਜਾਣਾ। ਲਿਸਨ ਲਾਈਨ ਵੀ ਇੱਕ ਛੇਤੀ ਹੋ ਰਹੀ ਹੈ ਕਿਉਂਕਿ ਸਟੂਡੀਓ 15 ਦਿਨ ਪਹਿਲਾਂ ਸ਼ੁਰੂ ਕੀਤਾ ਸੀ। ਸਟਾਫ ਜਿਹੜਾ ਸਾਡਾ ਸਪੋਰਟਿੰਗ ਸਟਾਫ ਹੈ, ਰਿਚਰਡ ਸ਼ਰਮਾ ਜੀ ਪ੍ਰੋਡਿਊਸਰ ਨੇ, ਰੋਮਨ ਮੇਰੇ ਸ਼ੋਅ ਦੀ ਪ੍ਰੋਡਿਊਸਰ ਹੈ, ਪਲਵੀ ਜਿਹੜੇ ਨੇ ਉਹ ਸਾਡੇ ਰਿਸੈਪਸ਼ਨ 'ਤੇ ਨੇ ਤੇ ਬਹੁਤ ਵੱਡੀ ਟੀਮ ਹੈ ਨੌਜਵਾਨ ਮੁੰਡਿਆਂ ਦੀ। 5-6 ਯੰਗ ਮੁੰਡੇ ਨੇ ਜਿਹੜੇ ਪੰਜਾਬ ਤੋਂ ਮੁੰਡੇ ਕੁੜੀਆਂ ਆਈ। ਦੇਖਿਓ ਪੈਰਾਂ ਹੇਠ ਅੱਗ ਕਿਵੇਂ ਮੱਚਦੀ ਹੈ ਤੇ ਕਿਵੇਂ ਕੰਮ ਕਰਦੇ ਨੇ ਉਹ। ਕਿਸ ਤਰ੍ਹਾਂ ਆ ਕੇ ਤੁਹਾਨੂੰ ਪਤਾ ਲੱਗੂ ਭਵਿੱਖ ਖੜਾ ਕਿੱਥੇ ਹੈ। ਜਿਹੜੀਆਂ ਗੱਲਾਂ ਹੁੰਦੀਆਂ ਨਾ ਬਈ ਉੱਥੇ ਦੇ ਆਏ ਕੰਮ ਨਹੀਂ ਕਰਦੇ, ਆ ਕੇ ਵੇਖਿਓ ਸਟੂਡੀਓ 'ਚ ਕੰਮ ਕਿਵੇਂ ਹੁੰਦਾ। ਹੁਣ ਮੈਂ ਗੱਲਬਾਤ ਇਸ ਸਿਲਸਿਲੇ 'ਚ ਕਰਨੀ ਹੈ ਕਿ ਸਰਪੰਚ ਸਾਹਿਬ ਨੂੰ ਵਾਈਟ ਹਾਊਸ ਦੇ ਵਿੱਚ ਪਹੁੰਚੇ ਕੱਲ੍ਹ ਤੇ ਉਹ ਕਹਿੰਦੇ ਬੁਖਾਰ ਹੋ ਗਿਆ ਤੇ ਮੈਨੂੰ ਕੋਵਿਡ ਪੋਜ਼ੀਟਿਵ। ਉਹ ਤੇ ਪ੍ਰੈਜ਼ੀਡੈਂਟ ਟਰੰਪ ਤੇ ਮਲੇਨੀਆ ਟਰੰਪ ਦੋਨੇ ਪੋਜ਼ੀਟਿਵ ਪਾਏ ਗਏ। ਕੀ ਹੋਏਗਾ ਕੈਂਪੇਨ ਦਾ, ਕਿੱਧਰ ਨੂੰ ਗੱਲ ਜਾਏਗੀ? ਪਰ ਇਸ ਦੇ ਨਾਲ ਹੀ ਇੱਕ ਕੋਵਿਡ-19 ਦੀ ਵੈਕਸੀਨ ਦੀ ਗੱਲ ਹੋ ਰਹੀ ਆ। ਕਿੱਥੇ ਹੋ ਰਹੀ ਹੈ? ਚੰਡੀਗੜ੍ਹ ਦੇ ਵਿੱਚ PGI ਦੇ ਵਿੱਚ। PGI ਤੇ UK ਦੀ ਸਰਕਾਰ ਕੁਛ ਰਲ ਕੇ ਕੰਮ ਕਰ ਰਹੀ ਹੈ। ਮੇਰੇ ਨਾਲ ਤਰਨੀ ਗਾਂਧੀ ਜੀ ਨੇ ਜਿਹੜੇ ਫਰੀਲੈਂਸ ਜਰਨਲਿਸਟ ਨੇ, ਇਨਵੈਸਟੀਗੇਟਿਵ ਜਰਨਲਿਜ਼ਮ ਉਹਨਾਂ ਨੇ ਬਹੁਤ ਕੀਤਾ, ਖਾਸ ਤੌਰ 'ਤੇ ਮੈਡੀਕਲ ਫੀਲਡ ਦੇ ਵਿੱਚ ਹੈਲਥ ਕੋਰਸਪੋਂਡੈਂਟ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ PGI 'ਚ ਹੋ ਰਿਹਾ, ਵੈਕਸੀਨ ਕੀ ਬਣ ਰਹੀ ਹੈ ਤੇ ਜਿਹੜੀਆਂ ਰਿਸਰਚ ਚੱਲ ਰਹੀ ਹੈ ਉਹ ਕੀ ਹੈ। ਤਰਨੀ ਜੀ ਤੁਹਾਡਾ ਸਵਾਗਤ ਹੈ ਹਰਜੀਤ ਗਿੱਲ ਸ਼ੋਅ ਦੇ ਸ਼ੇਰੇ ਪੰਜਾਬ ਤੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਤੁਹਾਡੇ ਸਮੇਂ ਦਾ ਜੀ। ਅੱਛਾ, PGI ਦੇ ਵਿੱਚ ਇੱਕ ਵੈਕਸੀਨ ਦੀ ਗੱਲ ਜਿਹੜੀ ਹੈ ਉਹ ਉਸ ਦਾ ਪਤਾ ਲੱਗਿਆ, ਉਸ ਦੀ ਕੀ ਖਬਰ ਹੈ ਜੀ ਸਾਰੀ? ਦੇਖੋ ਜੀ, ਇੱਦਾਂ ਹੈਗਾ ਕਿ UK ਦੀ ਜਿਹੜੀ ਆਪਣੀ ਯੂਨੀਵਰਸਿਟੀ ਹੈਗੀ ਹੈ ਆਕਸਫੋਰਡ, ਉਹਨਾਂ ਨੇ ਇੱਕ ਵੈਕਸੀਨ ਦਾ ਹਿਊਮਨ ਟਰਾਇਲ ਜਿਹੜਾ ਸੀਗਾ ਕੋਵਿਸ਼ੀਲਡ, ਉਸ ਵੈਕਸੀਨ ਦਾ ਨਾਮ ਹੈ, ਉਹਦਾ ਹਿਊਮਨ ਟਰਾਇਲ PGI ਨੂੰ ਦਿੱਤਾ ਹੈਗਾ। ਠੀਕ ਹੈ ਜੀ। ਤਾਂ ਇਸ ਹਿਊਮਨ ਟਰਾਇਲ ਦੀ ਇੱਕ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਾਂ ਜਿਹੜੇ ਹੈਲਦੀ ਬੰਦੇ ਨੇ, ਹੈਲਦੀ ਬੰਦੇ ਜਿਨ੍ਹਾਂ ਨੂੰ ਕੋਵਿਡ ਨਹੀਂ ਹੋਇਆ ਹੈ, ਉਹਨਾਂ ਨੂੰ ਪਾਰਟਿਸਿਪੈਂਟ ਬਣਾਈਏ। ਹੁਣ ਜਿਹੜੀ ਚੰਗੀ ਖਬਰ ਹੈ ਇਸ 'ਚ, ਉਹ ਵੈਕਸੀਨ ਨੂੰ ਲੈ ਕੇ ਮਤਲਬ ਵੈਕਸੀਨ ਨੂੰ, ਪਰਟੀਕੂਲਰ ਵੈਕਸੀਨ ਨੂੰ ਲੈ ਕੇ ਨਹੀਂ ਹੈ, ਪਰ ਇਸ ਤੋਂ ਵੀ ਵੱਡੀ ਖਬਰ ਹੈ। ਵੱਡੀ ਖਬਰ ਇਹ ਹੈ ਕਿ ਅਸੀਂ ਸਾਰੇ ਹਰਡ ਇਮਿਊਨਿਟੀ ਵੱਲ ਤੁਰ ਪਏ ਹਾਂ। ਹੁਣ ਇਹ ਗੱਲ ਕਿੱਦਾਂ ਸਾਬਿਤ ਹੋਈ? ਸਾਡੇ ਵਰਦੀ ਗਵਰਨਰ ਸਾਹਿਬ ਹੈਗੇ ਨੇ, UT ਐਡਮਿਨਿਸਟ੍ਰੇਟਰ ਹੈ VPS ਬਦਨੌਰ ਜੀ। ਉਹਨਾਂ ਨੇ PGI ਨੂੰ ਹੁਕਮ ਦਿੱਤਾ ਕਿ ਤੁਸੀਂ ਸੀਰੋ ਸਰਵੇ ਕਰੋ ਚੰਡੀਗੜ੍ਹ ਦਾ। ਇਸ ਸੀਰੋ ਸਰਵੇ ਦੇ ਵਿੱਚ ਜਿਹੜੇ ਤਾਂ ਕੋਵਿਡ ਤੋਂ ਰਿਕਵਰ ਹੋ ਚੁੱਕੇ ਸੀਗੇ 80 ਲੋਕ, ਠੀਕ ਹੈ ਜੀ, ਉਹ ਤੇ ਜਿਹੜੇ ਕੋਵਿਸ਼ੀਲਡ ਵੈਕਸੀਨ ਵਿੱਚ ਹੈਲਦੀ ਬੰਦੇ ਸੀਗੇ ਤਕਰੀਬਨ 66, ਉਹ ਇਹਨਾਂ ਦੋਨਾਂ ਦਾ ਐਂਟੀਬੋਡੀ ਟੈਸਟ ਕੀਤਾ, ਜਿਹਨੂੰ ਆਪਾਂ ਕਹਿੰਦੇ ਹਾਂ IgG ਐਂਟੀਬੋਡੀ ਟੈਸਟ। ਹੁਣ ਇਹ ਟੈਸਟ ਕੀ ਹੈ? ਇਹ ਟੈਸਟ ਨਾ ਤੁਹਾਡਾ ਹੋਏਗਾ ਤੇ ਤੁਹਾਨੂੰ ਦੱਸੇਗਾ ਕਿ ਤੁਹਾਡੇ ਅੰਦਰ, ਸਾਡੇ ਸਰੀਰ ਦੇ ਅੰਦਰ ਕੋਵਿਡ ਤੋਂ ਲੜਨ ਵਾਲੀ ਐਂਟੀਬੋਡੀ ਪੈਦਾ ਹੋ ਗਈ ਹੈ। ਹੁਣ ਕਾਮਨ ਇਨਸਾਨ ਨੂੰ, ਜਿਹੜਾ ਆਮ ਇਨਸਾਨ ਹੈ, ਉਹਨੂੰ ਤਾਂ ਇਹੀ ਲੱਗੂਗਾ ਨਾ ਕਿ ਜੇ ਮੈਨੂੰ ਕੋਵਿਡ ਹੋਇਆ ਹੈ, ਸਹੀ ਮੇਰੇ ਅੰਦਰ ਐਂਟੀਬੋਡੀ ਬਣੀ ਹੈ ਨਾ ਜੀ। ਆਪਾਂ ਨੂੰ ਤਾਂ ਇਹੀ ਗੱਲ ਸਮਝ ਆਉਂਦੀ ਹੈ। ਤਾਂ ਜਿਹੜੇ ਤਾਂ 80 ਲੋਕ ਸੀ ਜਿਹੜੇ ਰਿਕਵਰ ਹੋ ਚੁੱਕੇ ਸੀਗੇ ਕੋਵਿਡ ਤੋਂ, ਉਹਨਾਂ ਦੇ ਐਂਟੀਬੋਡੀ ਟੈਸਟ ਹੋਏ ਤਾਂ ਉਹਨਾਂ ਦਾ 82% ਰੇਸ਼ੋ ਆ ਗਈ ਕਿ ਉਹਨਾਂ ਦੇ ਅੰਦਰ ਐਂਟੀਬੋਡੀ ਹੈਗੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਇਹ ਕੋਵਿਸ਼ੀਲਡ ਵਾਸਤੇ ਹੈਲਦੀ ਬੋਡੀਜ਼ ਜਿਹੜੀ ਸੀਗੀ, ਮਤਲਬ ਹੈਲਦੀ ਪਾਰਟੀਸਪੈਂਟ ਸੀਗੇ, ਜਿਹੜੇ ਜਿਨ੍ਹਾਂ ਨੂੰ ਇਹ ਸੀਗਾ ਕਿ ਸਾਨੂੰ ਕਦੀ ਕੋਵਿਡ ਹੋਇਆ ਹੀ ਨਹੀਂ ਹੈ, ਉਹਨਾਂ ਵਿੱਚ ਵੀ ਐਂਟੀਬੋਡੀ 5 ਵਿੱਚ ਪਾਈਆਂ ਗਈਆਂ, ਜੋ PGI ਨੂੰ ਬੜੀ ਹੈਰਾਨੀ ਹੋਈ, ਪਾਰਟੀਸਪੈਂਟ ਨੂੰ ਵੀ ਬੜੀ ਹੈਰਾਨੀ ਹੋਈ। ਹੁਣ ਗੱਲ ਇਹ ਹੈ ਕਿ ਉਹ ਜਿਹੜੇ 5 ਲੋਕ ਸੀ, ਠੀਕ ਹੈ ਜੀ, ਜਿਨ੍ਹਾਂ ਵਿੱਚ ਐਂਟੀਬੋਡੀ ਪਾਈ ਗਈ,
ਉਹਨਾਂ ਨੂੰ ਕਦੀ ਪਤਾ ਹੀ ਨਹੀਂ ਚੱਲਿਆ ਕਿ ਉਹਨਾਂ ਨੂੰ ਕੋਵਿਡ ਹੋਇਆ। ਹੈਲੋ ਜੀ ਸੁਣ ਰਹੇ ਹਾਂ ਜੀ। ਉਹਨਾਂ ਨੂੰ ਜੀ ਤੇ ਉਹਨਾਂ ਨੂੰ ਨਾ ਜੀ ਪਤਾ ਹੀ ਨਹੀਂ ਚੱਲਿਆ ਉਹਨਾਂ ਨੂੰ ਕੋਵਿਡ ਹੋਇਆ। ਉਹ ਅਸਿਮਟੋਮੈਟਿਕ, ਆਪਾਂ ਨੇ ਕਈ ਸੁਣਿਆ ਨਾ ਕਿ ਅਸਿਮਟੋਮੈਟਿਕ ਲੋਕੀ ਹੈਗੇ ਨੇ, ਹੈ ਨਾ ਜੀ, ਘੁੰਮ ਰਹੇ ਨੇ, ਉਹਨਾਂ ਨੂੰ ਨਹੀਂ ਪਤਾ ਚੱਲਦਾ। ਪਰ ਇਹ ਜਿਹੜੇ ਪੇਸ਼ੈਂਟ ਹੈਗੇ ਹੈ ਜਿਨ੍ਹਾਂ ਨੂੰ ਇਹਨਾਂ ਕੋਵਿਸ਼ੀਲਡ ਦੇ ਵਿੱਚ ਆਪਾਂ ਨੇ ਪਾਰਟਿਸਪੈਂਟ ਬਣਾਇਆ, ਉਹਨਾਂ ਦੇ ਐਂਟੀਬੋਡੀ ਟੈਸਟ ਪਤਾ ਚੱਲੇ, ਉਹ 7.6 ਰੇਸ਼ੋ ਨਿਕਲ ਕੇ ਆਈ ਹੈ। 7.6%। ਸਮਝ ਰਹੇ ਹੋ ਤੁਸੀਂ? 66 ਵਿੱਚ ਹੈਲਦੀ ਬੋਡੀ, ਹੈਲਦੀ ਪਾਰਟਿਸਪੈਂਟ ਜੀ, ਉਹਨਾਂ ਵਿੱਚ 5 ਪੇਸ਼ੈਂਟ ਇਹੋ ਜਿਹੇ ਨੇ ਜਿਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਉਹਨਾਂ ਨੂੰ ਕੋਰੋਨਾ ਹੋਇਆ ਜੀ, ਪਰ ਐਂਟੀਬੋਡੀ ਟੈਸਟ ਨੇ ਦੱਸਤਾ ਕਿ ਤੁਹਾਡੇ ਅੰਦਰ ਐਂਟੀਬੋਡੀ ਬਣ ਰਹੇ ਨੇ ਤਾਂ ਤੁਹਾਨੂੰ ਕੋਰੋਨਾ ਕਦੀ ਹੋਇਆ ਸੀ। ਇਹਦਾ ਮਤਲਬ ਕਲੀਅਰ ਇੰਡੀਕੇਸ਼ਨ ਹੈ ਕਿ ਅਸੀਂ ਹਰਡ ਇਮਿਊਨਿਟੀ ਵੱਲ ਤੁਰ ਪਏ ਹਾਂ। ਬਿਲਕੁਲ ਠੀਕ। ਜਿੱਦਾਂ ਦੀ ਮੈਂ ਇੱਕ ਹੋਰ, ਜਿੱਦਾਂ ਮੈਂ ਤੁਹਾਨੂੰ ਜੇ ਥੋੜੀ ਜਿਹੀ ਹੋਰ ਐਗਜ਼ਾਮਪਲ ਦੇਵਾਂ, ਇਹਦਾ ਮਤਲਬ ਏਦਾਂ ਹੁੰਦਾ ਕਿ ਮੰਨ ਲਓ ਆਪਾਂ ਪਹਾੜਾਂ ਵਿੱਚ ਘੁੰਮ ਰਹੇ ਹਾਂ ਤੇ ਚਾਰੋਂ ਤਰਫ ਬੜਾ ਹਨੇਰਾ ਹੈ, ਆਪਾਂ ਕਿਤੇ ਨਹੀਂ ਵੇਖ ਪਾ ਰਹੇ, ਤੇ ਪਹਾੜੀ ਦੇ ਉੱਤੇ ਜੇ ਛੋਟੀ ਜਿਹੀ ਜੋਤ ਜਗ ਰਹੀ ਹੋਏ ਤਾਂ ਆਪਾਂ ਉਹਦੇ ਵੱਲ ਦੇਖਦੇ ਹਾਂ ਨਾ। ਬਿਲਕੁਲ ਠੀਕ ਹੈ ਨਾ ਜੀ, ਕਿ ਆਪਾਂ ਨੂੰ ਡਾਇਰੈਕਸ਼ਨ ਮਿਲ ਗਈ ਹੈ ਨਾ ਜੀ, ਆਪਾਂ ਆਪਟੀਮਿਸਟਿਕ ਹੋ ਜਾਂਦੇ। ਇਹ ਉਹ ਆਪਟੀਮਿਸਟਿਕ ਨਿਊਜ਼ ਹੈ ਸਾਡੇ ਸਭ ਦੇ ਲਈ ਕਿ ਜੋ ਆਪਾਂ ਬਿਲਕੁਲ ਦਿਲ ਢਾ ਕੇ ਬੈਠੇ ਹੋਏ ਸੀ ਕਿ ਆਹ ਕਿਹੋ ਜਿਹਾ ਵਾਇਰਸ ਆ ਗਿਆ, ਸਾਰੀ ਹੈ ਨਾ ਜੀ, ਸਾਰੇ ਜੀ ਸੂਬਿਆਂ ਨੂੰ, ਸਾਰੀ ਮਾਨਵਤਾ ਨੂੰ ਕਿੱਥੇ ਲਿਆ ਕੇ ਖੜਾ ਕਰਤਾ। ਤਾਂ ਇਹ ਹਰਡ ਇਮਿਊਨਿਟੀ, ਯਾਨੀ ਆਪਾਂ ਇੱਕ ਰਾਹ ਵੱਲ ਤੁਰ ਪਏ ਹਾਂ। ਹੁਣ ਦੂਜੀ ਇਸ 'ਚ ਵੱਡੀ ਗੱਲ ਇਹ ਹੈ ਜੀ ਕਿ ਜਿਹੜੇ ਪਾਰਟਿਸਪੈਂਟ ਇਹਨੂੰ ਜਦਕਿ ਇਹਨੂੰ ਹਲੇ ਇਹਨੂੰ ਡਿਕਲੇਅਰ ਕਰਨਾ ਬਹੁਤ ਜਲਦੀ ਹੋਏਗੀ। ਹਲੇ PGI ਦੀ ਰਿਸਰਚ ਚੱਲ ਰਹੀ ਹੈ, ਬਹੁਤ ਸਾਰੇ ਪਾਰਟਿਸਪੈਂਟ ਹਲੇ ਆਉਣਗੇ ਆਉਣ ਵਾਲੇ ਟਾਈਮ 'ਚ। ਪਰ ਸੱਚਾਈ ਇਹਦੇ ਵਿੱਚ ਇਹ ਆ ਰਹੀ ਹੈ ਕਿ ਜੇ ਮੰਨ ਲਓ ਕੋਈ 4 ਸਾਲ ਦਾ ਬੱਚਾ ਹੈ ਜੀ, ਠੀਕ ਹੈ ਜੀ, ਤੇ 40 ਸਾਲ ਦਾ ਹੁੰਦੇ ਉਹਨੂੰ ਕਦੀ ਪੇਟ 'ਚ ਦਰਦ ਹੋਇਆ, ਠੀਕ ਹੈ ਜੀ, ਹੁਣ ਇੰਨੇ ਸਾਲ ਨਿਕਲ ਗਏ ਨਾ, 32 ਸਾਲ ਨਿਕਲ ਗਏ ਉਹਦੇ। 32 ਸਾਲ ਉਹਦੇ ਸਰੀਰ 'ਚ ਕੋਈ ਬਿਮਾਰੀ ਸੀ, ਉਹਨੂੰ ਪਤਾ ਹੀ ਨਹੀਂ ਸੀ, ਠੀਕ ਹੈ ਜੀ। ਜੇ ਆਪਾਂ ਨੂੰ ਪਤਾ ਹੀ ਨਹੀਂ ਹੋਏਗਾ ਸਾਨੂੰ ਕੋਵਿਡ ਹੈ, ਠੀਕ ਹੈ, ਆਪਾਂ ਉਸ ਤੋਂ ਆਪੇ ਬਾਹਰ ਨਿਕਲ ਜਾਵਾਂਗੇ। ਅੱਛਾ, ਇਹਨੂੰ ਹੀ ਹਰਡ ਇਮਿਊਨਿਟੀ ਕਹੀ ਜਾਂਦਾ। ਬਿਲਕੁਲ ਠੀਕ ਹੈ ਤਰਨੀ ਜੀ। ਇੱਥੇ ਵੀ ਐਂਗਸ ਰੀਡ ਇੱਕ ਗਰੁੱਪ ਹੈ, ਤੁਸੀਂ ਵੀ ਫੋਲੋ ਕਰਦੇ ਹੋਣਗੇ, ਉਹਨਾਂ ਨੇ ਵੀ ਇੱਕ ਪੋਲ ਕੀਤੀ ਆ ਕੈਨੇਡੀਅਨਸ ਤੇ। 32% ਲੋਕ ਜਿਹੜੇ ਕਿਸੇ ਸਮੇਂ 52% ਸੀ ਅਗਸਤ ਦੇ ਵਿੱਚ, ਉਹ ਕਹਿੰਦੇ ਵੀ ਅਸੀਂ ਜਦ ਇਮੀਡੀਏਟ ਆਈ ਵੈਕਸੀਨ ਅਸੀਂ ਲਵਾ ਲਾਂਗੇ ਜਦੀ, ਤੇ ਦੂਜੇ ਹੀ ਇੰਨੇ ਕੇ ਪਰਸੈਂਟ ਕਹਿ ਰਹੇ ਨੇ ਅਸੀਂ ਦੇਖਾਂਗੇ, ਸੋਚ ਕੇ ਕਰਵਾਵਾਂਗੇ ਜਦ ਸਮਾਂ ਮਿਲਿਆ। ਕੁਝ ਇਹ ਵੀ ਕਹਿ ਰਹੇ ਨੇ ਵੀ ਅਸੀਂ ਵੈਕਸੀਨੇਸ਼ਨ ਕਰਾਉਣੀ ਓ ਨਹੀਂ। ਇਹ ਵੀ ਗੱਲ ਚੱਲ ਰਹੀ ਹੈ ਦੁਨੀਆ ਦੇ ਵਿੱਚ, ਕਿਉਂਕਿ ਆਯੁਰਵੇਦਾ ਨੇ ਕੁਝ ਚੀਜ਼ਾਂ ਕਹਿ ਦਿੱਤੀਆਂ ਕਿ ਤੁਲਸੀ ਤੇ ਇਮਿਊਨ ਬੂਸਟਰ, ਕੁਝ ਵੀ ਤੁਸੀਂ, ਸਾਡੇ ਤਾਂ ਘਰਾਂ ਦੇ ਵਿੱਚ ਸਾਰਾ ਕੁਝ ਜਿਹੜਾ ਉਹ ਔਸ਼ਧੀਆਂ ਹੀ ਨੇ। ਜਿਹੜਾ ਸਾਡਾ ਡੱਬਾ ਹੈ ਲੂਣਦਾਨੀ, ਜਿਸ ਨੂੰ ਲੂਣਦਾਨੀ ਕਹਿੰਦੇ ਆ, ਉਹਦੇ 'ਚ ਜਿਹੜਾ ਸਮਾਨ ਹੈ, ਬਿਲਕੁਲ ਸਾਡੀ ਰਸੋਈ ਹੈ, ਉਹ ਆਪਣੇ ਆਪ 'ਚ ਇਮਿਊਨਿਟੀ ਦਾ ਹੀ ਪੂਰਾ ਬੰਦੋਬਸਤ ਹੈਗਾ ਸਾਡੀ ਰਸੋਈ। ਇਹੀ ਕਾਰਨ ਹੈਗਾ ਜੀ ਕਿ ਸਾਡੇ ਇੰਡੀਆ ਵਿੱਚ ਮੈਕਸਿਮਮ ਲੋਕ ਅਸਿਮਟੋਮੈਟਿਕ ਹੈਗੇ ਆ। ਇਹ ਸਭ ਤੋਂ ਵੱਡਾ ਕਾਰਨ ਹੈ ਸਾਡੀ ਰਸੋਈਆਂ। ਇਨ ਜਨਰਲ ਲੋਕ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ ਜੀ ਪੰਜਾਬ ਦੇ ਵਿੱਚ ਜਦ ਕਿਸੇ ਨੂੰ ਹੋ ਵੀ ਜਾਂਦਾ, ਕਿਉਂਕਿ ਵੈਂਟੀਲੇਟਰ ਹੈ ਨਹੀਂ, ਸਹੂਲਤਾਂ ਹੈ ਨਹੀਂ। ਇਨ ਜਨਰਲ ਲੋਕ ਇਹ ਗੱਲ ਤੇ ਅਵੇਅਰ ਨੇ ਕਿ ਉਹ ਆਪਣਾ ਖਿਆਲ ਰੱਖਣ ਲਈ ਇਹ ਚੀਜ਼ਾਂ ਔਸ਼ਧੀਆਂ ਵਰਤ ਰਹੇ ਨੇ, ਤੁਲਸੀ ਜਾਂ ਪੁਦੀਨਾ ਜਾਂ ਜੈਫਲ ਹੈ, ਜਵਿਤਰੀ ਹੈ, ਲੌਂਗ ਨੇ, ਇਲਾਇਚੀ ਹੈ, ਮਲੱਠੀ ਹੈ, ਇਹ ਵਰਤ ਰਹੇ ਨੇ ਜੀ ਲੋਕ? ਇਹ ਗੱਲ ਹੈ ਕੁਛ? ਜੀ ਬਿਲਕੁਲ ਵਰਤ ਰਹੇ ਨੇ ਜੀ। ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਕਿ ਪੰਜਾਬ ਵਿੱਚ ਗਲਤ ਫਹਿਮੀਆਂ ਜਾਣ-ਬੁੱਝ ਕੇ ਫੈਲਾਈਆਂ ਗਈਆਂ, ਠੀਕ ਹੈ ਜੀ। ਸਭ ਤੋਂ ਵੱਡੀ ਗਲਤਫਹਿਮੀ ਇਹ ਫੈਲਾਈ ਗਈ, ਇਹ ਕਿੰਨੇ ਫੈਲਾਈ ਇਹ ਨਹੀਂ ਪਤਾ ਹੈਗਾ, ਪਰ ਗਲਤਫਹਿਮੀਆਂ ਫੈਲਾਈਆਂ ਗਈਆਂ ਇਹ ਕਹਿ ਕੇ ਕਿ ਜੇ ਤੁਸੀਂ ਟੈਸਟ ਕਰਾਓਗੇ, ਤੁਸੀਂ ਹਸਪਤਾਲ 'ਚ ਜਾਓਗੇ ਤਾਂ ਤੁਹਾਡੇ ਅੰਗ ਕੱਢ ਲੈਣਗੇ, ਹੈ ਨਾ ਜੀ, ਤੁਹਾਨੂੰ ਕੁਝ ਹੋ ਜਾਏਗਾ, ਤੁਹਾਨੂੰ ਮਾਰ ਦਿੱਤਾ ਜਾਏਗਾ। ਐਸਾ ਨਹੀਂ ਹੁੰਦਾ। ਹੁਣ ਏਦਾਂ ਕਿਉਂ ਨਹੀਂ ਹੁੰਦਾ? ਮੈਂ ਇਸ ਤੇ ਇੱਕ ਵੀਡੀਓ ਵੀ ਬਣਾਈ ਸੀ ਜਿਹੜੀ ਪੰਜਾਬ ਸਰਕਾਰ ਨੇ ਬੜੇ ਵੱਡੇ ਪੱਧਰ ਤੇ ਉਹਨੂੰ ਸ਼ੇਅਰ ਕੀਤਾ ਸੀਗਾ। ਨਤੀਜੇ ਦੇ ਡਾਕਟਰ ਹੈ ਜਿਹੜੇ ਟ੍ਰਾਂਸਪਲਾਂਟ ਸਰਜਨ ਹੁੰਦੇ, ਉਹਨਾਂ ਨਾਲ ਗੱਲ ਕਰਕੇ ਇੱਕ ਵੀਡੀਓ ਬਣਾਈ ਸੀ ਮੈਨੇ ਕਿ ਇੱਕ ਅੰਗ ਕੱਢਣ ਲਈ ਕਿੰਨੇ ਸਾਰੇ ਪੜਾਵਾਂ ਨੂੰ ਕ੍ਰਾਸ ਕਰਨਾ ਪੈਂਦਾ ਹੈ। ਬਿਲਕੁਲ ਠੀਕ ਹੈ ਜੀ। ਜੇ ਮੈਂ ਉਹੀ ਭਲੀ ਮਾਨਸਾ ਨੂੰ ਤੁਹਾਡੇ ਥਰੂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜੀ ਤੁਸੀਂ ਇਹ ਖੁਦ ਸੋਚੋ ਕਿ ਇੰਨੇ ਤਾਂ ਕੋਵਿਡ ਦੇ ਪੇਸ਼ੈਂਟ ਵੀ ਨਹੀਂ ਆਏ ਜਿੰਨੀ ਲਾਵਾਰਿਸ ਲਾਸ਼ਾਂ ਸਰਕਾਰੀ ਹਸਪਤਾਲ 'ਚ ਆਉਂਦੀਆਂ। ਜੇ ਅੰਗ ਹੀ ਕੱਢਨੇ ਹੁੰਦੇ ਤਾਂ ਲਾਵਾਰਿਸ ਲਾਸ਼ਾਂ ਕਿਹੜੀ ਮਾਰੀ ਹੈ ਜੀ ਸਰਕਾਰ ਨੇ, ਉਹ ਵੀ ਕੱਢ ਲੈਂਦੇ ਉਹਨਾਂ ਤੋਂ।
ਠੀਕ ਹੈ ਜੀ। ਬਿਲਕੁਲ ਦੂਜੀ ਬਹੁਤ ਵੱਡੀ ਗੱਲ ਜੋ ਕਾਮਨ ਸੈਂਸ ਬੰਦੇ ਨੂੰ ਲਾਣੀ ਚਾਹੀਦੀ ਹੈ ਕਿ ਕੋਈ ਵੀ ਸਰਕਾਰ ਹੈ ਜਿਹੜੀ ਉਹ ਮੁਰਦਿਆਂ ਤੇ ਨਹੀਂ ਚੱਲਦੀ। ਮੁਰਦੇ ਵੋਟ ਪਾਣ ਨਹੀਂ ਜਾਂਦੇ, ਜਿੰਦਾ ਲੋਕ ਵੋਟ ਪਾਣ ਜਾਂਦੇ ਹਨ। ਤਾਂ ਸਰਕਾਰ ਨੂੰ ਤੁਹਾਨੂੰ ਮਾਰ ਕੇ ਕੁਝ ਨਹੀਂ ਮਿਲਣਾ। ਬਿਲਕੁਲ ਠੀਕ ਹੈ, ਠੀਕ ਹੈ ਜੀ। ਸਰਕਾਰ ਤੁਹਾਨੂੰ ਮਾਰ ਕੇ ਕੀ ਕਰੇਗੀ? ਕੁਝ ਨਹੀਂ ਮਿਲਣ ਵਾਲਾ ਉਹਨਾਂ ਨੂੰ। ਇੱਕ ਅੰਗ ਵੇਚ ਕੇ ਉਹਨੂੰ 10 ਲੱਖ ਹੀ ਮਿਲਨੇ ਹੈ। ਜੇ ਮੰਨ ਲਓ ਤੁਹਾਡੇ ਅੰਗ ਵੇਚ ਵੀ ਰਹੇ ਹੈ, 2 ਮਿੰਟ ਲਈ ਮੰਨ ਵੀ ਲਈਏ ਤਾਂ 10 ਲੱਖ ਦੀ ਕਹਾਣੀ ਹੈ। ਸਰਕਾਰ ਉਹਦੇ ਕਰੋੜਾਂ ਅਰਬਾਂ ਦੀ ਗੇਮ ਖੇਡਦੀ ਹੈ, 10 ਲੱਖ ਪਿੱਛੇ ਕੀ ਭੱਜੂਗੀ? ਠੀਕ ਹੈ, ਬਿਲਕੁਲ ਠੀਕ ਹੈ ਗੱਲ। ਹੁਣ ਦੂਜੀ ਗੱਲ ਕਿ ਵੈਂਟੀਲੇਟਰ ਨਹੀਂ ਹੈ, ਵੈਂਟੀਲੇਟਰ ਨਹੀਂ ਹੈ ਤਾਂ ਵੈਂਟੀਲੇਟਰ ਹੈ। ਹੁਣ ਇੱਥੇ ਦੇ ਲੋਕਾਂ ਨੂੰ ਦੋ ਛੋਟੀ ਛੋਟੀ ਗੱਲਾਂ ਨਹੀਂ ਸਮਝ ਆਉਂਦੀਆਂ ਕਿ ਆਕਸੀਜਨ ਔਰ ਵੈਂਟੀਲੇਟਰ ਦੋਨਾਂ 'ਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ। ਬਿਲਕੁਲ ਠੀਕ ਹੈ। ਇੱਕ ਨੂੰ ਹੁੰਦਾ ਆਕਸੀਜਨ ਦੇਣਾ, ਇੱਕ ਹੁੰਦਾ ਵੈਂਟੀਲੇਟ ਕਰਨਾ, ਮਤਲਬ ਸਾਡੇ ਲੰਗਸ ਨੂੰ ਸਿਕੋੜਨਾ, ਫੈਲਾਣਾ, ਉਹਦੀ ਪੂਰੀ ਐਕਸਰਸਾਈਜ਼ ਕਰਾਣਾ, ਉਹਨੂੰ ਵੈਂਟੀਲੇਟ ਕਰਨਾ ਕਹਿੰਦੇ ਆ। ਉਹਦੇ ਵਾਸਤੇ ਤੁਹਾਨੂੰ ਇਨਟਿਊਬੇਟ ਕਰਨਾ ਪਏਗਾ, ਤੁਹਾਨੂੰ ਸਾਡੇ ਅੰਦਰ ਦੇ ਲੰਗਸ ਦੀ ਪਾਈਪ ਨੂੰ ਇੱਕ ਬਾਹਰ ਦੀ ਪਾਈਪ ਨਾਲ ਜੋੜਨਾ ਪਏਗਾ ਤਾਂ ਕਿ ਉਹ ਸਿਕੁੜੇ ਤੇ ਫੈਲੇਗਾ। ਠੀਕ ਹੈ ਜੀ। ਆਕਸੀਜਨ ਲੈਣਾ ਔਰ ਵੈਂਟੀਲੇਟ ਕਰਨ 'ਚ ਬਹੁਤ ਅੰਤਰ ਹੁੰਦਾ ਹੈ। ਬਿਲਕੁਲ ਠੀਕ ਹੈ। ਤੇ ਲੋਕਾਂ ਨੂੰ ਲੱਗਦਾ ਕਿ ਵੈਂਟੀਲੇਟਰ ਨਹੀਂ ਹੈ ਤੇ ਅਸੀਂ ਮਰ ਜਾਵਾਂਗੇ, ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਠੀਕ ਹੈ ਜੀ। ਆਕਸੀਜਨ ਦੇ ਨਾਲ, ਇੱਕ ਸਿੰਪਲ ਆਕਸੀਜਨ ਸਿਲੰਡਰ ਦੇ ਨਾਲ ਬੰਦਾ ਬਚ ਜਾਂਦਾ ਹੈ ਜੇ ਉਹ ਟਾਈਮਲੀ ਹਸਪੀਟਲ ਪਹੁੰਚ ਜਾਏ। ਠੀਕ ਹੈ ਜੀ। ਇੱਥੇ ਲੋਕਾਂ ਨੇ ਆਪਣੀ ਗਲਤਫਹਿਮੀਆਂ ਦੇ ਕਾਰਨ ਲੋਕੀ ਹਸਪੀਟਲ ਲੇਟ ਪਹੁੰਚ ਰਹੇ ਹੈ। ਉਹ ਉਦੋਂ ਪਹੁੰਚ ਰਹੇ ਹੈ ਜਦੋਂ ਉਹਨਾਂ ਦਾ ਥ੍ਰੋਮਬੋਸਿਸ ਲੈਵਲ, ਡੀ ਡਾਇਮਰ, ਮਤਲਬ ਲੰਗ ਦੇ ਵਿੱਚ ਜਦੋਂ ਖੂਨ ਇੰਨਾ ਗਾੜਾ ਹੋ ਜਾਂਦਾ ਹੈ ਕਿ ਉਹ ਲੰਗਸ ਨੂੰ ਜਕੜ ਲੈਂਦਾ, ਉਦੋਂ ਹਸਪੀਟਲ ਪਹੁੰਚਦੇ। ਠੀਕ ਹੈ ਜੀ। ਕੋਵਿਡ ਹੋਣ ਤੋਂ ਬਾਅਦ, ਜੋ ਕਿ ਗਲਤ ਹੈ। ਤੁਹਾਨੂੰ ਕੋਵਿਡ ਹੋਇਆ, ਤੁਹਾਨੂੰ ਪਤਾ ਚੱਲ ਗਿਆ, ਤੁਸੀਂ ਟੈਸਟ ਕਰਾਓ, ਹਸਪਤਾਲ ਚਲੇ ਜਾਓ, ਕੁਝ ਨਹੀਂ ਹੋਣ ਵਾਲਾ। ਤੁਸੀਂ ਬਲਕਿ 2 ਦਿਨਾਂ 'ਚ ਅਸਿੰਪਟੋਮੈਟਿਕ ਹੋ ਕੇ ਘਰੇ ਵਾਪਸ ਆ ਜਾਓਗੇ। ਠੀਕ ਹੈ। ਪਰ ਜੇ ਤੁਸੀਂ ਘਰੇ ਹੀ ਬੈਠੇ ਰਹੇ, ਤੁਹਾਨੂੰ ਹੁਣ ਪੂਰੇ ਵਰਲਡ ਵਿੱਚ ਆਪਣੀ ਇਮਿਊਨਿਟੀ ਦਾ ਕੋਈ ਟੈਸਟ ਨਹੀਂ ਹੁੰਦਾ, ਕੋਈ ਨਹੀਂ ਪਤਾ ਕਰ ਸਕਦਾ, ਸਾਇੰਸ ਨਹੀਂ ਪਤਾ ਕਰ ਸਕਦੀ ਕਿ ਤੁਹਾਡੇ ਵਿੱਚ ਕਿੰਨੀ ਇਮਿਊਨਿਟੀ ਹੈ। ਐਸਾ ਕੋਈ ਟੈਸਟ ਨਹੀਂ ਹੈ। ਬਿਲਕੁਲ ਠੀਕ ਹੈ। ਤੁਹਾਨੂੰ ਕੋਵਿਡ ਹੀ ਦੱਸੇਗਾ ਹੋ ਕੇ। ਠੀਕ ਹੈ ਜੀ। ਕੋਵਿਡ ਨਹੀਂ ਦੱਸਣਾ ਹੋ ਕੇ ਕਿ ਤੁਹਾਡੀ ਇਮਿਊਨਿਟੀ ਕਿੰਨੀ ਹੈ। ਕਈਆਂ ਦੀ ਇਮਿਊਨਿਟੀ ਬਹੁਤ ਵਧੀਆ। ਹੁਣ ਇੱਕ ਘਰ ਦੇ ਵਿੱਚ 5 ਜੀ ਨੇ ਤੇ 5 ਦੀ ਅਲੱਗ ਹੈ, 4 ਜੀਆਂ ਨੂੰ ਪਤਾ ਹੀ ਨਹੀਂ ਚੱਲਿਆ, 5 ਦੀ ਅਲੱਗ ਇਮਿਊਨਿਟੀ ਹੈ। ਜੇ ਕੋਈ ਵੱਡਾ ਹੈਗਾ ਘਰ 'ਚ, ਬਜ਼ੁਰਗ ਹੈਗਾ, ਮੇ ਬੀ ਉਹਦੀ ਇਮਿਊਨਿਟੀ ਬਹੁਤ ਚੰਗੀ ਹੈਗੀ ਹੈ ਸਾਡੇ ਤੋਂ, ਹੈ ਨਾ ਜੀ, ਤਾਂ ਬੱਚਿਆਂ ਦੀ ਵਿਗੜ ਗਈ। ਠੀਕ ਹੈ ਜੀ। ਤਾਂ ਉਹ ਕਹਿੰਦੇ ਲੈ ਮੈਂ ਵੱਡਾ ਬਜ਼ੁਰਗ, ਮੈਨੂੰ 100 ਬਿਮਾਰੀਆਂ, ਮੈਨੂੰ ਤਾਂ ਕੋਵਿਡ ਨੇ ਕੁਝ ਕਿਹਾ ਨਹੀਂ, ਕਰੋਨੇ ਨੇ ਇਹਨੂੰ ਕੀ ਕਹਿਤਾ, ਡਾਕਟਰ ਹੀ ਗਲਤ ਹੈ। 2 ਮਿੰਟ 'ਚ ਸਾਡੇ ਪੰਜਾਬੀ ਬੜੀ ਜਲਦੀ ਓਪੀਨੀਅਨ ਬਣਾ ਲੈਂਦੇ ਨੇ। ਠੀਕ ਹੈ ਜੀ। ਔਰ ਜਿਹੜੇ ਡਾਕਟਰ ਹੈ ਜਿਨ੍ਹਾਂ ਨੇ 35-40 ਸਾਲ ਲਾ ਕੇ ਡਿਗਰੀਆਂ ਲਿੱਤੀਆਂ ਹੈ, ਉਹਨਾਂ ਨੂੰ ਥੋੜਾ ਤਾਂ ਬੈਨੀਫਿਟ ਆਫ ਡਾਊਟ ਦੇ ਦੇਣਾ ਚਾਹੀਦਾ। ਬਿਲਕੁਲ ਜੀ। 5 ਮਿੰਟ 'ਚ 35 ਸਾਲ ਦੀ ਪੜ੍ਹਾਈ ਨਹੀਂ ਸਮਝਾਈ ਜਾ ਸਕਦੀ। ਬਿਲਕੁਲ ਜੀ। ਤਰਨੀ ਜੀ, ਇਹ ਸਿਨੈਰੀਓ ਹੈਗਾ ਪੰਜਾਬ ਦਾ। ਜੀ ਜੀ, ਧੰਨਵਾਦ ਜੀ ਤਰਨੀ ਜੀ। ਫਿਰ ਕਿਸੇ ਦਿਨ ਤੁਹਾਡੇ ਨਾਲ ਇਸ ਵਿਸ਼ੇ ਤੇ ਮੈਂ ਗੱਲਬਾਤ ਕਰਾਂਗਾ। ਤੁਸੀਂ ਬੜਮੁੱਲੀ ਜਾਣਕਾਰੀ ਦਿੱਤੀ। ਇਸ ਸ਼ੋਅ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਸ਼ਾਮਲ ਕਰਿਆ ਕਰਾਂਗਾ। ਕੁਝ ਖਬਰਾਂ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੀਡੀਆ ਦੇ ਵਿੱਚ, ਤੁਹਾਡਾ ਸਤਿਕਾਰਤ ਨਾਮ ਹੈ ਕਿ ਇਨਵੈਸਟੀਗੇਟਿਵ ਜਰਨਲਿਜ਼ਮ ਜਿਹੜਾ ਬਹੁਤ ਔਖਾ ਹੁੰਦਾ ਹੈ, ਤੁਸੀਂ ਉਹਦੇ ਵਿੱਚ ਬੜਾ ਵੱਡਿਆਂ ਅਖਬਾਰਾਂ 'ਚ ਵੀ, ਦੈਨਿਕ ਭਾਸਕਰ ਵਗੈਰਾ ਸਾਰੇ ਪੇਪਰਾਂ 'ਚ ਤੁਸੀਂ ਕੰਮ ਕੀਤਾ। ਤੁਹਾਡੇ ਸਮੇਂ ਲਈ ਧੰਨਵਾਦ। ਥੈਂਕ ਯੂ। ਥੈਂਕ ਯੂ ਜੀ। ਥੈਂਕ ਯੂ। ਤਰਨੀ ਗਾਂਧੀ ਜੀ ਮੇਰੇ ਨਾਲ ਗੱਲਬਾਤ ਕਰ ਰਹੇ ਸੀ ਪੰਜਾਬ ਤੋਂ। ਡੋਨਲਡ ਟਰੰਪ ਉਹਨਾਂ ਨੂੰ ਜਦ ਹੁਣ ਕਰੋਨਾ ਪੋਜ਼ਿਟਿਵ ਹੋ ਗਿਆ, ਬੜੀ ਅਨਸਰਟਨਟੀ ਹੋ ਗਈ, ਅਨਸਰਟਨਟੀ ਹੋ ਗਈ। ਤਾਂ ਉਹਦੇ ਕਰਕੇ ਰੀਜ਼ਨ ਕੀ ਹੋਇਆ, ਵਾਲ ਸਟਰੀਟ ਤੇ ਸਟਾਕਸ ਜਿਹੜੇ ਪਲਮ ਕਰ ਗਏ। ਬੜੀ ਮੁਸ਼ਕਲ ਦੇ ਵਿੱਚ ਦੀ ਆਰਥਿਕਤਾ ਪਹਿਲਾਂ ਇਕੱਠੀ ਹੋਈ ਹੈ ਤੇ ਹੁਣ ਮੁੱਦੇ ਆਰਥਿਕਤਾ ਤੇ ਗੱਲ ਚੱਲ ਰਹੀ ਹੈ। ਵੱਡੀ ਗੱਲ ਇਹ ਹੈ ਕਿ ਡੋਨਲਡ ਟਰੰਪ ਉਹਨਾਂ ਨੇ ਇਹਨੂੰ ਸਦਾ ਹੀ ਨਕਾਰਿਆ। ਉਹ ਕਹਿੰਦਾ ਕੋਵਿਡ ਵਗੈਰਾ ਕੁਛ ਨਹੀਂ ਹੈ। ਈਵਨ ਲਾਸਟ ਡਿਬੇਟ ਦੇ ਵਿੱਚ ਹੱਸਦੇ ਰਹੇ ਜੋ ਬਾਈਡਨ ਨੂੰ, ਕਹਿੰਦੇ ਤੂੰ ਬਹੁਤ ਵੱਡਾ ਜਿਹੜਾ ਹੈ ਫੇਸ ਤੇ ਮਾਸਕ ਪਾਇਆ ਹੋਇਆ, ਤੂੰ ਤਾਂ 200 ਮੀਟਰ ਦੂਰ ਹੈ ਨਾ ਲੋਕਾਂ ਤੋਂ, ਮੈਂ ਵਿੱਚ ਜਾ ਕੇ ਖੜ ਜਾਂਦਾ। ਆਹ ਵੇਖ ਮੇਰੀ ਜੇਬ ਦੇ ਵਿੱਚ ਪਾਇਆ ਹੋਇਆ ਮਾਸਕ, ਜੇਬ 'ਚੋਂ ਕੱਢ ਕੇ ਦਿਖਾ ਕੇ ਜੇਬ 'ਚ ਫੇਰ ਪਾ ਲਿਆ, ਲਾਇਆ ਨਹੀਂ। ਪਰ ਜ਼ਿੱਦ ਹੈ, 79 ਵਰ੍ਹਿਆਂ ਦੀ ਉਮਰ ਹੈ, 6 ਫੁੱਟ ਤੋਂ ਉੱਚਾ ਕੱਦ ਹੈ। ਹੁਣ ਇਹਦੇ ਵਿੱਚ ਸਿਹਤ ਨੂੰ ਕੋਈ ਇਸ਼ੂ ਨਾ ਆ ਜਾਏ। ਮਲੇਨੀਆ ਨੂੰ ਵੀ ਇਹ ਹੋਇਆ, ਦੋਨਾਂ ਨੂੰ ਹੀ ਹੋ ਗਿਆ। ਇੱਕ ਏਡ ਤੋਂ ਹੋਇਆ ਜਦ ਉਹ ਇੱਕ ਬੈਡਮਿੰਸਟਰ ਰਿਜ਼ੋਰਟ ਤੇ ਨਿਊ ਜਰਸੀ ਦੇ ਵਿੱਚ ਫੰਡ ਰੇਜ਼ਿੰਗ ਤੋਂ ਵਾਪਸ ਆ ਰਹੇ ਸੀ, ਰਾਤ ਨੂੰ ਢਿੱਲੇ ਹੋ ਗਏ।
ਚਿਹਰਾ ਵੀ ਜਦ ਮਰੀਨ ਦੇ ਹੈਲੀਕਾਪਟਰ ਤੋਂ ਮਰੀਨ 1 ਤੋਂ ਉਤਰਦੇ ਆ ਤਾਂ ਚਿਹਰਾ ਵੀ ਦੱਸਦਾ ਵੀ ਢਿੱਲਾ ਹੈ। ਹੁਣ ਦਿਨ ਰਹਿ ਗਏ, ਅੱਜ 28 ਅਬਾਊਟ ਮਹੀਨਾ ਹੈ, ਜਿਹੜੀ ਐਡਵਾਂਸ ਪੋਲਿੰਗ ਸ਼ੁਰੂ ਹੋ ਗਈ, ਇਹਦੇ ਵਿੱਚ ਕਿਤੇ ਗੜਬੜ ਨਾ ਹੋ ਜਾਏ। ਜੇ ਕਿਤੇ ਢਿੱਲੇ ਹੋਏ ਕੁਆਰੰਟੀਨ 'ਚ ਜਾਣਾ ਪੈਣਾ ਓਬਵੀਅਸਲੀ 14 ਦਿਨ ਕੈਂਪੇਨ ਦਾ ਕੀ ਹੋਊ, ਕਿਤੇ ਦੂਜੇ ਬੰਨੇ ਤਾਂ ਨਹੀਂ ਕਹਾਣੀ। ਇਹ ਵੀ ਮੈਂ ਡਰਦਾ ਕਿ ਕਿਤੇ ਘਤਿੱਤ ਹੋਵੇ, ਘਤਿੱਤ ਕਰਨ ਨੂੰ ਬਿੰਦ ਲਾਉਣਾ ਹੈ ਕਿ ਕਿਤੇ ਆਰਾਮ ਨਾਲ ਵੀ ਚੱਲ 10-12 ਦਿਨ ਕਰਦੇ ਹਾਂ ਆਰਾਮ, ਲੋਕਾਂ ਦੀ ਨਾਲੇ ਥੋੜ੍ਹੀ ਜਿਹੀ ਹਮਦਰਦੀ ਨਾਲ ਹੋ ਜਾਵੇ ਅਤੇ ਫਿਰ ਨਿਕਲਾਂਗੇ ਕਾਇਮ ਹੋ ਕੇ। ਥੱਕ ਜਾਂਦਾ ਬੰਦਾ ਕਦੇ ਕਦੇ, ਇਹ ਵੀ ਹੋ ਸਕਦਾ ਹੈ, ਇਹ ਵੀ ਕੋਈ ਅਰਥ ਕਥਨੀ ਨਹੀਂ ਹੈ। ਸਰਪੰਚ ਸਾਹਿਬ ਲਈ ਸਭ ਕੁਝ ਠੀਕ ਹੈ, ਉਹ ਕੁਝ ਵੀ ਕਰ ਸਕਦੇ ਨੇ, ਕੁਝ ਵੀ ਬੋਲ ਸਕਦੇ ਨੇ, ਕੁਝ ਵੀ ਕਿਸੇ ਨੂੰ ਕਹਿ ਸਕਦੇ ਨੇ। ਜਿਸ ਤਰ੍ਹਾਂ ਉਹਨਾਂ ਨੇ ਡਿਬੇਟ ਦੇ ਵਿੱਚ ਸਲੀਪੀ ਜੋ ਕਹਿ ਕੇ ਉਹਨੂੰ ਬੋਲਣ ਨਹੀਂ ਦਿੱਤਾ ਜੋ ਬਾਈਡਨ ਨੂੰ, ਉਹਨਾਂ ਨੇ ਵੀ ਨਹੀਂ ਕਮੀ ਛੱਡੀ। ਜੋਕਰ ਤੱਕ ਕਹਿ ਦਿੱਤਾ, ਸ਼ਟ ਅਪ ਤੱਕ ਕਹਿ ਦਿੱਤਾ, ਮੂੰਹ ਬੰਦ ਕਰਨ ਤੱਕ ਅਤੇ ਆਪਣਾ ਲਿਡ ਬੰਦ ਕਰਨ ਤੱਕ ਜਿਹੜੀ ਗੱਲ ਹੋਈ ਆ ਉਹਦੇ ਵਿੱਚ ਕੀ ਹੈ ਕਿ ਹੁਣ ਇਹ ਜਿਹੜੀ ਕਿੱਧਰ ਨੂੰ ਕਹਾਣੀ ਜਾਏਗੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਸੋਮਵਾਰ ਤੱਕ ਕਲੀਅਰ ਹੋਏਗੀ। ਅਗਲੇ ਵੀਕ ਦੇ ਕੁਝ ਖਾਸ ਪ੍ਰੋਗਰਾਮ ਨੇ। ਸੋਮਵਾਰ ਨੂੰ ਇੱਕ ਤੁਹਾਡੇ ਲਈ ਮੈਂ ਖਾਸ ਗੱਲਬਾਤ ਕਰਨੀ ਹੈ, ਜਿਹੜੀ ਪਿਛਲੇ ਦਿਨ ਟੈਰੀ ਮਲਸਕੀ ਨੇ ਇੱਕ ਰਿਪੋਰਟ ਕੀਤੀ ਸੀ ਕਿ ਖਾਲਿਸਤਾਨ ਦੇ ਬਾਰੇ, ਉਹਦੇ ਬਾਰੇ ਮੈਂ ਇੱਕ ਗੱਲ ਸੋਮਵਾਰ ਨੂੰ ਕਰਨੀ ਹੈ। ਉਹਦੇ ਲਈ ਇੱਕ ਹੋਰ ਅੱਜ ਪ੍ਰੋਗਰੈਸ ਪ੍ਰੈਸ ਦੀ ਰਿਪੋਰਟ ਛਪੀ ਹੈ ਜਿਸ 'ਚ ਉਹਨਾਂ ਨੇ ਕਾਊਂਟਰ ਕੀਤਾ ਟੈਰੀ ਮਲਸਕੀ ਨੂੰ। ਉਹਦੇ ਬਾਰੇ ਗੱਲਬਾਤ ਹੋਏਗੀ। ਪੰਜਾਬ ਦੇ ਮੁੱਦਿਆਂ 'ਤੇ ਵੀ ਗੱਲਬਾਤ ਕਰਨ ਲਈ ਸੋਮਵਾਰ ਨੂੰ ਕੁਝ ਖਾਸ ਮਹਿਮਾਨ ਆਉਣਗੇ। ਹੁਣ ਜਿਹੜਾ ਅੱਧਾ ਘੰਟਾ ਰਹਿੰਦਾ, ਗੱਲ ਕਰਨੀ ਹੈ ਰੇਡੀਓ ਦੀ, ਕਿਉਂਕਿ ਸ਼ੇਰੇ ਪੰਜਾਬ ਤੁਹਾਡੇ ਲਈ ਸ਼ੁਰੂ ਹੋ ਗਿਆ, ਹਫਤਾ ਹੋ ਗਿਆ। ਰੇਡੀਓ ਦੀ ਕਾਢ 1896 ਅਤੇ 1884 ਤੱਕ ਜਿਹੜੀ ਦੋਨਾਂ ਦੀ 1884 ਤੱਕ ਨਿਕੋਲਾ ਟੈਸਲਾ ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਨੇ ਕੱਢੀ। 1896 'ਚ ਮਾਰਕੋਨੀ ਉਹਨਾਂ ਨੂੰ ਵੀ ਕਹਿੰਦੇ ਨੇ ਕੱਢੀ। ਰੇਡੀਓ ਦੀ ਕਾਢ ਹੋ ਗਈ, ਰੇਡੀਓ ਦੀ ਗੱਲ ਹੋ ਗਈ। ਰੇਡੀਓ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਸਥਾਨ ਰੱਖਦਾ, ਖਾਸ ਤੌਰ 'ਤੇ ਇੱਥੇ, ਕਿਉਂਕਿ ਜਦ ਆਪਾਂ ਇੱਥੇ ਆਉਂਦੇ ਹਾਂ ਤਾਂ ਰੇਡੀਓ ਇੱਕ ਅਲੱਗ ਜਗ੍ਹਾ 'ਤੇ ਸਾਨੂੰ ਦਿਖਦਾ, ਪਹਿਲਾਂ ਨਹੀਂ ਦਿਖਦਾ, ਪੰਜਾਬ 'ਚ ਨਹੀਂ ਦਿਖਦਾ। ਠੰਡੂ ਰਾਮ ਆਪਾਂ ਸੁਣਦੇ ਆਏ, ਉਨੀ ਕੇ ਗੱਲ ਸੀ। ਹੱਥ ਨੇ ਤਾਂ ਜਾਂ ਧੀਮੀ ਗਤੀ ਦੇ ਸਮਾਚਾਰ ਜਾਂ ਸੰਸਕ੍ਰਿਤ ਦੇ ਸਮਾਚਾਰ ਸੁਣਦੇ, ਇਤਹੀ ਵਾਰਤਾ ਇੰਨੀ ਕਹਿ ਕੇ ਗੱਲ ਖਤਮ ਹੋ ਜਾਂਦੀ। ਅਤੇ ਪਰ ਹੁਣ ਇੱਥੇ ਸਾਡੀ ਜ਼ਿੰਦਗੀ ਆ ਰੇਡੀਓ। ਜਦ ਆ ਕੇ ਤੁਸੀਂ ਦੇਖਦੇ ਹੋ ਜਦ ਸਾਈਡ ਬੈਂਡ 'ਤੇ ਰੇਡੀਓ ਚੱਲਦੇ, ਫਿਰ ਮੇਨ ਫਰੀਕੁਐਂਸੀ 'ਤੇ ਸ਼ੇਰੇ ਪੰਜਾਬ ਨੇ, ਬਾਅਦ ਪਰਿਵਾਰ ਨੇ 2000 ਦੇ ਵਿੱਚ 1550 AM ਲਿਆ, ਜਿਹੜਾ 20 ਸਾਲਾਂ ਤੋਂ ਚੱਲ ਰਿਹਾ। ਫਿਰ ਹੁਣ ਉਹ 1550 KRPI ਹੈ, ਕਿਉਂਕਿ ਉਸ ਨੂੰ ਮੂਵ ਕਰਾ ਦਿੱਤਾ ਗਿਆ ਸੀ, ਅਤੇ ਹੁਣ ਸ਼ੇਰੇ ਪੰਜਾਬ 600 AM 'ਤੇ ਆ। ਹੋਰ ਵੀ ਲੋਕਲ ਰੇਡੀਓ ਨੇ। ਜਦ ਉਹ ਖੁੱਲ੍ਹੇ ਮਾਰਕੀਟ ਦੇ ਵਿੱਚ ਆਏ, ਜਨਰੋਸਿਟੀ ਦੇ ਤੌਰ 'ਤੇ ਆਪਣੇ ਸ਼ੋਅ ਦੇ ਵਿੱਚ ਉਹਨਾਂ ਦੂਜਿਆਂ ਰੇਡੀਓਆਂ ਦੀ ਗੱਲ ਕੀਤੀ ਆਪਾਂ, ਜਿਹੜਾ ਇੱਕ ਧਰਮ ਸੀ। ਪਰ ਕੀ ਸ਼ੇਰੇ ਪੰਜਾਬ ਦੀ ਗੱਲ ਹੋਈ ਕਿਤੇ? ਮੈਨੂੰ ਨਹੀਂ ਲੱਗਦਾ ਹੋਈ। ਔਖਾ ਬਹੁਤ ਹੈ, ਕਿਉਂਕਿ ਹਾਥੀ ਨੇ ਜਦ ਤੁਰਨਾ ਹੈ ਪਹੇ ਦੇ ਵਿੱਚ, 50,000 ਵਾਟ ਦੇ ਰੇਡੀਓ ਨੇ ਜਿਹੜਾ ਗੜਗੱਜ ਪੈਂਦਾ 200-200 ਕਿਲੋਮੀਟਰ ਦੇ ਵਿੱਚ, ਉਹਨੇ ਨੀਂਦ ਹਰਾਮ ਕਰ ਦਿੱਤੀ ਵੀ ਆਹ ਕੀ ਹੋ ਗਿਆ, ਇਹ ਤਾਂ ਚੱਲਣਾ ਨਹੀਂ ਸੀ ਚਾਹੀਦਾ, ਇਹ ਕਿਵੇਂ ਚੱਲ ਗਿਆ। ਪਰ ਸਰਕਾਰਾਂ ਤੁਹਾਡੇ ਕਰਕੇ ਦਿੰਦੀਆਂ, ਤੁਸੀਂ ਦਸਤਖਤ ਕਰਦੇ ਹੋ ਵੀ ਸਾਨੂੰ ਹੋਰ ਰੇਡੀਓ ਚਾਹੀਦਾ, ਜਿਵੇਂ ਬਾਕੀਆਂ ਨੇ ਲਏ ਉਸ ਤਰ੍ਹਾਂ ਹੀ ਇਹ ਮਿਲਿਆ। ਹੁਣ ਇਹ ਕਿੰਨੀ ਕੁ ਮੈਂ ਹੈਰਾਨ ਹੁੰਦਾ ਵੀ ਚਲੋ ਲੋਕਲ ਤਾਂ ਟਿਊਨ ਇਨ ਹੈ। ਹੁਣ ਜਿਹੜਾ ਦੂਰ ਦਰਾਡੇ ਕੋਈ ਪੰਜਾਬ ਦੇ ਵਿੱਚ ਬੈਠਾ ਹੈ, ontario ਦੇ ਵਿੱਚ ਬੈਠਾ ਹੈ, ਸਸਕੈਚੂਨ 'ਚ ਬੈਠੇ ਨੇ, ਵਿਨੀਪੈਗ ਦੇ ਵਿੱਚ ਬੈਠੇ ਨੇ, ਕੈਲਗਰੀ 'ਚ ਬੈਠੇ ਨੇ, ਇੰਟੀਰੀਅਰ BC 'ਚ ਬੈਠੇ ਨੇ। ਸਭ ਤੋਂ ਵੱਡੀ ਗੱਲ ਆਸਟ੍ਰੇਲੀਆ 17 ਘੰਟੇ ਦਾ ਫਰਕ ਆ। ਹੁਣ ਤਾਂ ਰਾਤ ਹੈ ਉੱਥੇ। ਜਦ ਆਪਾਂ ਲੋਕ ਸੱਤ ਸ਼ੁਰੂ ਕਰਦੇ ਸੀ ਦੂਜੇ ਬੰਨੇ 11 ਵਜੇ, ਤਾਂ ਉੱਥੇ 4 ਵਜੇ ਹੁੰਦੇ। ਤਾਂ ਲੋਕ ਉੱਠ ਕੇ ਪਿਆਰ ਕਰਨ ਵਾਲੇ ਕਈ ਵਾਰ ਰਿਕਾਰਡਿੰਗ 'ਤੇ ਲਾਉਂਦੇ, ਅੱਜ ਤੋਂ 12-15 ਸਾਲ ਪਹਿਲਾਂ, ਜਦ ਐਪ ਨਹੀਂ ਸੀ। ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਰੇਡੀਓ ਕਿੰਨਾ ਕੁ ਸਥਾਨ ਰੱਖਦਾ, ਜਿਹੜਾ ਲੋਕਲ? ਇਹ ਨਹੀਂ ਮੈਂ ਕਹਿੰਦਾ ਬਈ ਇੱਕੋ ਹੀ ਰੇਡੀਓ, ਕੋਈ ਵੀ। ਕਿੰਨਾ ਕੁ ਸੁਣਦੇ ਹੋ, ਕਿੰਨੇ ਵਜੇ ਤੋਂ ਸੁਣਦੇ ਹੋ, ਰੂਟੀਨ ਕੀ ਕਰਦੀ ਹੈ? ਘਰਾਂ ਦੇ ਵਿੱਚ ਬੈਠਿਆਂ ਨੂੰ ਸਭ ਤੋਂ ਟੌਪ ਦੀਆਂ ਖਬਰਾਂ ਵੱਖ-ਵੱਖ ਅਦਾਰਿਆਂ ਤੋਂ ਤੁਹਾਡੇ ਸਨਮੁਖ ਹੁੰਦੀਆਂ ਨੇ। ਪਸੰਦੀਦੇ ਤੁਸੀਂ ਮੇਜ਼ਬਾਨਾਂ ਨੂੰ ਆਪਣਿਆਂ ਨੂੰ ਸੁਣਦੇ ਹੋ, ਸਭ ਕੁਝ ਤੁਹਾਡੇ ਤੱਕ ਪਹੁੰਚਦਾ। 778-222-0600 ਸ਼ੇਰੇ ਪੰਜਾਬ ਦੇ ਬਾਰੇ ਵੀ ਗੱਲਬਾਤ, ਅਤੇ ਕਿੱਥੇ ਕੁ ਬੈਠੇ ਸੁਣਦੇ ਹੋ, ਕਿੰਨੀ ਕੁ ਆਵਾਜ਼ ਕਲੀਅਰ ਹੈ,
ਕੁਝ ਤੁਹਾਡਾ ਫੀਡਬੈਕ ਲਈ ਮੈਂ ਅੱਜ 20 ਮਿੰਟ ਅਖੀਰਲੇ ਦੇਣੇ ਚਾਹੁੰਦਾ ਵੀ ਤੁਸੀਂ ਦੱਸਣ ਜੋਗੇ ਹੋਵੋ ਕਿ ਕਿਹੜੇ ਏਰੀਏ 'ਚ ਕੀ ਹੋ ਰਿਹਾ, ਕਿੱਥੇ ਮੁਸ਼ਕਲ ਆ ਰਹੀ ਹੈ, ਕਿਹੜੀ ਮੁਸ਼ਕਲ ਆ ਰਹੀ ਹੈ, ਕਿੱਥੇ ਅਸੀਂ ਸੁਧਾਰ ਕਰਨਾ ਹੈ, ਅਤੇ ਰੇਡੀਓ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਸਥਾਨ ਰੱਖਦਾ। 7782220600 778 2220 600 778 2220 600 778 220 0600। ਬਹੁਤ ਵਧੀਆ ਕਵਿਤਾ ਨਿੰਮੀ ਉਹਨਾਂ ਨੇ ਰਿਕਾਰਡ ਕੀਤੀ, ਰਿਚਾ ਸ਼ਰਮਾ ਜੀ ਨੇ ਉਹਨੂੰ ਲਿਖਿਆ। ਕਮਾਲ ਦੀ ਟੀਮ, ਗੁਰੂ ਪਾਤਸ਼ਾਹ ਕਿਰਪਾ ਰੱਖੇ, ਇਸ ਤਰ੍ਹਾਂ ਹੀ ਟੀਮ ਹੋਵੇ, ਇਸ ਤਰ੍ਹਾਂ ਹੀ ਕੰਮ ਹੁੰਦਾ। ਲਾਈਨ ਨੰਬਰ 1 ਸਰ ਸੁਖਦੀਪ ਸਿੰਘ ਜੀ। ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਜੀ ਤੁਹਾਨੂੰ ਤੇ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਨਵੇਂ ਰੇਡੀਓ ਚੈਨਲ ਦੀਆਂ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਧੰਨਵਾਦ ਬਹੁਤ ਬਹੁਤ। ਤੇ ਥੈਂਕਸ ਆਪਣਾ ਸੌਰੀ ਗਿੱਲ ਸਾਹਿਬ, ਮੈਂ ਇੱਥੋਂ ਐਪੀਸੋਡ ਤੋਂ ਕਾਲ ਕਰਦਾ ਤੇ ਟਰੱਕ ਚਲਾਉਂਦੇ ਆ, ਤੇ ਇਹ ਰੇਡੀਓ ਉਹ ਜਗ੍ਹਾ ਤੇ ਚੱਲਦਾ ਜਿੱਥੇ ਕੋਈ ਹੋਰ ਰੇਡੀਓ ਦੀ ਆਵਾਜ਼ ਸਾਨੂੰ ਬਹੁਤ ਨਹੀਂ ਸੁਣਦੀ, ਜਾਂ ਜੇ ਸੁਣਦੀ ਵੀ ਹੈ ਤਾਂ ਬਹੁਤ ਘੱਟ ਕਲੀਅਰ ਨਹੀਂ ਹੁੰਦੀ, ਪਰ ਉਸ ਜਗ੍ਹਾ ਉੱਤੇ ਵੀ ਇਹ ਰੇਡੀਓ ਬਿਲਕੁਲ ਕਲੀਅਰ ਚੱਲਦਾ, ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਬਹੁਤ ਵਧੀਆ ਤੁਹਾਡਾ ਇਹ ਚੈਨਲ ਦਾ ਜਿਹੜਾ ਸਿਗਨਲ ਆ ਇਹ ਤਾਂ ਬਹੁਤ ਵਧੀਆ ਜੀ। ਬਸ ਧੰਨਵਾਦ ਵੀਰ ਜੀ। ਬਾਕੀ ਜੇ ਗੱਲ ਜੇ ਇੰਡੀਆ ਦੇ ਵਿੱਚ ਆਪਾਂ ਜੇ ਦੇਖੀਏ ਰੇਡੀਓ ਚੈਨਲ ਦੇ ਨਾਲ, ਉੱਥੇ ਰੇਡੀਓ ਆਪਣੇ ਲੇਬਰ ਵਾਲੇ ਮਜ਼ਦੂਰ ਜਿਹੜੇ ਖੇਤਾਂ ਦੇ ਵਿੱਚ ਯੂਪੀ ਬਿਹਾਰ ਤੋਂ ਕੰਮ ਕਰਨ ਆਉਂਦੇ ਹੁੰਦੇ ਸੀ, ਜ਼ਿਆਦਾਤਰ ਉਹ ਲੋਕ ਸੁਣਦੇ ਸੀਗੇ। ਆਪਣੇ ਪਿੰਡਾਂ ਦੇ ਵਿੱਚ ਇਹਨੂੰ ਬਜ਼ੁਰਗ ਜਿਹੜੇ ਟੀਵੀ ਨਹੀਂ ਦੇਖਦੇ ਸੀ, ਉਹਨਾਂ ਨੇ ਹੱਥ ਨਾਲ ਸਵੇਰ ਗੁਰਬਾਣੀ ਦੇ ਨਾਲ ਮੜੀਆਂ ਥੋੜੀਆਂ ਖਬਰਾਂ ਸੁਣ ਲੈਣੀਆਂ। ਤੇ ਜੇ ਹੁਣ ਵੀ ਇੰਡੀਆ ਗੱਲ ਕਰੀਏ ਤਾਂ ਆਪਣੇ ਪਰਿਵਾਰ ਨਾਲ ਜਾਂ ਆਪਣੇ ਭਾਈਚਾਰੇ ਨੂੰ ਕਿਸੇ ਨੂੰ ਦੱਸੀਏ ਵੀ ਅਸੀਂ ਇੱਥੇ ਰੇਡੀਓ ਸੁਣਦੇ, ਉਹ ਥੋੜਾ ਜਿਹਾ ਹੈਰਾਨ ਹੁੰਦੇ ਆ ਕਿ ਵੀ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਬੈਠ ਕੇ ਤੁਸੀਂ ਇਹ ਰੇਡੀਓ ਕਿਵੇਂ ਸੁਣਦੇ ਹੋ। ਇਹ ਤਾਂ ਜਾਣ ਕੇ ਇਹਨੂੰ ਬਹੁਤ ਥੋੜਾ ਜਿਹਾ ਲੋ ਲੈਵਲ ਦੇ ਉੱਤੇ ਸਮਝਿਆ ਜਾਂਦਾ ਸੀ, ਤੇ ਪਰ ਜਿਹੜਾ ਮੁਕਾਮ ਕੈਨੇਡਾ ਦੇ ਵਿੱਚ ਰੇਡੀਓ ਚੈਨਲਾਂ ਨੇ ਇਹਨੂੰ ਥੋੜਾ ਜਿਹਾ ਉੱਪਰ ਲੈ ਕੇ ਆਂਦਾ, ਤਾਂ ਇਹ ਬਹੁਤ ਵਧੀਆ ਜੀ। ਬਿਲਕੁਲ ਬਾਈ ਜੀ, ਧੰਨਵਾਦ ਜੀ ਸੁਖਦੀਪ ਸਿੰਘ ਜੀ, ਥੈਂਕ ਯੂ। ਸਤਚੰਦ ਸਿੰਘ ਔਲਖ ਜੀ, ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਹੈਲੋ ਜੀ, ਸਰਦਾਰ ਹਰਜੀਤ ਸਿੰਘ ਗਿੱਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਔਲਖ ਸਾਹਿਬ ਦੇਖੋ ਜੀ, ਰੇਡੀਓ ਪ੍ਰੋਗਰਾਮ ਮੈਨੂੰ ਦੂਜਿਆਂ ਦਾ ਤਾਂ ਨਹੀਂ ਪਤਾ, ਮੇਰਾ ਤੇ ਇੱਕ ਕਿਸਮ ਦਾ ਨਾ ਸਮਝੋ ਤੁਸੀਂ, ਇੱਕ ਸਵੇਰੇ ਚਾਹ ਦਾ ਕੱਪ ਤੇ ਉਸ ਤੋਂ ਬਾਅਦ ਨਾਲ ਹੀ ਮੇਰਾ ਸਨ ਪੇਪਰ ਪਿਛਲੇ 20-30 ਸਾਲ ਤੋਂ ਚੱਲ ਰਿਹਾ ਵਾ, ਤੇ ਨਾਲ ਹੀ ਰੇਡੀਓ ਤੁਹਾਡਾ ਲੱਗ ਜਾਂਦਾ ਵਾ। ਜੇ ਨਾ ਚੀਜ਼ਾਂ ਇਕੱਠੀਆਂ ਹੋਣ, ਮੇਰੀ ਜ਼ਿੰਦਗੀ ਦਾ ਇੱਕ ਪਾਰਟ ਹੀ ਬਣ ਚੁੱਕਾ ਵਾ ਇਹ। ਔਰ ਮੈਂ ਇੰਨਾ ਕੁਛ ਮੈਨੂੰ ਨਾਲਜ ਹੋ ਗਿਆ ਵਾ ਅਖਬਾਰ ਪੜ੍ਹਨ ਤੋਂ ਵੀ ਜਾਂ ਤੁਹਾਡੇ ਪ੍ਰੋਗਰਾਮਾਂ ਤੋਂ ਵੀ। ਮੈਨੂੰ ਆ ਫੇਕ ਜੇ ਬੰਦੇ ਲੱਗਦੇ ਜਿਹੜੇ ਪੋਲੀਟੀਕਲ ਰੇਡੀਓ ਦਾ ਆਪਣਾ ਜਿਹੜੀਆਂ ਆਪਣੀਆਂ ਨਵੇਂ ਸਿਰੇ ਅਗਲੇ ਆਈਡੀਆ ਕੋਵਿਡ-19 ਨੂੰ ਪਟੋਲ ਬਣਾ ਕੇ ਨਾ ਤੇ ਨਵੇਂ ਸਿਰੇ ਜਿੱਤਣਾ ਚਾਹੁੰਦੇ ਆ। ਮੈਨੂੰ ਉਹ ਬਹੁਤ ਜ਼ਹਿਰ ਵਰਗੇ ਲੱਗਦੇ ਆ। ਝੂਠ ਗੱਲਾਂ ਉਹ ਜਿਹੜੀ ਆਮ ਅਸੀਂ ਤੋੜਦੇ ਨੇ, ਉਹਦੀ ਨਕਲ ਮਾਰ ਕੇ ਹਰ ਹਫ਼ਤੇ ਆਣ ਕੇ ਤੇ ਗੱਲਾਂ ਉਹ ਕਰੀ ਜਾਂਦੇ ਆ। ਜਿਹੜੀ ਹੈਨੀ ਬੋਨੀ ਕਰੀ ਜਾਂਦੀ ਆ, ਉਹ ਗੰਦ ਉਹ ਕਰੀ ਜਾ ਰਿਹਾ। ਇੰਨੀ ਸਲਫਜ ਮੈਨੂੰ ਇੰਨੇ ਆਪਣੇ ਕੋਲ ਕੁਛ ਵੀ ਨਹੀਂ ਹੈਗਾ ਕਹਿਣ ਨੂੰ। ਉੱਠ ਜੇ ਤਾਂ ਜਿਹੜੇ ਉੱਥੇ ਗੱਲਾਂ ਬਸ ਆ ਕੇ ਆਉਂਦੇ ਆ ਸਾਡੇ ਨਾਲ, ਮੈਂ ਕਹਿੰਦਾ ਮੈਨੂੰ ਜ਼ਹਿਰ ਵਰਗੇ ਲੱਗਦੇ ਆ ਜਿਹੜੇ ਇਹ ਮਿਸਯੂਜ਼ ਕਰ ਰਹੇ ਨੇ। ਦੂਜੀ ਗੱਲ ਹੈ ਬਈ, ਇੱਕ ਵਾਰ ਇਹ ਮੇਰੀ ਗੱਲ ਧਿਆਨ ਨਾਲ ਸੁਣਨ ਵਾਲੀ ਆ ਜੀ, ਜਿਹੜੀ ਤੁਸੀਂ ਰਿਕੁਐਸਟ ਮੈਂ ਕਰਦਾ ਸੁਣ ਲਿਓ। ਜਿਹੜੇ ਤੁਸੀਂ ਜੇ ਨਾ ਬਹੁਤ ਸਾਰੇ ਤੁਹਾਡੇ ਦੇ ਵਿੱਚੋਂ ਵੇਖਿਆ ਵਾ, ਤੁਹਾਨੂੰ ਰੇਡੀਓ ਤੇ ਪ੍ਰਾਈਵੇਟ ਵੀ ਗੱਲ ਕਰਨੀ ਔਖੀ ਆ। ਮੈਂ MP ਵੇਖਿਆ, ਮੈਂ ਬਹੁਤ ਉੱਤੋਂ ਦਾ PD ਵੇਖਿਆ ਵਾ। ਜਦੋਂ ਫੋਨ ਕਰੋ, ਹੁਣ ਇੱਥੋਂ ਦਾ MP ਹੈ ਜਿਹੜਾ ਸਾਡਾ ਇੱਥੇ, ਔਰ ਜਦੋਂ ਫੋਨ ਕਰੋ ਭਾਵੇਂ ਉੱਥੇ ਪਾਰਲੀਮੈਂਟ 'ਚ ਬੈਠਾ ਵਾ, ਉਦੋਂ ਫੋਨ ਉਹ ਚੁੱਕ ਲੈਂਦਾ ਵਾ। ਤੁਹਾਨੂੰ ਬਹੁਤ ਔਖੀ ਆ ਤੁਹਾਡੇ ਨਾਲ ਗੱਲ ਕਰਨੀ, ਸੁਣਦੇ ਨਹੀਂ ਜੇ। ਅੱਛਾ, ਦੂਜੀ ਚੀਜ਼ ਆ, ਅਸੀਂ ਪ੍ਰਾਈਮ ਮਿਨਿਸਟਰ ਦੇ ਨਾਲ ਬਹੁਤ ਜ਼ਿਆਦੀਆਂ ਗੱਲਾਂ ਉਹਨੂੰ ਅਸੀਂ ਕ੍ਰਿਟਿਸਾਈਜ਼ ਕਰ ਸਕਦੇ ਹਾਂ। ਅਸੀਂ ਆਪਣੇ BC ਦੇ ਪ੍ਰੀਮ ਨੂੰ ਕ੍ਰਿਟਿਸਾਈਜ਼ ਕਰਦੇ ਹਾਂ, ਅਸੀਂ MPਆਂ ਨੂੰ ਕ੍ਰਿਟਿਸਾਈਜ਼ ਕਰਦੇ ਹਾਂ। ਜਿਹੜੇ ਤੁਹਾਡੇ ਆਉਂਦੇ ਆ ਬੰਦੇ, ਤੁਹਾਡੀ ਨਾਲ ਗੱਲ ਕਰੀਏ, ਜਿਹੜੀ ਇਹਨਾਂ ਨੂੰ ਗੱਲ ਕਰ ਲਗੋ, ਉਸੇ ਵੇਲੇ ਕੱਟ ਦਿੰਦੇ ਦੇਖਾ ਚੜਿਆ। ਆਹ ਮੇਰੀ ਹੁਣ ਫੋਨ ਕੱਟਿਆ ਗਿਆ, ਜਿਹੜਾ ਨਵਾਂ ਬੰਦਾ ਲਿਆਂਦਾ ਨਾ ਪਹਿਲੋਂ, ਇਹ ਰਿਹਾ ਵਾ ਬਹੁਤ ਵੱਡੀ ਜਗ੍ਹਾ ਦੇ ਉੱਤੇ, ਤੇ ਮੈਂ ਗਾਂਧੀ ਬਾਰੇ ਗੱਲ ਕਰਨ ਲੱਗੀ, ਉਹਨੂੰ ਪਤਾ ਲੱਗਿਆ ਖਚਰਾ ਬਹੁਤ ਹੈ, ਉਹਨੂੰ ਪਤਾ ਲੱਗਿਆ, ਉਹਨੇ ਉਸ ਵੇਲੇ ਮੇਰਾ ਕੱਟ ਦਿੱਤਾ। ਉੱਥੇ ਹੁਣ ਦੱਸੋ ਅਸੀਂ ਮਰ ਜੀਏ? ਹੋ ਗਈ ਜੀ ਗੱਲ ਤੁਹਾਡੀ? ਹਾਂਜੀ ਹੋ ਗਈ ਹੈ, ਦੱਸੋ ਇਹਦਾ ਜਵਾਬ ਦਿਓ। ਔਲਖ ਸਾਹਿਬ, ਇੱਕ ਤਾਂ ਤੁਹਾਨੂੰ ਮੈਂ ਬੇਨਤੀ ਕਰਾਂ ਨਾ, ਤੁਸੀਂ ਥੋੜ੍ਹਾ ਜਿਹਾ ਸਤਿਕਾਰਤ ਸ਼ਬਦ ਵਰਤਿਆ ਕਰੋ। ਤੁਹਾਡੀ ਉਮਰ ਤੁਹਾਨੂੰ ਪਤਾ ਹੋਊ ਹੁਣ ਤੁਸੀਂ ਕਿੰਨੀ ਹੈ, ਪਰ ਤੁਹਾਡੇ ਸ਼ਬਦ ਜਿਹੜੇ ਨੇ ਨਾ ਉਹ ਅੱਕਰੇ ਨੇ। ਸਤਿਕਾਰ ਨਾਲ ਗੱਲ ਕਰਿਆ ਕਰੋ। ਪਹਿਲੀ ਤਾਂ ਗੱਲ, ਤੁਸੀਂ ਵੱਡੇ ਹੋ,
ਅਸੀਂ ਤੁਹਾਡੇ ਧੀਆਂ ਪੁੱਤਾਂ ਵਰਗੇ ਆ, ਅਸੀਂ 50 ਦੇ ਆ, ਤੁਸੀਂ 70 ਦੇ ਆ, ਤੇ ਤੁਸੀਂ ਥੋੜਾ ਜਿਹਾ ਇੱਕ ਤਾਂ ਸ਼ਬਦ ਠੀਕ ਕਰਿਆ ਕਰੋ। ਇੱਕ ਇਹ ਨਹੀਂ ਹੈ ਵੀ 6 ਕਾਲਰ ਵੇਟ ਕਰਦੇ ਵੀ ਤੁਹਾਨੂੰ 7 ਮਿੰਟ ਮਿਲ ਜਾਣ, ਉਹਨਾਂ ਨੂੰ 30 ਸੈਕਿੰਡ। ਹੋਸਟ ਦੀ ਵੀ ਇਹਦੇ ਤੇ ਮਜਬੂਰੀ ਆ, ਤੁਸੀਂ ਗੱਲ ਛੇਤੀ ਕਰਿਆ ਕਰੋ, ਰੈਪ ਅਪ ਕਰਿਆ ਕਰੋ, ਕਿਉਂਕਿ 30 ਸੈਕਿੰਡ ਬਾਅਦ ਰੈਪੀਟੀਸ਼ਨ ਸ਼ੁਰੂ ਹੋ ਜਾਂਦੀ ਆ। ਰਹੀ ਗੱਲ ਮੇਰੇ ਫੋਨ ਦੀ, ਫੋਨ ਸਰਦਾਰ ਸਾਹਿਬ ਮੈਂ ਇਕੱਲੀ ਉਹ ਜਾਨ ਹੈ ਜਿਹਦੇ 'ਚ ਮੈਂ 2 ਸ਼ੋਅ ਕਰਦਾ, ਮੇਰੀ ਆਪਣੀ ਜ਼ਿੰਦਗੀ ਹੈ, ਮੈਂ ਫੈਮਿਲੀ ਮੈਨ ਆ, ਮੇਰੇ ਬੱਚੇ ਨੇ। ਹੁਣ ਮੈਂ 24 ਘੰਟੇ ਇਹੀ ਤਾਂ ਕੰਮ ਨਹੀਂ ਕਰਨਾ ਵੀ ਰੇਡੀਓ ਦੀ ਉਹ ਗੱਲਾਂ ਤੇ ਕੰਮ ਦੀਆਂ ਗੱਲਾਂ। ਮੇਰੀ ਵੀ ਇੱਕ ਸੀਮਿਤ એનર્ਜੀ ਆ ਜਿਹੜੀ ਮੈਂ ਆਪਣੀ ਵਰਤਦਾ। ਜਦ ਮੇਰੇ ਕੋਲ ਸਮਾਂ ਹੁੰਦਾ ਮੈਂ ਗੱਲ ਕਰ ਲੈਣਾ, ਨਹੀਂ ਹੁੰਦੀ ਤਾਂ ਉਹਦੇ ਲਈ ਮੈਂ ਅਸਮਰੱਥ ਹਾਂ। ਠੀਕ ਆ ਜੀ, ਸਮਝ ਗਏ ਗੱਲ? ਹੁਣ ਸੁਣੀ ਨਹੀਂ। ਬਜ਼ੁਰਗੀ 'ਚ ਆ ਕੇ ਬੰਦਾ ਜਦ 70-72 'ਚ ਹੋ ਜਾਂਦਾ ਹੈ, ਉਹਨੂੰ ਧੀਆਂ ਪੁੱਤਾਂ ਤੋਂ ਸਤਿਕਾਰ ਕਰਾਉਣ ਲਈ ਕੋਈ ਸ਼ਬਦ ਵਧੀਆ ਉਹਨੂੰ ਵਰਤਣੇ ਚਾਹੀਦੇ। ਫਿਰ ਤੁਸੀਂ ਕਹਿੰਦੇ ਮੇਰੀ ਸਿਹਤ ਕਰਕੇ ਮੈਂ ਔਖਾ ਹਾਂ, ਮੈਨੂੰ ਪਤਾ ਨਹੀਂ ਲੱਗਦਾ। ਜੇ ਸਿਹਤ ਕਰਕੇ ਔਖੇ ਹੋ ਫਿਰ ਸੁਣੋ। ਬਹੁਤ ਬੋਲ ਲਏ ਤੁਸੀਂ, ਬੜੀ ਟ੍ਰਾਂਜੀਸ਼ਨ ਤੁਸੀਂ ਕੀਤੀ ਹੈ ਕਮਿਊਨਿਜ਼ਮ ਤੋਂ, ਤੇ ਤੁਹਾਡੀ ਵਿਚਾਰਧਾਰਾ ਲੋਕਾਂ ਨੂੰ ਪਤਾ। ਤੁਸੀਂ ਪਰਮਾਨੈਂਟ ਕਾਲਰ ਹੋ, ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਸਵੇਰ ਤੋਂ ਚਾਹ ਤੋਂ ਲੈ ਕੇ ਰਾਤ ਤੱਕ ਤੁਸੀਂ ਪ੍ਰੋਗਰਾਮ ਸੁਣਦੇ ਹੋ ਸਾਰਿਆਂ ਦਾ। ਪਰ ਪ੍ਰੋਬਲਮ ਇਹ ਆ ਤੁਹਾਡੀ ਕਿ ਤੁਸੀਂ ਸ਼ਬਦ ਤੁਹਾਡੇ ਮਾੜੇ ਨੇ। ਖਚਰਾ ਸ਼ਬਦ ਜਿਹੜਾ ਹੈ ਉਹ ਏਅਰ ਤੇ ਜਾਣ ਵਾਲਾ ਸ਼ਬਦ ਨਹੀਂ ਹੈ। ਤੇ ਤੁਸੀਂ ਆਪਣੀ ਉਮਰ ਵੇਖੋ, ਤੁਸੀਂ ਧੀਆਂ ਪੁੱਤਾਂ ਵਾਲੇ ਹੋ, ਨੂੰਹਾਂ ਵਾਲੇ ਹੋ, ਜਵਾਈਆਂ ਵਾਲੇ ਵੀ ਹੋਵੋਗੇ। ਇਹ ਜ਼ਰੂਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸ਼ਬਦ ਅਸੀਂ ਕਿਹੜੇ ਵਰਤਨੇ। ਗਾਂ ਨੂੰ ਖਿਆਲ ਕਰਿਓ ਜੇ ਮੇਰੇ ਨਾਲ ਗੱਲ ਕਰਨੀ। ਅੱਗੇ ਵੀ ਮੈਂ ਤੈਨੂੰ ਕਿਹਾ, ਹੁਣ ਮੈਂ ਫੇਰ ਕਹਿਣਾ ਤੁਹਾਨੂੰ। ਲਾਈਨ ਨੰਬਰ 1 ਮਨਿੰਦਰ ਜੀ, ਤੁਸੀਂ ਏਅਰ ਤੇ ਹੋ। ਹਾਂਜੀ, ਵਾਹਿਗੁਰੂ ਜੀ ਕਾ ਸੌਰੀ ਜੀ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ, ਮੈਂ ਮਹਿੰਦਰ ਸਿੰਘ ਬੋਲ ਰਿਹਾ ਜੀ। ਜੀ ਮਹਿੰਦਰ ਸਿੰਘ ਜੀ, ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਰੇਡੀਓ ਬਾਰੇ ਤੁਸੀਂ ਗੱਲ ਕੀਤੀ ਹੈ। ਵੇਖੋ, ਰੇਡੀਓ ਇੱਕ ਬਹੁਤ ਵਧੀਆ ਮਾਧਿਅਮ ਹੈ, ਤੇ ਮੈਂ ਇਸ ਵੇਲੇ ਜਿਹੜੇ ਸਾਡੇ ਇੱਥੇ ਰੇਡੀਓ ਚੱਲ ਰਹੇ ਹੈ, ਮੈਂ ਤਾਂ ਇਸ ਨੂੰ ਰੀਅਲ ਡੈਮੋਕ੍ਰੇਸੀ ਦਾ ਇੱਕ ਮਾਧਿਅਮ ਸਮਝਦਾ। ਵੇਖੋ, ਕੋਈ ਵੀ ਅਸੀਂ ਗੱਲ ਕਰਨੀ ਹੈ, ਕਿਸੇ ਕਿਸਮ ਦੀ ਵੀ ਕਰਨੀ ਹੈ। ਮੈਂ ਜੇ ਹੁਣ ਦੂਸਰੇ ਚੈਨਲ ਤੇ ਗਾਂਧੀ ਬਾਰੇ ਗੱਲ ਕੀਤੀ ਹੈ, ਬਹੁਤ ਸਾਰੇ ਲੋਕਾਂ ਦੇ ਵਿਚਾਰ ਸੁਣੇ ਹੈ। ਜਦੋਂ ਅਸੀਂ ਕੋਈ ਇੱਥੋਂ ਦੀ ਪ੍ਰੋਬਲਮ ਦੀ ਗੱਲ ਕਰਦੇ ਹਾਂ, ਉਹ ਸਿੱਧੀ ਸਾਡੇ ਐਡਮਿਨਿਸਟ੍ਰੇਸ਼ਨ ਕੋਲ ਜਾਂਦੀ ਹੈ। ਯਾਨੀ ਇਦੋਂ ਵਧੀਆ ਮਾਧਿਅਮ ਤੇ ਇਦੋਂ ਵੱਧ ਸਾਰਥਿਕ ਭੂਮਿਕਾ ਰੇਡੀਓ ਦੀ ਨਾਲੋਂ ਹੋਰ ਕਿਸੇ ਦੀ ਮੈਨੂੰ ਨਹੀਂ ਲੱਗਦੀ। ਤੇ ਜਿਸ ਕਿ ਢੰਗ ਨਾਲ ਤੁਸੀਂ ਮਤਲਬ ਲੋਕ ਮੁੱਦੇ, ਸਾਡਾ ਇਤਿਹਾਸ ਤੇ ਸਾਰੀਆਂ ਚੀਜ਼ਾਂ ਜਿਵੇਂ ਤੁਸੀਂ ਲਿਆ ਰਹੇ ਹੋ, ਬਾਕੀ ਜਿਹੜੀ ਤੁਸੀਂ ਆ ਤੁਹਾਡੀ ਬੜੀ ਵਧੀਆ, ਇੱਕ ਮੈਨੂੰ ਇਹ ਗੱਲ ਬਹੁਤ ਸ਼ਾਨਦਾਰ ਲੱਗੀ ਕਿ ਸ਼ਬਦ ਆ ਜਿਹੜੇ ਉਹ ਵਧੀਆ ਵਰਤਣੇ ਚਾਹੀਦੇ ਆ। ਸੋ ਕਈ ਵਾਰ ਜੇ ਕਿਤੇ ਅਣਜਾਣੇ ਵਿੱਚ ਵੀ ਕੋਈ ਸ਼ਬਦ ਸਖਤ ਨਿਕਲ ਜਾਏ ਜਾਂ ਜਿਹੜਾ ਅਸਭਿਕ ਹੋਵੇ, ਤੇ ਉਹ ਫਿਰ ਨਾ ਮੇਰਾ ਖਿਆਲ ਆ ਵੀ ਸਾਰੀ ਉਮਰ ਆਤਮਾ ਨੂੰ ਝੰਜੋੜਦਾ ਰਹਿੰਦਾ। ਸੋ ਤੁਹਾਡੀ ਇਹਨਾਂ ਦੂਸਰਾ ਠੀਕ ਹੈ, ਮੈਂ ਤੁਹਾਡੇ ਨਾਲ ਉਮਰ ਵਿੱਚ ਵੱਡਾ ਹੋ ਸਕਦਾ, ਪਰ ਸਿੱਖਣ ਵਾਸਤੇ ਤਾਂ ਇੱਕ ਭੋਰਾ ਜਿਹੇ ਬੱਚੇ ਤੋਂ ਵੀ ਸਿੱਖਿਆ ਜਾ ਸਕਦਾ। ਤੁਸੀਂ ਬਹੁਤ ਵਧੀਆ ਭੂਮਿਕਾ ਨਿਭਾ ਰਹੇ ਹੋ ਤੇ ਇਹ ਨਿਭਾਉਂਦੇ ਰਹੋ। ਤੇ ਤੁਹਾਡਾ ਆਪਣਾ ਹੀ ਰੇਡੀਓ, ਮੈਂ ਤੁਹਾਡਾ ਨਹੀਂ ਕਹਾਂਗਾ, ਆਪਣਾ ਰੇਡੀਓ ਹੋਰ ਬੁਲੰਦੀਆਂ ਤੇ ਜਾਵੇ ਤੇ ਆਪਣੀ ਗੱਲ ਹੈ ਜਿਹੜੀ ਮਨੁੱਖਤਾ ਦੀ ਗੱਲ ਹੈ ਉਹ ਸਾਰੀ ਦੁਨੀਆ ਵਿੱਚ ਰੇਡੀਓ ਪਹੁੰਚਾਉਂਦਾ ਰਹੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਧੰਨਵਾਦ ਬਹੁਤ ਜੀ। ਸਰ ਅਮਰਜੀਤ ਸਿੰਘ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਪਹਿਲੀ ਗੱਲ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਰੇਡੀਓ ਸਟੇਸ਼ਨ ਦੀਆਂ। ਬੜੀ ਕੋਸ਼ਿਸ਼ਾਂ ਤੋਂ ਬਾਅਦ ਤੁਹਾਨੂੰ ਇਹ ਚੀਜ਼ ਮਿਲੀ ਆ ਤੇ ਤੁਸੀਂ ਕੋਸ਼ਿਸ਼ਾਂ ਤੁਹਾਨੂੰ ਫੜ ਲੱਗਾ, ਇਸ ਵਾਸਤੇ ਸਭ ਨੂੰ ਬਹੁਤ ਬਹੁਤ ਵਧਾਈਆਂ। ਦੂਜੀ ਗੱਲ, ਰੇਡੀਓ ਦੀ ਮਹੱਤਤਾ ਤੁਸੀਂ ਪੁੱਛੀ ਹੈ। ਰੇਡੀਓ ਦੀ ਮਹੱਤਤਾ ਬਹੁਤ ਆ। ਜਦੋਂ ਮੈਂ ਪਹਿਲਾਂ ਆਇਆ 77 ਤੇ ਜੀ, ਉਹ 1-2 ਰੇਡੀਓ ਚੱਲਦੇ ਹੁੰਦੇ ਸੀਗੇ, ਤਾਂ ਮੈਨੂੰ ਕਿਸੇ ਨੇ ਕਿਹਾ ਕਿ ਇੱਥੇ ਰੇਡੀਓ ਆਪਣਾ ਚੱਲਦਾ ਸ਼ਾਮ ਨੂੰ। ਮੈਂ ਜਿੱਦਾਂ ਠੰਡੂ ਰਾਮ ਸੁਣਦੇ ਹੁੰਦੇ ਸੀ ਅਸੀਂ, ਤੇ ਮੈਂ ਸੋਚਿਆ ਵੀ ਉਹ ਵੀ ਸ਼ਾਇਦ ਇੱਥੋਂ ਆਉਂਦਾ ਹੋਵੇ, ਲੇਕਿਨ ਮੈਂ ਲਾ ਕੇ ਦੇਖਿਆ, ਥੋੜਾ ਨਿਰਾਸ਼ ਹੋਇਆ ਕਿ ਠੰਡੂ ਰਾਮ ਤਾਂ ਨਹੀਂ ਆਇਆ, ਲੇਕਿਨ ਹੋਰ ਰੇਡੀਓ ਚੱਲਦੇ ਸੀਗੇ। ਲੇਕਿਨ ਹੁਣ ਤੁਹਾਡਾ ਜਿਹੜਾ ਰੇਡੀਓ ਬਣਿਆ ਨਾ, ਮਤਲਬ ਅਸੀਂ ਮੈਂ 1-2 ਰੇਡੀਓ ਨੂੰ ਕਹਿ ਸਕਦਾ ਕਿ ਡਿਵੋਰਸ ਦੇ ਕੇ ਇੱਥੇ ਆਇਆ। ਤੁਹਾਡੀ ਜਿਹੜੀ ਇਸ ਵੇਲੇ ਨਾ 1550 ਤੋਂ 600 ਵਾਲਾ ਚੱਲਦਾ, ਇਹਦੀ ਆਵਾਜ਼ ਬੜੀ ਕਲੀਅਰ ਆ। ਮਤਲਬ ਜਿੱਥੇ ਵੀ ਸੁਣੀਏ ਅਸੀਂ, ਚਾਹੇ ਮੈਂ ਡਾਊਨਟਾਊਨ ਵਿਕਟੋਰੀਆ 'ਚ ਬੈਠਾ, ਚਾਹੇ ਮੈਂ ਏਅਰਪੋਰਟ ਤੇ ਬੈਠਾ, ਚਾਹੇ ਮੈਂ ਕਿਤੇ ਵੀ ਬੈਠਾ, ਬੜੀ ਕਲੀਅਰ ਆਵਾਜ਼ ਸੁਣਦੀ ਆ। ਔਰ ਤੁਹਾਡੇ ਪ੍ਰੋਗਰਾਮ ਤਾਂ ਉਹ ਬਹੁਤ ਹੀ ਵਧੀਆ ਨੇ, ਸ਼ਲਾਘਾਯੋਗ ਨੇ ਸਾਰੇ ਪ੍ਰੋਗਰਾਮ। ਸਾਰੇ ਹੀ ਹੋਸਟ ਬਹੁਤ ਸੋਹਣੇ ਤਰੀਕੇ ਨਾਲ ਪ੍ਰੋਗਰਾਮ ਕਰਦੇ ਆ ਤੇ ਬੜੀ ਇਹਦੇ ਵਿੱਚ ਸਾਨੂੰ ਜਾਣਕਾਰੀ ਬਹੁਤ ਮਿਲਦੀ ਹੈ, ਇੰਡੀਆ ਦੀ ਵੀ, ਇੱਥੇ ਦੀ ਵੀ, ਸਭ ਪਾਸਿਓਂ ਬਿਲਕੁਲ ਇਹ ਯੋਗ ਹੈ ਰੇਡੀਓ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਚੰਗੇ ਚੰਗੇ ਸ਼ੋਅ ਲੈ ਕੇ ਆਉਂਦੇ ਹੋ, ਲੋਕਾਂ ਨੂੰ ਜਾਣਕਾਰੀ ਦਿੰਦੇ ਹੋ, ਚੰਗੇ ਗੈਸਟ ਲੈ ਕੇ ਆਉਂਦੇ ਹੋ।
ਬਹੁਤ ਤੁਹਾਡੀ ਮਿਹਰਬਾਨੀ। ਧੰਨਵਾਦ ਜੀ, ਥੈਂਕ ਯੂ। ਤੁਸੀਂ ਸਰਦਾਰ ਅਮਰਜੀਤ ਸਿੰਘ ਜੀ ਵਿਕਟੋਰੀਆ 'ਚ ਬੈਠੇ ਸੁਣਦੇ ਹੋ। ਮੈਨੂੰ ਬਹੁਤ ਮਾਣ, ਸਰਦਾਰ ਜਗਦੀਪ ਸਿੰਘ ਪੰਧੇਰ ਸਾਡੇ ਪਰਮ ਮਿੱਤਰ ਨੇ, ਉਹ ਵਿਕਟੋਰੀਆ 'ਚ ਨੇ। ਬਹੁਤ ਵੱਡਾ ਪਰਿਵਾਰ ਆ ਸਾਡਾ ਆਈਲੈਂਡ 'ਤੇ। ਕੱਲ੍ਹ ਚੈੱਕ ਕੀਤਾ ਅਸੀਂ, ਪੋਬਲ ਰਿਵਰ ਤੱਕ ਬਹੁਤ ਕਲੀਅਰ ਆਵਾਜ਼ ਸੀ। ਕੋਈ ਗਏ ਹੋਏ ਸੀ ਬਈ ਪੋਬਲ ਰਿਵਰ ਤੱਕ, ਉਹਨਾਂ ਨੇ ਇਸ ਨੂੰ ਸੁਣਿਆ। ਹਰਨਿੰਦਰ ਦਿਓਲ ਜੀ, ਲਾਈਨ ਨੰਬਰ 1, ਤੁਸੀਂ ਏਅਰ 'ਤੇ ਹੋ। ਹੈਲੋ, ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਦਿਓਲ ਸਾਹਿਬ। ਰੇਡੀਓ ਬਿਲਕੁਲ ਵਧੀਆ ਚੱਲਦਾ ਜੀ। 1550 ਨਾਲੋਂ ਆਵਾਜ਼ ਇਹਦੀ ਵਧੀਆ ਆ। ਉਹਦੀ ਥੋੜੀ ਜਿਹੀ ਆਉਂਦੀ ਨਹੀਂ ਹੈਗੀ, ਆਵਾਜ਼ ਕਲੀਅਰ ਨਹੀਂ ਆਉਂਦੀ ਸੀਗੀ। ਆ ਜਿਹੜੀ ਹੁਣ ਔਲਕਾ ਸਾਹਿਬ ਉਹਨੇ ਗੱਲ ਕਹਿ ਕੇ ਗਏ ਆ ਜੀ, ਉਹਦੀ ਨਹੀਂ, ਤੁਹਾਡੇ ਉਹ ਬੰਦੇ ਦੀ ਨਹੀਂ ਹੈਗੀ ਗਲਤੀ। ਹੁਣ ਪਹਿਲਾਂ ਕਹੇ ਟਿੱਪਣੀ ਕਰ ਸਕਦੇ ਆ, ਬਹੁਤ ਜ਼ਿਆਦਾ ਟਾਈਮ ਲੈ ਗਏ ਸੀਗੇ। ਬਿਲਕੁਲ, ਹਾਂਜੀ, ਥੈਂਕ ਯੂ ਜੀ, ਧੰਨਵਾਦ ਜੀ। ਨਹੀਂ, ਸਮਾਂ ਸੀਮਤ ਹੁੰਦਾ ਨਾ ਜੀ। ਤੁਸੀਂ ਹੁਣ ਪਿੱਛੇ ਬੈਠੇ ਹੋ, ਹੋਰ ਗੱਲ ਕਰਨੀ ਆ, ਇਹਦੇ ਲਈ ਬੇਨਤੀ ਕਰਦਾ ਨਾ ਵੀ ਛੇਤੀ ਨਿਬੇੜੋ। ਨਾਲੇ ਵੈਸੇ ਹੀ ਜ਼ਿੰਦਗੀ ਤੁਸੀਂ ਦੇਖਿਓ, ਕਾਲਰ 40 ਸੈਕਿੰਡ ਤੋਂ ਬਾਅਦ ਰਿਪੀਟ ਹੋਣਾ ਸ਼ੁਰੂ ਹੋ ਜਾਂਦਾ। 40 ਸੈਕਿੰਡ ਰੈਗੂਲਰ ਬੋਲਣਾ, ਸਾਰੇ ਕਵਰ ਹੋ ਜਾਂਦੇ ਨੇ ਗੱਲ, ਕਿਉਂਕਿ ਸੀਮਤ ਗੱਲ ਕਰਨੀ ਹੁੰਦੀ ਆ। ਉਹਨੇ ਇੱਕ ਟੋਕਨ ਤੋਂ ਗੱਲ ਕਰਨੀ ਹੁੰਦੀ ਆ। ਅਸੀਂ ਉਹਨੂੰ ਸਾਰੇ ਖੂੰਜਿਆਂ ਤੋਂ, ਸਾਰੇ ਕੋਨਾਂ ਤੋਂ ਵੇਖਣਾ। ਸ਼ਬਦ ਜਿਹੜੇ ਨੇ ਉਹ ਵਧੀਆ ਚਾਹੀਦੇ ਨੇ, ਸਤਿਕਾਰਤ ਚਾਹੀਦੇ ਨੇ। ਉਮਰ ਦੇ ਹਿਸਾਬ ਨਾਲ ਤਾਂ ਤੁਸੀਂ ਵੈਸੇ ਹੀ ਇੰਨੇ ਮਿੱਠੇ ਹੋਣੇ ਚਾਹੀਦੇ ਹੋ ਵੀ ਤੁਸੀਂ ਇੱਕ ਰੁਤਬੇ 'ਤੇ ਬੈਠ ਕੇ ਗੱਲ ਕਰੋ। ਜਾਂ ਤੁਸੀਂ ਸਾਰੀ ਜ਼ਿੰਦਗੀ ਦੇ ਵਿੱਚ ਕਿਤਾਬਾਂ ਹੀ ਇੰਨੀਆਂ ਪੜ੍ਹ ਲਈਆਂ, ਫਿਰ ਕਿਤਾਬਾਂ 'ਚੋਂ ਗਿਆਨ, ਇੱਕ ਤੁਹਾਡੇ ਸ਼ਬਦ ਵੀ ਉਹਦੇ 'ਚੋਂ ਚੁਣੇ ਜਾਂਦੇ ਨੇ। ਸਰ ਰਘਬੀਰ ਸਿੰਘ ਸਿੱਧੂ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਜਦੋਂ ਦਾ ਆਪਣਾ ਰੇਡੀਓ ਸ਼ੁਰੂ ਹੋਇਆ, ਮੈਨੂੰ ਮੌਕਾ ਨਹੀਂ ਮਿਲਿਆ ਗੱਲ ਕਰਨ ਦਾ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਤੇ ਤੁਹਾਡੀ ਟੀਮ ਨੂੰ। ਧੰਨਵਾਦ ਵੀਰ ਜੀ। ਪਰਮਾਤਮਾ ਕਰੇ ਵੀ ਚੜ੍ਹਦੀ ਕਲਾ 'ਚ ਰਹੋ ਤੇ ਐਂ ਆਵਾਜ਼ ਬਲੰਦ ਰਵੇ ਤੁਹਾਡੀ। ਧੰਨਵਾਦ ਜੀ ਸਿੱਧੂ ਸਾਹਿਬ, ਧੰਨਵਾਦ। 15 ਕੁ ਦਿਨ ਪਹਿਲਾਂ ਸਮੇਂ ਤੋਂ ਪ੍ਰੋਗਰਾਮ ਰੇਡੀਓ ਸ਼ੁਰੂ ਕਰਨ ਲਈ, ਕਿਉਂਕਿ ਇਲੈਕਸ਼ਨ ਚੱਲਦੀ ਆ, ਲੋਕਤੰਤਰ ਦੇ ਵਿੱਚ ਹਿੱਸਾ ਪਵੇ, ਸਾਰੇ ਕੈਂਡੀਡੇਟ ਆਉਣ, ਅਗਲੇ ਹਫ਼ਤੇ ਤੋਂ ਸ਼ੁਰੂ ਹੋਣਗੇ, ID ਵਗੈਰਾ ਸੈੱਟ ਹੋ ਜਾਣੀਆਂ, ਪ੍ਰੋਗਰਾਮ ਸੈੱਟ ਹੋ ਜਾਣੇ ਨੇ। ਆਉਣ ਵਾਲੇ 15-20 ਦਿਨਾਂ ਦੇ ਵਿੱਚ ਪੂਰਾ ਤੁਹਾਡੇ ਲਈ ਨਿਖਾਰ ਆ ਜਾਣਾ ਤੇ ਤੁਹਾਨੂੰ ਕਲੀਅਰ ਸਾਰਾ ਸੁਣ ਲੱਗ ਜਾਣਾ। ਸਾਰੇ ਪ੍ਰੋਗਰਾਮਾਂ ਦੀ ਰੂਪਰੇਖਾ ਥੋੜ੍ਹੇ ਜਿਹੇ 5-7 ਦਿਨ ਦਿਓ। ਜਿਹੜੇ ਜ਼ਿਆਦਾ ਹੁਣ ਫੋਨ ਆ ਰਹੇ ਨੇ, ਉਹ ਇਹ ਆ ਰਹੇ ਨੇ ਕਿ ਐਪ ਕਾ ਚੱਲਣਾ, ਐਪ ਛੇਤੀ ਚੱਲ ਜਾਣਾ, ਫਿਕਰ ਨਾ ਕਰੋ। ਲਾਈਨ ਨੰਬਰ 1, ਭਾਗ ਸਿੰਘ ਜੀ, ਤੁਸੀਂ ਏਅਰ 'ਤੇ ਹੋ। ਹਾਂਜੀ, ਹਾਂ ਗਿੱਲ ਸਾਹਿਬ ਜੀ। ਮੈਂ 1 ਮਿੰਟ ਦੇ ਅੰਦਰ ਹੀ ਮੈਂ ਸਮਾਪਤ ਕਰ ਦੇਣਾ। ਮੈਂ ਤੁਹਾਡਾ ਖਬਰਾਂ ਦੇ ਉੱਤੇ ਮੈਂ ਤੁਹਾਡੀ ਦਾਦ ਦੇਣਾ, ਜਿਹੜਾ ਤੁਸੀਂ ਬੇਬਾਕੀ ਨਾਲ ਖਬਰਾਂ ਦੇ ਰਹੇ ਹੋ ਜੀ, ਸਮਝੇ। ਤੇ ਇੱਕ ਮੈਂ ਅਰਜ਼ ਕਰਨੀ ਚਾਹੁੰਦਾ ਤੁਹਾਨੂੰ, ਮੈਨੂੰ ਖਬਰਾਂ ਦੇ ਨਾਲ ਬਹੁਤ ਦਿਲਚਸਪੀ ਹੈ। ਇੰਡੀਆ ਦੀ ਖਬਰਾਂ ਦੇ ਜ਼ਿਆਦਾ ਹੈ, ਇੱਥੇ ਦੀਆਂ ਖਬਰਾਂ ਬਾਅਦ ਪੋਲਿਟਿਕਸ ਦੀਆਂ ਨਹੀਂ ਸੁਣਦਾ ਇੰਨੇ ਬਹੁਤੀਆਂ, ਉਹ ਸੁਣਦਾ ਹੀ ਆ। ਪਰ ਮੈਂ ਇਹ ਕਹਿਣੀ ਚਾਹੁੰਦਾ ਵੀ ਇੰਡੀਆ ਤੋਂ 4 ਆਦਮੀਆਂ ਦੀ ਮੈਨੂੰ ਦਿਲਚਸਪੀ ਹੈ ਸਜ਼ਾ ਦੀ। ਆਪ ਜਾਣਦੇ ਹੋਗੇ 4 ਆਦਮੀ ਕੌਣ ਨੇ? ਇਹ ਬਾਪੂ ਜੀ ਜਿਹਨੂੰ ਕਹਿੰਦੇ ਨੇ ਲੋਕੀ, ਮੈਂ ਨਹੀਂ ਕਹਿੰਦਾ। ਇੱਕ ਬਾਪੂ ਜੀ, ਇੱਕ ਰਾਮਪਾਲ, ਇੱਕ ਆਪਣੇ ਰਾਮ ਰਹੀਮ ਜੀ। ਇਹਨਾਂ ਦੀ ਇੱਕ ਦਿਨ ਮੈਨੂੰ 2 ਮਿੰਟ ਵਾਸਤੇ ਇਹਨਾਂ ਦੀ ਮੌਜੂਦਾ ਪੋਜੀਸ਼ਨ ਦੀ ਖਬਰ ਜ਼ਰੂਰ ਦਿੰਦੇ ਰਿਹਾ ਕਰੋ। ਹਰ ਸੋਮਵਾਰ ਨੂੰ 10 ਵਜੇ ਮੈਂ ਉਡੀਕਦਾ ਰਿਹਾ ਕਰੂੰਗਾ। ਮੈਨੂੰ ਤਾਂ ਮੈਂ ਤੁਹਾਨੂੰ ਤਾਂ ਕਿਹਾ ਕਿ ਤਾਂ ਕਿ ਦੁਨੀਆ ਨੂੰ ਪਤਾ ਲੱਗਦਾ ਰਹੇ ਭੱਦਰ ਪੁਰਸ਼ਾਂ ਦੇ ਆਹ ਹਾਲਤ ਨੇ। ਪਰ ਬਾਕੀ ਜਿਹੜੀ ਤੁਹਾਡੀ ਸੱਚਾਈ ਹੈ, ਤੁਸੀਂ ਸੱਚਾਈ ਤੇ ਕਾਇਮ ਰਹੋ। ਜਿਵੇਂ ਆਸ਼ੀਆਨਾ ਸੱਚਾਈ ਤੇ ਕਾਇਮ ਹੈ, ਜਿਹੜੇ ਹੁਣ ਦੇ ਪੋਲਿਟਿਕਸ ਇੱਥੇ ਦੇ ਚੱਲ ਰਿਹਾ, ਤੁਸੀਂ ਤਾਂ ਮੈਨੂੰ ਪਤਾ ਵੀ ਤੁਹਾਡਾ ਬਹੁਤ ਹੀ ਵੱਡਾ ਹਿੰਮਤ ਹੈ, ਜਿਹੜੀ 2 ਜਗ੍ਹਾ ਹੁਣ ਤੁਸੀਂ ਸਟਾਰਟਿੰਗ ਕਰੀ ਹੈ। ਪਰਮਾਤਮਾ ਤੁਹਾਨੂੰ ਬੜੀ ਤਰੱਕੀ ਦੇਵੇ, ਖੁਸ਼ੀਆਂ ਦੇਵੇ, ਤੁਹਾਨੂੰ ਸਿਹਤ ਵੀ ਦੇਵੇ, ਕਿਉਂਕਿ ਤੁਸੀਂ ਬਹੁਤ ਕੰਮ ਕਰ ਰਹੇ ਹੋ। ਬਸ ਇੰਨਾ ਹੀ ਕਹਿਣਾ ਸੀ, ਇੰਨਾ ਹੀ ਕਹਿਣਾ ਸੀ। ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ। ਬਿਲਕੁਲ ਜੀ, ਸ਼ੋਅ 2 ਕਰਨੇ, 4 ਘੰਟੇ ਬੋਲਣਾ ਬਹੁਤ, ਅੱਗੇ 3 ਕਰਦਾ ਸੀ ਮੈਂ, 1 ਘੰਟੇ ਪਰ ਇੱਧਰ ਉੱਧਰ ਭੱਜਣਾ ਨੱਠਣਾ ਬਹੁਤ ਕੰਮ ਹੈ। ਪਰ ਛੇਤੀ ਆਪਾਂ ਠੀਕ ਕਰ ਦੇਣਾ। ਇੱਕ ਜਗ੍ਹਾ 'ਤੇ ਹੀ ਪ੍ਰੋਗਰਾਮ ਵਧੀਆ ਹੁੰਦੇ ਨੇ, ਇੱਕ ਜਗ੍ਹਾ 'ਤੇ ਕਰਿਆ ਕਰਾਂਗੇ। ਲਾਈਨ ਨੰਬਰ 2, ਤੁਸੀਂ ਏਅਰ 'ਤੇ ਉਸ ਕਮਲਜੀਤ ਸਿੰਘ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੁਬਾਰਕਾਂ ਤੁਹਾਨੂੰ ਪਹਿਲਾਂ ਤਾਂ ਨਵੇਂ ਰੇਡੀਓ ਦੀਆਂ। ਧੰਨਵਾਦ ਬਹੁਤ ਬਹੁਤ। ਤੇ ਗਵਾਂਢੀ ਨੂੰ ਆਪਾਂ ਤੁਹਾਡੇ ਦਰਾਹੇ ਤੋਂ। ਵਾਹ, ਧੰਨਵਾਦ ਜੀ। ਤੇ ਪ੍ਰੋਗਰਾਮ ਸੁਣਦੇ ਨੂੰ ਤਾਂ ਬਹੁਤ ਦੇਰ ਹੋ ਗਈ। ਤੇ ਇਹ ਤਾਂ ਐਂ ਵੀ ਡਿੱਕੀ ਦਾ ਤੇ ਕਈ ਵਾਰ ਲੋਡ ਲਾਉਣਾ ਹੁੰਦਾ, ਉਧਰੋਂ ਰੇਡੀਓ ਚੱਲਦਾ ਹੁੰਦਾ ਟਰੱਕ ਦੇ ਵਿੱਚ। ਤੇ ਕਈ ਵਾਰ ਔਖਾ ਹੋ ਜਾਂਦਾ ਕਸਟਮਰ ਨਾਲ ਡੀਲ ਕਰਨੀ, ਵੀ ਰੇਡੀਓ ਦੀ ਗੱਲ ਉੱਤੇ ਰਹਿ ਨਾ ਜਾਵੇ। ਤੇ ਬਾਕੀ ਰੇਡੀਓ ਦਾ ਇਹ ਆ, ਆਪਣੇ ਜੀਵਨ ਦੇ ਵਿੱਚ ਸਿੱਖਣ ਨੂੰ ਬਹੁਤ ਕੁਛ ਮਿਲਦਾ, ਤੇ ਖਾਸ ਕਰਕੇ ਤੁਹਾਡੇ ਸ਼ੋਅ ਤੇ ਮਨ ਦੇ ਵਿੱਚ ਕਈ ਵਾਰ ਏਦਾਂ ਦੀ ਗੱਲ ਹੁੰਦੀ ਆ ਵੀ ਆਹ ਗੱਲ ਪੁੱਛਣੀ ਆ, ਤੇ ਉਹ ਮੂਹਰਿਓਂ ਕੋਈ ਨਾ ਕੋਈ ਪੁੱਛੇ ਲੈਂਦਾ ਤੇ ਉਹਦਾ ਜਵਾਬ ਮਿਲ ਜਾਂਦਾ। ਬੜੀ ਖੁਸ਼ੀ ਹੁੰਦੀ ਆ ਵੀ ਜਿਵੇਂ ਮਨ ਦੀ ਗੱਲ, ਜਿਵੇਂ ਮੋਦੀ ਵਾਂਗੂ ਮਨ ਕੀ ਬਾਤ ਹੋ ਜਾਂਦੀ ਆ। ਤੇ ਬਾਕੀ ਵਧਾਈਆਂ ਜੀ ਤੁਹਾਨੂੰ ਬਹੁਤ ਵਧੀਆ। ਧੰਨਵਾਦ ਵੀਰ ਜੀ। ਗਰਚਾ ਸਾਹਿਬ ਕਰ ਰਹੇ ਨੇ ਗੱਲਬਾਤ ਕਿ ਐਵਰੇਟ ਤੱਕ ਬਹੁਤ ਵਧੀਆ ਸੁਣਦਾ ਹੈ।
ਮੁੰਡਾ ਵਿਰਕ ਕੱਲ ਅੰਟੈਰੀਓ ਤੋਂ ਗੱਲਬਾਤ ਕਰ ਰਿਹਾ ਸੀ, ਬਹੁਤ ਖੁਸ਼ ਹੋ ਕੇ ਕਹਿੰਦੇ ਕਈ ਵਾਰ ਮੈਨੂੰ ਇਉਂ ਲੱਗਦਾ ਵੀ ਮੇਰਾ ਕੋਈ ਵੱਡੇ ਬੈਠ ਕੇ ਗੱਲ ਕਰਦੇ ਜਦ ਮੈਂ ਤੁਹਾਡੇ ਪ੍ਰੋਗਰਾਮਾਂ ਨੂੰ ਸੁਣਦਾ। ਜੀਤੀ ਹੋਣੀ ਨੇ ਟੋਰਾਂਟੋ ਤੋਂ ਉਹ ਪ੍ਰੋਗਰਾਮ ਸੁਣਦੇ ਆ। ਬਹੁਤ ਵੱਡੀ ਸਾਡੀ ਦੋਸਤਾਂ ਦਾ ਬਹੁਤ ਵੱਡਾ ਸਰਕਲ ਹੈ। ਬਿੱਟੂ ਜੀ ਤੁਸੀਂ ਏਅਰ 'ਤੇ ਹੋ, ਲਾਈਨ ਨੰਬਰ 1। ਹਾਂਜੀ, ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਕਿਹਾ ਗਿੱਲ ਸਾਹਿਬ ਦੇ ਪ੍ਰੋਗਰਾਮ 'ਚ ਹਾਜ਼ਰੀ ਲਵਾਈਏ। ਮੁਬਾਰਕਾਂ ਜੀ ਨਵੇਂ ਰੇਡੀਓ ਸਟੇਸ਼ਨ ਦੀਆਂ ਤੁਹਾਨੂੰ ਤੇ ਬਾਅਦ ਪਰਿਵਾਰ ਨੂੰ। ਧੰਨਵਾਦ ਵੀਰ ਜੀ। ਗਿੱਲ ਸਾਹਿਬ ਇੱਕ ਬੇਨਤੀ ਕਰਨੀ ਸੀ ਵੀ ਜਿੱਦਾਂ ਵੈਸੇ ਤਾਂ ਤੁਸੀਂ ਜਿੰਨੇ ਵੀ ਤੁਹਾਡੇ ਆਉਂਦੇ ਆ ਰੇਡੀਓ ਸ਼ੋਅ ਤੇ ਇੰਡੀਆ ਤੋਂ ਗੈਸਟ, ਤੁਸੀਂ ਓਪਨ ਉਸ ਤੋਂ ਬਾਅਦ ਨਾ ਉਹਨਾਂ ਦੇ ਜਦੋਂ ਫਿਨਿਸ਼ ਹੁੰਦੇ ਆ ਲੋਕਾਂ ਦੀਆਂ ਕਾਲਾਂ ਲੈਂਦੇ ਆ, ਸੋ ਇਹ ਬਹੁਤ ਵਧੀਆ ਗੱਲ ਆ। ਪਰ ਇਹ ਵੀ ਬੇਨਤੀ ਹੈ ਵੀ ਤੁਸੀਂ ਜਿਹੜਾ ਵੀ ਕੋਈ ਪੱਤਰ ਲੈ ਕੇ ਆਓ ਨਿਊਜ਼ ਉੱਥੋਂ ਜਿਹੜਾ ਵੀ ਕਵਰੇਜ ਕਰਦਾ ਉਹਨੂੰ ਓਪਨ ਛੱਡੋ, ਉਹਨੂੰ ਕੋਈ ਜਿਹੜੀ ਵੀ ਹੈਗੀ ਆ ਕਰੰਟ ਨਿਊਜ਼ ਉਹ ਦਵੇ ਕਿਸੇ ਵੀ ਪਾ, ਕਿਉਂਕਿ ਅਸੀਂ ਸਾਰੇ ਲੋਕ ਕੋਈ ਮੰਨੇ ਨਾ ਮੰਨੇ ਕਿਸੇ ਨਾ ਕਿਸੇ ਧਿਰ ਦੇ ਨਾਲ ਸਾਡਾ ਲਗਾਓ ਹੁੰਦਾ, ਪਰ ਉਹ ਜਿਹੜੀ ਉਹਦੀ ਹੈਗੀ ਆ ਜੇ ਉਹ 'ਚ ਕੋਈ ਮਿਲਾਵਟ ਨਹੀਂ ਖਬਰ ਦੀ, ਮੇਰੇ ਖਿਆਲ 'ਚ ਕਿਸੇ ਨੂੰ ਹੈਰਖ ਨਹੀਂ ਹੋਣਾ। ਜ਼ਰੂਰ ਉਹਨਾਂ ਨੂੰ ਜਿਹੜਾ ਵੀ ਤੁਹਾਡੇ ਦੇ ਇਹ ਪਾਲਿਸੀ ਬਣਾਓ ਵੀ ਉਹਨੂੰ ਓਪਨ ਛੱਡੋ, ਕੋਈ ਵੀ ਉਹਨੂੰ ਕੋਈ ਜਿਹੜੀ ਕਰੰਟ ਨਿਊਜ਼ ਆ ਕਿਸੇ ਵੀ ਧਿਰ ਦੇ ਵਿਰੋਧ ਆ ਜਾਂ ਫੇਵਰ 'ਚ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ। ਜੇ ਤੁਸੀਂ ਨਾ ਕਿਸੇ ਨਾ ਪਾ, ਕਿਉਂਕਿ ਇੱਥੇ ਹੈਗੇ ਰੇਡੀਓ ਸਟੇਸ਼ਨ ਨੂੰ ਟਾਰਗੇਟ ਕਰਦੇ ਆ ਕਿਸੇ ਨੂੰ, ਮੇਰੇ ਇਸ ਤਰ੍ਹਾਂ ਨਹੀਂ ਹੋਏਗਾ ਜੀ। ਜਿਹੜੀ ਖਬਰ ਹੋਏਗੀ ਉਹੀ ਖਬਰ ਹੋਏਗੀ। ਜ਼ਰੂਰ ਦੋ। ਹਾਂਜੀ, ਥੈਂਕ ਯੂ ਗਿੱਲ ਸਾਹਿਬ। ਥੈਂਕ ਯੂ ਵੀਰ ਜੀ, ਥੈਂਕ ਯੂ। ਸਰ ਜਸਵਿੰਦਰ ਸਿੰਘ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਬੜਾ ਵੱਡਾ ਤੁਹਾਡਾ ਫੈਨ ਆ ਔਰ ਬਹੁਤ ਬਹੁਤ ਵਧਾਈਆਂ ਬਹੁਤ ਤੁਹਾਨੂੰ ਰੇਡੀਓ ਸਟੇਸ਼ਨ ਸ਼ੇਰੇ ਪੰਜਾਬ ਤੇ। ਜੀ ਧੰਨਵਾਦ ਵੀਰ ਜੀ। ਰੋਜ਼ਾਨਾ ਹੀ ਤੁਹਾਨੂੰ ਸੁਣੀਦਾ, ਪਰ ਤੁਹਾਡੀ ਆ ਬੁਲੰਦ ਜਿਹੜੀ ਖਿੱਚਣ ਦੀ ਆ ਕਾਰਨ ਗਲਤ ਬੋਲੇ ਤੈਨੂੰ ਖਿੱਚਣਾ ਮੈਂ ਬਹੁਤ ਇਹਨੂੰ ਪਸੰਦ ਕਰਦਾ। ਬਿਲਕੁਲ ਹੋਏ ਇਸ ਤਰ੍ਹਾਂ ਚਾਹੀਦਾ ਜੀ, ਗਲਤ ਨਹੀਂ ਬੋਲਣਾ। ਬਿਲਕੁਲ ਬੋਲ ਚਾਹੀਦੇ, ਚੰਗੇ ਬੋਲ ਚਾਹੀਦੇ। ਬਿਲਕੁਲ ਠੀਕ ਹੈ, ਥੈਂਕ ਯੂ। ਗਿੱਲ ਸਾਹਿਬ ਇੱਕ ਰਿਕੁਐਸਟ ਕਰਨੀ ਸੀ ਜੀ। ਹੁਕਮ ਸਰ। ਇੱਕ ਮੈਨੇਜਮੈਂਟ ਨੂੰ ਮੇਰੇ ਰਾਹੀਂ ਇੱਕ ਰਿਕੁਐਸਟ ਪਹੁੰਚਾ ਦਿਓ ਕਿ ਸਿਹਤ ਬਾਰੇ ਵੀ ਕੋਈ ਸੈਗਮੈਂਟ ਰੱਖੋ। ਹੋਏਗੀ ਜੀ, ਹੋਏਗੀ। ਇੱਕ ਹਫ਼ਤੇ ਦੇ ਵਿੱਚ ਸਭ ਕੁਝ ਸ਼ੁਰੂ ਹੋ ਜਾਣਾ, ਕਿਉਂਕਿ 15 ਦਿਨ ਅਰਲੀ ਸ਼ੁਰੂ ਹੋ ਗਿਆ। ਲਾਈਨ ਅਪ ਹੋ ਰਿਹਾ ਸਭ ਕੁਝ। ਪ੍ਰੋਡਿਊਸਰ 6 ਪ੍ਰੋਡਿਊਸਰ ਨੇ, 6 ਰਿਚਾ ਸ਼ਰਮਾ ਜੀ ਦੇ ਥੱਲੇ 5 ਹੋਰ ਨੇ ਪ੍ਰੋਡਿਊਸਰ ਤੇ 6 ਹੀ ਸ਼ੋਅ ਨੇ। ਫਿਕਰ ਨਾ ਕਰੋ, ਤੁਸੀਂ ਦੇਖਿਓ ਸਹੀ, ਗੁਰੂ ਕਿਰਪਾ ਕਰੇ। ਥੈਂਕ ਯੂ ਸਰ। ਕਮਲਜੀਤ ਸਿੰਘ ਖੋਸਾ ਜੀ, ਲਾਈਨ ਨੰਬਰ 1, ਤੁਸੀਂ ਏਅਰ ਤੇ ਹੋ। ਸਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਖੋਸਾ ਸਾਹਿਬ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਜਦੋਂ ਵਧੀਆ ਹੋਇਆ ਰੇਡੀਓ ਸਟੇਸ਼ਨ ਚੱਲ ਪਿਆ, ਨਵੀਂ ਬੋਤਲ 'ਚ ਪੁਰਾਣੀ ਸ਼ਰਾਬ ਪੈ ਗਈ। ਪੁਰਾਣੀ ਸ਼ਰਾਬ ਕੰਮ ਦੀ ਹੁੰਦੀ ਆ, ਨਵੀਂ ਦਾ ਟਾਈਮ ਲੱਗਾ ਪੁਰਾਣੀ ਹੋਣ ਨੂੰ, ਪਰ ਚਲੋ ਵਧੀਆ ਹੋਇਆ। ਇਹੀ ਕਹਿ ਰਹੇ ਨੇ। ਦੂਜੀ ਗੱਲ ਇਹ ਆ ਕਿ ਜਿਹੜੇ ਕੋਈ ਦੇਖੋ ਇੱਕ ਰੇਡੀਓ ਸਟੇਸ਼ਨ ਤੇ ਆਪਾਂ ਟਾਕ ਸ਼ੋ ਕਰਦੇ ਇੰਨੇ ਸਾਲ ਹੋ ਗਏ ਆ, ਹਜੇ ਤੱਕ ਆਪਾਂ ਕੱਲ ਨੂੰ ਇਹ ਨਹੀਂ ਸਮਝਾ ਸਕੇ ਕਿ ਰੇਡੀਓ ਸਟੇਸ਼ਨ ਉਹ ਆ, ਰੇਡੀਓ ਆਵਾਜ਼ ਤੇ ਜੋ ਜਾਣੇ ਤੁਸੀਂ ਉਹ ਚੀਜ਼ ਆ ਕਿ ਇਹਨੂੰ ਤੁਹਾਡੀ ਫੈਮਿਲੀ ਵੀ ਸੁਣਦੀ ਆ। ਰਿਸਪੈਕਟ ਕਰਨੀ ਤੇ ਰਿਸਪੈਕਟ ਕਰਾਉਣੀ ਵੱਖਰੀ ਆਪਣੇ ਹੱਥ ਹੁੰਦੇ। ਬਿਲਕੁਲ ਖੋਸਾ ਸਾਹਿਬ, ਬਿਲਕੁਲ। ਜਿੰਨਾ ਜੇ ਤੁਸੀਂ ਇਹ ਨਹੀਂ ਕਰਦੇ ਤਾਂ ਤੁਸੀਂ ਕਿਸੇ ਤੋਂ ਰਿਸਪੈਕਟ ਦੀ ਆਸ ਨਹੀਂ ਰੱਖ ਸਕਦੇ। ਨੋ। ਤੇ ਮੇਰੀ ਇਹ ਰਿਕੁਐਸਟ ਸਾਰਿਆਂ ਨੂੰ ਕਿ ਜਿੱਦਾਂ ਵੀ ਹੋਵੇ ਕੋਸ਼ਿਸ਼ ਕਰੋ। ਤੇ ਬਾਕੀ ਦੂਜੀ ਇਹ ਕਿ ਇੱਕ ਤੁਹਾਨੂੰ ਹੋਰ ਕਰਨੀ ਸੀ ਜੀ ਕਿ ਜਿਹੜੇ ਸਵੇਰ ਨੂੰ ਤੁਹਾਡੇ ਨਾਲ ਚੱਲਦੇ ਪ੍ਰੋਗਰਾਮ ਗਾਣੇ ਚੱਲਦੇ ਰਹਿੰਦੇ, ਉੱਥੇ ਸਵੇਰੇ ਕੋਈ ਪੁਰਾਣਾ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਸ਼ੁਰੂ ਕਰ ਦਿਓ, ਪਾਠ ਲਾ ਦਿਓ। ਸਭ ਠੀਕ ਹੋ ਜਾਣਾ ਖੋਸਾ ਸਾਹਿਬ। ਆਉਣ ਵਾਲੇ ਸਮੇਂ 'ਚ ਕਰ ਰਹੇ ਹਾਂ ਜੀ, ਕਰ ਰਹੇ ਹਾਂ। ਧੰਨਵਾਦ। ਦੇਖੋ ਮੈਂ 2004 ਦਾ ਏਅਰਪੋਰਟ ਤੋਂ ਆਇਆ, 16 ਵਰ੍ਹੇ ਹੋ ਗਏ। ਜਦ ਮੈਂ ਆਵਾਜ਼ ਸੁਣਦਾ, ਹੁਣ ਤਾਂ ਮੇਰੇ ਨਾਂ ਆਉਂਦਾ ਮੂਹਰੇ, ਮੈਂ ਕਦੇ ਵੀ ਆਵਾਜ਼ ਸੁਣਦਾ ਖੋਸਾ ਸਾਹਿਬ ਦੀ ਸਤਿਕਾਰ ਦੇ ਨਾਲ, ਉਹ ਵੱਡੇ ਨੇ ਖੋਸਾ ਸਾਹਿਬ, ਉਹਨਾਂ ਨੂੰ ਕਹਿ ਕੇ ਸਦਾ ਮੈਂ ਬੁਲਾਉਣਾ। ਈਵਨ ਉਹਨਾਂ ਦੀਆਂ ਕਾਲ ਜਿਹੜੀਆਂ ਨੇ ਉਹ ਬੜੀਆਂ ਤਿੱਖੀਆਂ ਹੁੰਦੀਆਂ। ਹੁਣ ਉਹ ਪਹਿਲਾਂ ਇਹ ਜੀ ਘਰਾਂ 'ਚ ਬਹਿ ਕੇ ਰੇਡੀਓ ਹੈ, ਉਹ ਘਰਾਂ 'ਚ ਬਹਿ ਕੇ ਰੇਡੀਓ, ਹੁਣ ਜੀ ਇਹ ਨਵੀਂ ਬੋਤਲ 'ਚ ਪੁਰਾਣੀ ਸ਼ਰਾਬ ਆ। ਇਹਨਾਂ ਗੱਲਾਂ ਨਾਲ ਕਾਹਨੂੰ ਫਰਕ ਪੈਣਾ? ਕੋਈ ਮਨ ਦਾ ਵਹਿਮ ਨੇ ਤੁਹਾਡੇ। ਜਿਹਨੇ ਸੁਣਨਾ ਉਹਨੂੰ ਕੋਈ ਨਹੀਂ ਰੋਕ ਸਕਦਾ, ਉਹਨੇ ਸੁਣਨਾ ਹੀ ਹੈ। ਲਾਸਟ ਕਾਲਰ ਜੀ, ਲਾਈਨ ਨੰਬਰ 1 ਸਸਕੈਚੂਨ ਤੋਂ ਨੇ, ਤੁਸੀਂ ਏਅਰ ਤੇ ਹੋ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਮੇਰਾ ਨਾਮ ਇੰਦਰਪਾਲ ਹੈਗਾ, ਮੈਂ ਗੈਲਰੀ ਤੋਂ ਬੋਲਦਾ ਜੀ। ਬਾਈ ਜੀ ਤੁਹਾਡਾ ਪ੍ਰੋਗਰਾਮ ਪੱਕਾ ਸੁਣੀਦਾ ਜੀ। ਮੈਂ ਅਸੀਂ ਵੀ ਲਿਖਾ ਦਈਏ ਨਾਮ ਆਪਣਾ। ਤੁਹਾਨੂੰ ਬਹੁਤ ਬਹੁਤ ਮੁਬਾਰਕ। ਤੇ ਬਾਕੀ ਤੁਹਾਡੇ ਜਾਨ ਆ ਤੁਹਾਡੇ ਰੇਡੀਓ 'ਚ, ਤੇ ਸੱਚ ਤੇ ਤੁਹਾਡਾ ਹੁੰਦਾ, ਤੇ ਬਾਕੀਆਂ ਨੂੰ ਅਸੀਂ ਡਿਵੋਰਸ ਦੇ ਚੁੱਕੇ ਹਾਂ ਰੇਡੀਓ ਤੁਹਾਡਾ ਜਦੋਂ ਆਇਆ। ਬਹੁਤ ਬਹੁਤ ਧੰਨਵਾਦ ਵੀਰ ਜੀ, ਜਿਉਂਦੇ ਵਸਦੇ ਰਹੋ। ਸੋਮਵਾਰ ਨੂੰ ਤੁਹਾਡੀ ਸੇਵਾ 'ਚ ਹਾਜ਼ਰ ਆਉਣਾ ਦੁਬਾਰਾ ਫੇਰ 9 ਵਜੇ। ਰੱਬ ਸੁੱਖ ਰੱਖੇ, ਚੜ੍ਹਦੀਆਂ ਕਲਾ 'ਚ ਰਹੋ, ਤੁਹਾਡਾ ਵੀਕਐਂਡ ਵਧੀਆ ਰਹੇ। ਸੁਣਦੇ ਰਹੋ ਸ਼ੇਰੇ ਪੰਜਾਬ, 24 ਘੰਟੇ 7 ਦਿਨ। ਸ਼ੇਰੇ ਪੰਜਾਬ
ਜ਼ਿੰਦਾਬਾਦ।